ਨਿਊ ਕਾਸਲ ਕ੍ਰਿਸਚਨ ਨੈਟਵਰਕ NCN TV ਵੱਲੋਂ ਅੱਜ ਸਾਰੇ ਮਹਿਮਾਨਾਂ ਨੂੰ ਸਾਡੇ ਵੱਲੋਂ ਜੀ ਆਇਆਂ ਨੂੰ। ਔਰ ਅੱਜ ਇੱਕ ਅਨੋਖਾ ਪ੍ਰੋਗਰਾਮ ਹੈ। ਮੇਰੀ ਇੱਕ ਦਰੀਨਾ ਖਾਹਿਸ਼ ਸੀ ਕਿ ਪੰਜਾਬੀ ਤੋਂ ਇੰਜੋਏ ਕੀਤਾ ਜਾਏ, ਲੁਤਫ ਅੰਦੋਜ਼ ਹੋਇਆ ਜਾਏ। ਔਰ ਇਹ ਤੁਹਾਨੂੰ ਨਾਜ਼ਰੀਨ ਦੱਸਾਂ ਕਿ ਇਹ ਸਾਰੀ ਫਰਮਾਇਸ਼ ਯੂਸਫ ਰਿੰਦ ਸਾਹਿਬ ਦੀ ਵੀ ਸੀ ਕਿ ਅਸੀਂ ਇੱਕ ਪੰਜਾਬੀ ਇਹੋ ਜਿਹਾ ਪ੍ਰੋਗਰਾਮ ਕਰੀਏ ਜਿਹਦੇ ਵਿੱਚ ਸਾਰੇ ਜਿੰਨੇ ਵੀ ਸਾਡੇ ਪ੍ਰਾਹੁਣੇ ਨੇ ਉਹ ਆਪਣੀ ਸ਼ਾਇਰੀ ਵੀ ਆਪਣੇ ਬਾਰੇ 'ਚ ਇੰਟਰੋਡਿਊਸ ਵੀ ਕਰਾ ਸਕਣ। ਤੇ ਮੈਂ ਬਿਹਤਰ ਹੈ ਕਿ ਹੋਰ ਕੋਈ ਇਹੋ ਜਿਹੀ ਪੰਜਾਬੀ ਬੋਲਾਂ। ਤੇ ਮੈਂ ਨਾਸਰ ਜਮੀਲ ਸਾਹਿਬ ਜਿਹੜੇ ਸਪੈਸ਼ਲ ਪੰਜਾਬੀ ਚੈਨਲ ਵੀ ਚਲਾਉਂਦੇ ਨੇ ਤੇ ਉਹਨਾਂ ਦੇ ਜਦੋਂ ਮੈਂ ਰਿਕੁਐਸਟ ਕੀਤੀ ਤੇ ਉਹਨਾਂ ਮੇਰੀ ਰਿਕੁਐਸਟ ਹਮੇਸ਼ਾ ਹੀ ਕਬੂਲ ਕੀਤੀ ਹੈ ਤੇ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਵੀ ਕਰਨਾ ਵਾ। ਨਾਸਰ ਜਮੀਲ ਸਾਹਿਬ, ਹੁਣ ਬਿਹਤਰ ਹੈ ਕਿ ਤੁਸੀਂ ਸਟਾਰਟ ਕਰ ਲਵੋ ਪ੍ਰੋਗਰਾਮ ਜੀ। ਬਹੁਤ ਸ਼ੁਕਰੀਆ ਨਾਸਰ ਜਮੀਲ ਸਾਹਿਬ ਜੀ। ਜੀ ਸੈਮਸਨ ਭਾਈ, ਬਹੁਤ ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਤੇ NCN TV ਨੂੰ ਬਹੁਤ ਬਹੁਤ ਵਧਾਈਆਂ, ਔਰ ਜਿੰਨੇ ਸਾਡੇ ਸਰੋਤੇ ਨੇ, ਜਿੰਨੇ ਸਾਡੇ ਵੇਖਣ ਵਾਲੇ ਨੇ, ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ। ਰੱਬ ਨੇ ਉਹਨਾਂ ਨੂੰ ਅਗਰ ਅੱਜ ਦੇ ਦਿਹਾੜ ਤੱਕ ਸਾਡੇ ਨਾਲ ਜੁੜਨ ਵਾਸਤੇ ਜਿਹੜਾ ਹੈ ਇਸ ਜਿਉਂਦਿਆਂ ਦੀ ਜ਼ਮੀਨ ਤੇ ਜਿੰਦਾ ਰੱਖਿਆ ਹੈ। ਤੇ ਜਿੰਦਾ ਰਹਿਣਾ ਸਭ ਤੋਂ ਵੱਡੀ ਖੁਸ਼ੀ ਹੈ, ਜਿੰਦਾ ਰਹਿਣਾ ਸਭ ਤੋਂ ਵੱਡੀ ਵਧਾਈ ਹੈ, ਔਰ ਜਿੰਦਾ ਰਹਿਣਾ ਹੀ ਸਭ ਤੋਂ ਵੱਡੀ ਰੱਬ ਦਾ, ਅੱਲਾਹ ਦਾ, ਗੋਡ ਦਾ ਤੋਹਫਾ ਹੈ। ਸੋ ਇਸ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਾਂ, ਮੈਨੂੰ ਇੱਕ ਨਾ, ਕਿਉਂਕਿ ਇਹ ਪੰਜਾਬੀ ਦਰਬਾਰ ਹੈ ਔਰ ਅਸੀਂ ਨਾਲ ਨਾਲ ਤੁਹਾਨੂੰ ਪੰਜਾਬ ਦੀ ਸਕਾਫਤ, ਪੰਜਾਬ ਦੇ ਪਿੰਡ ਔਰ ਪੰਜਾਬ ਦੀਆਂ ਜਿਹੜੀਆਂ ਗੱਲਾਂ ਨੇ ਉਹ ਨਾਲ ਨਾਲ ਅਸੀਂ ਦੱਸਦੇ ਰਹਾਂਗੇ। ਤੇ ਮੈਂ ਇੱਕ ਐਸਾ ਸ਼ੇਰ ਹੈ, ਇੱਕ ਐਸਾ ਕਥਾ ਹੈ ਜਿਹੜਾ ਬਹੁਤ ਪੁਰਾਣਾ, ਜਦੋਂ ਸਾਈਕਲਾਂ ਲੱਗਦੀਆਂ ਸਨ, ਜਿਹੜੇ ਸਾਈਕਲ ਚਲਾਉਂਦੇ ਸਨ 4-4 ਦਿਨ, ਤੇ ਉਹ ਜਿਹੜੀ ਕੈਸਟ ਚਲਾਉਂਦੇ ਸਨ, ਉਹਦਾ ਮੈਨੂੰ ਚੇਤਾ ਆਉਂਦਿਆ ਕਿ ਤੁਹਾਡੇ ਚੋਂ ਕਿਸੇ ਨੇ ਨਹੀਂ ਵੇਖਿਆ, ਜਾਂ ਜਿਹੜੇ ਸਾਡੇ ਨਾਲ ਜੁੜੇ ਹੋਏ ਲੋਕ ਸਰੋਤੇ ਨੇ, ਸਾਡੇ ਜਿਹੜੇ ਵੇਖਣ ਦੇ ਨੇ, ਸਾਡੇ ਵਿਊਅਰਸ ਨੇ, ਉਹਨਾਂ ਨੂੰ ਵੀ ਯਾਦ ਕਰਾਉਣਾ ਚਾਹੁੰਦਾ ਕਿ ਇੱਕ ਸ਼ੇਰ ਆਉਂਦਾ ਹੁੰਦਾ ਸੀ ਔਰ ਮੈਨੂੰ ਬੜਾ ਪਸੰਦ ਹੈ ਔਰ ਬੜਾ ਨੇੜੇ ਹੋ ਕੇ ਵੇ, ਔਰ ਕਿਸੇ ਵੱਡੇ ਸ਼ਾਇਰ ਦਾ ਸ਼ੇਰ ਹੈ। ਤੇ ਉਹ ਇਹ ਕਿ ਵੀ ਤੇਰਾ ਨਾਂ ਲੈ ਕੇ ਤੇ ਗੱਲ ਸ਼ੁਰੂ ਕਰ, ਤੇ ਤੇਰੇ ਨਾਂ ਨੂੰ ਹੀ ਸ਼ਰਫਾਂ ਸਾਰੀਆਂ ਨੇ, ਤੇ ਤੇਰੀ ਮੁਸ਼ਕਿਲ ਕੁਸ਼ਾਈ ਤੇ ਮਾਣ ਕਰਕੇ ਤੇ ਪਰਾਂਬਾਜ਼ ਉਡਾਰੀਆਂ ਮਾਰੀਆਂ ਨੇ। ਅੱਜ ਦੇ ਪੰਜਾਬੀ ਦਰਬਾਰ ਦੇ ਵਿੱਚ ਸਾਰੇ ਪ੍ਰਾਹੁਣਿਆਂ ਨੂੰ ਵੀ ਤੇ ਸਾਰੇ ਵੇਖਣ ਵਾਲਿਆਂ ਨੂੰ ਵੀ, ਸਾਰੇ ਸੁਣਨ ਵਾਲਿਆਂ ਨੂੰ ਵੀ ਜਿਹੜਾ ਹੈ ਉਹ ਅਸੀਂ ਬਹੁਤ ਬਹੁਤ ਜਿਹੜਾ ਹੈ ਖੁਸ਼ਾਮਦੀਦ ਆਖਦੇ ਹਾਂ, ਜੀ ਆਇਆਂ ਨੂੰ ਆਖਦੇ ਹਾਂ, ਵੈਲਕਮ ਆਖਦੇ ਹਾਂ। ਔਰ ਪੂਰੇ ਦੁਨੀਆ ਦੇ ਜਿੱਥੇ ਜਿੱਥੇ ਪੰਜਾਬੀ ਸੁਣੀ ਜਾਂਦੀ ਹੈ, ਬੋਲੀ ਜਾਂਦੀ ਹੈ ਔਰ ਲਿਖੀ ਜਾਂਦੀ ਹੈ, ਉਹਨਾਂ ਸਾਰੇ ਜਿਹੜੇ ਸ਼ਾਹ ਸਵਾਰ ਨੇ, ਉਹ ਜਿਹੜੇ ਸਾਰੇ ਸਾਡੇ ਸੂਰਮੇ ਨੇ, ਉਹਨਾਂ ਨੂੰ ਅਸੀਂ ਵਧਾਈਆਂ ਦਿੰਦੇ ਹਾਂ ਔਰ ਉਹਨਾਂ ਨੂੰ ਸਲਾਮ ਪੇਸ਼ ਕਰਦੇ ਹਾਂ ਅੱਜ, ਕਿਉਂ ਜੋ ਉਹਨਾਂ ਦੀ ਵਜ੍ਹਾ ਨਾਲ ਸਾਡੀ ਬੋਲੀ ਜ਼ਿੰਦਾ ਹੈ, ਪੰਜਾਬ ਜ਼ਿੰਦਾ ਹੈ। ਅੱਜ ਉਹਨਾਂ ਹੀ ਸ਼ਾਹ ਸਵਾਰਾਂ ਦੇ ਵਿੱਚੋਂ ਕੁਝ ਜਿਹੜੇ ਵੱਡੇ ਨਾਂ ਨੇ, ਖਾਸ ਤੌਰ ਤੇ ਜਿਹੜੇ ਸਾਡੇ ਮਸੀਹੀ ਵੱਡੇ ਨਾਂ ਨੇ, ਉਹਨਾਂ ਦੇ ਵਿੱਚੋਂ ਕੁਝ ਸਾਡੇ ਜਿਹੜੇ ਜੀ ਨੇ ਉਹ ਸਾਡੇ ਕਾਬੂ ਆਏ ਨੇ, ਸਾਡੀ ਮਤਲਬ ਰਿਕਵੈਸਟ ਤੇ, ਸਾਡੀ ਦਰਖਾਸਤ ਤੇ ਸਾਡੇ ਨਾਲ ਜੁੜੇ ਨੇ। ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਔਰ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ, ਕਿਉਂ ਜੋ ਉਹਨਾਂ ਨੇ ਅੱਜ ਦਾ ਵੇਲਾ ਸਾਡੇ ਲਈ ਕੱਢਿਆ ਔਰ ਸਾਡੇ ਨਾਲ ਜੁੜ ਗਏ। ਤੇ ਮੈਂ ਚਾਹਾਂਗਾ ਕਿ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਾਲ ਨਾਲ ਆਪਣੇ ਬੇਲੀਆਂ ਦਾ ਦੱਸਾਂ ਕਿ ਕਿਹੜੇ ਕਿਹੜੇ ਬੇਲੀ ਨਾਲ ਜੁੜੇ ਨੇ। ਤੇ ਯੂਸਫ ਰਿੰਦ ਸਾਹਿਬ ਨੇ, ਉਹਦੇ ਬਾਅਦ ਸਾਡੇ ਕੋਲ ਜ਼ਾਹਿਰ ਪਾਲਵੀ ਸਾਹਿਬ ਨੇ, ਨਵੀਦ ਅੰਜੁਮ ਸਾਹਿਬ ਨੇ, ਔਰ ਸੈਮਸਨ ਜਾਵੇਦ ਸਾਹਿਬ, ਜਿਹੜੇ ਹੁਣੇ ਆਪਣੇ ਆਪ ਨੂੰ ਕਹਿੰਦੇ ਸਨ ਮੇਰੀ ਪੰਜਾਬੀ ਮਾੜੀ ਹੈ, ਉਹਨਾਂ ਦੀ ਪੰਜਾਬੀ ਸਾਡੇ ਸਾਰਿਆਂ ਨਾਲੋਂ ਚੰਗੀ ਹੈ। ਸੋ ਮੈਂ ਸਭ ਤੋਂ ਪਹਿਲਾਂ ਚਾਹਾਂਗਾ ਕਿ ਯੂਸਫ ਰਿੰਦ ਸਾਹਿਬ ਜਿਹੜੇ ਨੇ, ਪਹਿਲਾਂ ਤਾਂ ਯੂਸਫ ਭਾਈ ਬਹੁਤ ਬਹੁਤ ਧੰਨਵਾਦ ਹੈ, ਕਿਉਂ ਜੋ ਤੁਸੀਂ ਅੱਜ ਦਾ ਸਾਡਾ ਜਿਹੜਾ ਨਿਯੋਤਾ ਹੈ ਉਹਨੂੰ ਕਬੂਲ ਕੀਤਾ ਹੈ ਔਰ ਤੁਸੀਂ ਸਾਡੇ ਨਾਲ ਜੁੜੇ ਹੋ। ਆਪਣੇ ਬਾਰੇ ਦੱਸੋ, ਆਪਣੀ ਸ਼ਾਇਰੀ ਦੇ ਬਾਰੇ ਦੱਸੋ, ਤੇ ਕੋਈ ਜਿਹੜੇ ਆਪਣੀ ਸ਼ਾਇਰੀ ਦੇ 2-4 ਨੁਸਖੇ ਨੇ ਉਹ ਤੇ ਜ਼ਰਾ ਸਾਨੂੰ ਤੇ ਸਾਡੇ ਵੇਖਣ ਵਾਲਿਆਂ ਨੂੰ ਸੁਣਾਓ ਜ਼ਰਾ। ਸਰ, ਸਾਡਾ ਜਿਹੜਾ ਅਬਾਈ ਪਿੰਡ ਹੈ, ਫੈਸਲਾਬਾਦ ਡਿਸਟ੍ਰਿਕਟ, ਫੈਸਲਾਬਾਦ ਸਤਿਆਣੇ ਰੋਡ ਦੇ ਉੱਤੇ, ਗਦਰ ਤੋਂ ਪਹਿਲਾਂ ਉਹਦਾ ਨਾਂ ਜਿਹੜਾ ਸੀ ਉਹ ਫੌਜਪੁਰਾ ਸੀ, ਲੇਕਿਨ ਹੁਣ ਉਹ 84 ਦੇ ਨਾਂ ਤੋਂ ਵੱਜਦਾ ਹੈਗਾ, 84 ਦੇ ਨਾਂ ਤੋਂ, 84 ਦਾ ਨਾਂ। ਤੇ 84 ਨੂੰ 2-4 ਪਿੰਡ ਤੇ ਜਿਹੜਾ ਕਸਬਾ ਲੱਗਦਾ ਉਹ ਡਚਕੋਟ ਲੱਗਦਾ, ਸਮੁੰਦਰੀ ਲੱਗਦੀ ਹੈ, ਤੇ ਜਿਹੜੇ ਪਿੰਡ ਨੇ ਉਹ 84 ਬਲਾਕੀ, ਮਾਨਪੁਰ, ਗਰਾਲਾ, ਜਗਤਪੁਰ, ਜਿਹੜੇ ਲਾਗੇ ਲਾਗੇ ਦੇ ਪਿੰਡ ਹੈਗੇ ਨੇ ਉਹ ਲੱਗਦਾ। ਮੇਰੇ ਵਾਲਿਦ ਸਾਹਿਬ, ਮੇਰੇ ਦਾਦੇ ਪੜਦਾਦੇ ਸਾਰੇ ਉਸੇ ਪਿੰਡ ਦੇ ਨੇ, ਤੇ ਅਸੀਂ ਵੀ ਉੱਥੇ ਹੀ ਪੈਦਾ ਹੋਏ ਸਾਂ। ਲੇਕਿਨ ਕੁਛ ਕਹਿ ਲਓ ਸਾਡੀਆਂ ਮਜਬੂਰੀਆਂ ਕਹਿ ਲਓ ਜਾਂ ਹੋਰ ਸਾਡੀਆਂ ਜ਼ਰੂਰਤਾਂ ਵੀ ਕਹਿ ਸਕਦੇ ਹੋ, ਅਸੀਂ ਫਿਰ ਖੁਸ਼ਪੁਰ ਜਿਹੜੇ ਨਾ ਆ ਗਏ, ਕਿਉਂਕਿ ਉੱਥੇ ਸਕੂਲ ਹੈ ਸੀ, ਲੇਕਿਨ 5ਵੀਂ ਦਾ ਸਕੂਲ ਸੀ 84 ਚੱਕ ਦੇ ਵਿੱਚ, ਲੇਕਿਨ ਸਾਡੇ ਵੱਲ ਸਾਨੂੰ ਦਾਦਾ ਸਾਡਾ ਖੁਸ਼ਪੁਰ ਜਿਹੜਾ ਚੱਕ ਨੰਬਰ 51 ਗਾਬੇ ਹੈਗਾ, ਉੱਥੇ 10ਵੀਂ ਦਾ ਸਕੂਲ ਸੀ ਤੇ ਸਾਨੂੰ ਉੱਥੇ ਲੈ ਆਏ। ਅਸੀਂ ਆਪਣਾ ਮਾਲ ਡੰਗਰ ਬਿਸਤਰ ਬੋਰੀਆ ਚੁੱਕਿਆ ਤੇ ਅਸੀਂ ਉੱਥੇ ਆ ਗਏ ਸਾਰੇ, ਠੀਕ ਹੈ। ਬਾਕੀ
ਤੀ ਜਿਹੜੀ ਸਾਡੀ ਪੜ੍ਹਾਈ 10ਵੀਂ ਤੱਕ ਉੱਥੇ ਹੀ ਕੀਤੀ, ਉੱਥੇ ਰਹਿਣ ਸਹਿਣ। ਸਾਡੀ ਵਾਈ ਜੋਤੀ ਵੀ ਸਾਡੀ ਉੱਥੇ ਹੀ ਹੈ, ਕਿਉਂਕਿ ਮੇਰੇ ਦਾਦੇ ਨੂੰ ਜਿਹੜੀ ਜ਼ਮੀਨ ਮਿਲੀ ਸੀ ਜੰਗੇ ਅਜ਼ੀਮ ਦੂਸਰੀ ਦੇ ਵਿੱਚ, ਉਹ ਜ਼ਮੀਨ ਅਸੀਂ ਖੁਸ਼ਪੁਰ ਆਣ ਕੇ ਪਵਾ ਲਈ, ਤੇ ਫਿਰ ਉੱਥੇ ਹੀ ਆਪਣਾ ਵੱਡੇ ਵੀ ਉੱਥੇ ਹੋਏ, ਬਚਪਨ ਵੀ ਉੱਥੇ ਹੀ ਗੁਜ਼ਾਰਿਆ, ਛੋਟੇ ਛੋਟੇ ਸਾਂ ਅਸੀਂ ਉੱਥੇ ਆ ਗਏ ਸਾਂ। ਉਹਦੇ ਬਾਅਦ ਉੱਥੋਂ ਮੈਟ੍ਰਿਕ ਕੀਤੀ, ਫਿਰ ਇਸਲਾਮੀਆ ਕਾਲਜ ਤੋਂ BA ਕੀਤਾ। ਉਹਦੇ ਬਾਅਦ ਫਿਰ ਮੈਂ ਸੈਮਨਰੀ ਚਲਾ ਗਿਆ, ਸੈਮਨਰੀ ਤੋਂ ਵਾਪਸ ਆ ਮੁਕਤਸਰ ਜਿਹਾ ਤੇ ਸੇਂਟ ਮੈਰੀ ਹਾਈ ਸਕੂਲ ਲਾਹੌਰ 'ਚ ਆਣ ਕੇ ਪੜ੍ਹਾਉਣਾ ਸ਼ੁਰੂ ਕੀਤਾ। ਉੱਥੋਂ ਕੁਛ ਅਰਸਾ ਪੜ੍ਹਾਇਆ, ਬਹੁਤਾ ਦੇਰ ਨਹੀਂ। ਉਹਦੇ ਬਾਅਦ ਕੋਟਲਾ ਲਖਪਤ ਇਮਤਾਜ਼ ਪਬਲਿਕ ਹਾਈ ਸਕੂਲ ਹੈਗਾ, ਬੱਟ ਸਾਹਿਬ ਦਾ ਤੁਹਾਨੂੰ ਪਤਾ ਹੀ ਹੋਏਗਾ, ਕੋਟਲਾ ਲਖਪਤ, ਉੱਥੇ 2 ਸਾਲ ਪੜ੍ਹਾਇਆ। ਉਹਦੇ ਬਾਅਦ ਮੈਂ 89 'ਚ ਫਿਰ ਇਟਲੀ ਵਿੱਚ ਆ ਗਿਆ ਸਾਂ। ਬਸ ਬਾਕੀ ਜਿਹੜੀਆਂ ਕਿੱਥੇ ਲਾਏ ਨੇ ਤੇ ਕੀ ਕਰਦੇ ਹੋ ਤੇ ਕੀ ਤੁਹਾਡੇ ਸ਼ੁਗਲ ਨੇ? ਹੁਣ ਮੈਂ ਕੁਛ ਨਹੀਂ ਕਰਦਾ। ਤੇ ਅੱਜ ਕੱਲ ਦੱਸੋ ਹੁਣ ਮੈਂ ਪੰਜਾਬੀ ਦੀ ਸੇਵਾ 'ਚ ਜੋ ਕੁਛ ਵੀ ਹੋ ਸਕਦਾ ਉਹਦੇ ਲਈ ਮੈਂ ਕਰ ਰਿਹਾ, ਔਰ ਬਹੁਤਾ ਕੰਮ ਲਿਖਾਣ ਦਾ ਹੈਗਾ। ਬਾਕੀ ਬਾਲ ਬੱਚਾ ਪਾਲਣ ਲਈ ਕੁਛ ਨਾ ਕੁਛ ਤਾਂ ਕਰਨਾ ਹੀ ਪੈਂਦਾ, ਤੇ ਬਾਲ ਬੱਚਾ ਪਾਲ ਰਿਹਾ, ਠੀਕ ਹੈ। ਜੋ ਤੁਸੀਂ ਲਿਖਦੇ ਹੋ, ਜੋ ਕੁਝ ਤੁਸੀਂ ਆਪਣਾ ਓਲੇ ਕਰਕੇ ਲਿਖਦੇ ਹੋ, ਭਲਾ ਸਾਡੀ ਝੋਲੀ ਵੀ ਥੋੜਾ ਜਿਹਾ ਪਾਓ, ਭਲਾ ਸਾਨੂੰ ਪਤਾ ਲੱਗੇ ਵੀ ਅੱਜ ਕੱਲ ਕਿਹੜੀਆਂ ਮਤਲਬ ਮਿੱਠੀਆਂ ਫੁੱਲੜੀਆਂ ਨੇ ਜਿਹੜੀਆਂ ਤੁਸੀਂ ਆਪਣੀ ਸ਼ਾਇਰੀ ਦੇ ਥਰੂ ਔਰ ਆਪਣੇ ਕੰਮ ਦੇ ਥਰੂ ਗੱਲਾਂ ਕਰਦੇ ਹੋ। ਕਿਤਾਬ ਮੈਂ ਲਾਹੌਰ ਤੇ ਕੋਈ ਇੰਨਾ ਨਹੀਂ ਸੀ, ਪੰਜਾਬੀ ਅਦਬੀ ਸੰਗਤ 'ਚ ਜਾਂਦੇ ਸਾਂ। ਤੋਂ ਮੁਸ਼ਤਾਕ ਕਮਲ ਉੱਥੇ ਜਨਰਲ ਸੈਕਟਰੀ ਹੁੰਦਾ ਸੀ, ਹੋਰ ਸਨ ਚੰਦ ਇੱਕ ਲੋਕੀ, ਲੇਕਿਨ ਕਿ ਇੰਨਾ ਕੋਈ ਫੁਰਸਤ ਵੀ ਨਹੀਂ ਸੀ, ਸ਼ਾਇਦ ਟੀਚਰਾਂ ਨੂੰ ਬਹੁਤ ਫੁਰਸਤ ਘੱਟ ਹੁੰਦੀ ਹੈ। ਉਹ ਵਿਚਾਰੇ ਸਵੇਰੇ ਸਕੂਲੇ ਹੁੰਦੇ, ਮੁੜ ਕੇ ਟਿਊਸ਼ਨਾਂ ਨੂੰ ਤੁਰ ਪੈਂਦੇ, ਉਹ ਰਾਤ ਦੇ 12 ਹੀ ਵੱਜ ਜਾਂਦੇ ਨੇ। ਤੇ ਕਿਤਾਬਾਂ ਪੜ੍ਹਨ ਦਾ ਵੀ ਕੋਈ ਸ਼ੌਕ ਨਹੀਂ ਸੀ, ਅਗਰ ਹੈ ਵੀ ਸੀ ਤੇ ਕਿਤਾਬਾਂ ਲੈਣ ਜੋਗੇ ਪੈਸੇ ਨਹੀਂ ਸੀ ਇੰਨੇ ਹੁੰਦੇ, ਤੇ ਬਸ ਏਡਾ ਕੋਈ ਮਸਲਾ ਨਹੀਂ ਸੀ ਹੁੰਦਾ। ਉਹ ਫਿਰ ਜਦੋਂ ਇਟਲੀ ਆ ਗਏ ਤੇ ਫਿਰ ਕਿ ਆਣ ਕੇ ਪੰਜਾਬੀ 'ਚ ਮੈਂ ਲਿਖਦਾ ਤਾਂ ਹੈ ਹੀ ਸਾਂ, ਲੇਕਿਨ ਬਹੁਤ ਥੋੜਾ ਲਿਖਿਆ। ਉਹ ਫਿਰ ਨਕੀਬ 'ਚ ਗਏ ਤੇ ਜਾਂ ਇਮਰੋਜ਼ 'ਚ 1-2 ਚੀਜ਼ ਛਪੀ ਸੀ, ਮੈਨੂੰ ਯਾਦ ਹੈ। ਤੇ ਲੇਕਿਨ ਨਕੀਬ 'ਚ ਕਈ ਚੀਜ਼ਾਂ ਛਪੀਆਂ, ਲੇਕਿਨ ਇਹ ਕਿ ਪੰਜਾਬੀ ਜ਼ਬਾਨ ਨਾਲ ਤੇ ਜੁੜੇ ਹੋਏ ਸਾਂ, ਕਿਉਂਕਿ ਜ਼ਾਹਿਰੀ ਗੱਲ ਸੀ ਸਾਡੇ ਮਾਂ ਪਿਓ ਪੰਜਾਬੀ ਸਨ, ਤੇ ਇਸ ਕਰਕੇ ਅਸੀਂ ਸ਼ੁਰੂ ਤੋਂ ਹੀ ਆਪਣੇ ਘਰ ਵਿੱਚ ਪੰਜਾਬੀ ਬੋਲਦੇ ਸਾਂ। ਸਕੂਲਾਂ 'ਚ ਆਣ ਕੇ ਉਰਦੂ ਥੋੜੀ ਬਹੁਤੀ ਉੱਥੇ ਵੀ ਨਹੀਂ ਸੀ ਬੋਲਦੇ, ਉਰਦੂ ਪੜ੍ਹਦੇ ਜ਼ਰੂਰ ਸਾਂ, ਲੇਕਿਨ ਸਾਡੇ ਸਕੂਲ 'ਚ ਪੰਜਾਬੀ ਹੀ ਲੋਕੀ ਆਪਸ 'ਚ ਮੁੰਡੇ ਬੋਲਦੇ ਬਾਲਦੇ ਸੀ। ਪੰਜਾਬੀ ਲਿਖਦੇ ਹੋ, ਸ਼ਾਇਰੀ ਲਿਖਦੇ ਹੋ ਜਾਂ ਨਸਰ ਲਿਖਦੇ ਹੋ, ਤੇ ਸ਼ਾਇਰੀ ਦਾ ਅਗਰ ਕੋਈ ਨੁਸਖਾ ਜਾਂ ਕੋਈ ਹਿੱਸਾ ਜਾਂ ਕੋਈ ਟੋਟਾ ਜਾਂ ਕੋਈ ਨਜ਼ਮ ਜਾਂ ਕੋਈ ਗਜ਼ਲ ਯਾਦ ਹੋਏ ਤੇ ਜ਼ਰਾ ਆ ਫਰਮਾਓ। ਸਰ ਜ਼ਰੂਰ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਸਰ, ਕਿ ਇੱਕ ਗਜ਼ਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਸਰ। ਅਰਜ਼ ਕਿ ਜੀਵਨ ਤੋਂ ਬੇਜ਼ਾਰ ਪਈ ਏ, ਜੀਵਨ ਤੋਂ ਬੇਜ਼ਾਰ ਪਈ ਏ, ਬਸਤੀ ਖੱਜਲ ਖਾਰ ਪਈ ਏ। ਜੀਵਨ ਤੋਂ ਬੇਜ਼ਾਰ ਪਈ ਏ, ਬਸਤੀ ਖੱਜਲ ਖਾਰ ਪਈ ਏ, ਬਸਤੀ ਖੱਜਲ ਖਾਰ ਪਈ ਏ। ਤੇ ਯਾਰ ਸ਼ੇਰ ਇੱਕ ਸ਼ੇਰ ਸੁਣਨ ਵਾਲਾ ਕਿ ਕਬਰਾਂ ਤੀਕ ਵੀ ਜਾਣ ਨਹੀਂ ਹੁੰਦਾ, ਕਬਰਾਂ ਤੀਕ ਵੀ ਜਾਣ ਨਹੀਂ ਹੁੰਦਾ, ਮੁਰਸ਼ਦ ਲਾਸ਼ ਬਾਜ਼ਾਰ ਪਈ ਏ। ਕਬਰਾਂ ਤੀਕ ਵੀ ਜਾਣ ਨਹੀਂ ਹੁੰਦਾ, ਮੁਰਸ਼ਦ ਲਾਸ਼ ਬਾਜ਼ਾਰ ਪਈ ਏ। ਤੇ ਸ਼ੇਰ ਅਰਜ਼ ਸਾ ਕਿ ਕੁਝ ਤੇ ਮਾਸ ਸਮੇਂ ਨੇ ਖਾਧਾ, ਕੁਝ ਤੇ ਮਾਸ ਸਮੇਂ ਨੇ ਖਾਧਾ ਹੈ, ਕੁਝ ਤੇ ਮਾਸ ਸਮੇਂ ਨੇ ਖਾਧਾ, ਕੁਝ ਇੱਲਾਂ ਦੀ ਡਾਰ ਪਈ ਏ। ਕੁਝ ਤੇ ਮਾਸ ਸਮੇਂ ਨੇ ਖਾਧਾ ਤੇ ਕੁਝ ਇੱਲਾਂ ਦੀ ਡਾਰ ਪਈ ਏ। ਤੇ ਜਿੱਥੇ ਆਣ ਖਲੋਤਾ ਮੈਂ, ਜਿੱਥੇ ਆਣ ਖਲੋਤਾ ਮੈਂ, ਸ਼ੀਸ਼ੇ ਦੀ ਦੀਵਾਰ ਪਈ ਏ। ਜਿੱਥੇ ਆਣ ਖਲੋਤਾ ਮੈਂ, ਸ਼ੀਸ਼ੇ ਦੀ ਦੀਵਾਰ ਪਈ ਏ। ਤੇ ਇੱਕ ਸ਼ੇਰ ਬੜਾ ਅੱਛਾ ਜਿਹੜਾ ਮੈਨੂੰ ਪਸੰਦ ਵੀ, ਕਿ ਪਿੱਛੇ ਵੀ ਇੱਕ ਵਾਰ ਪਈ ਸੀ, ਪਿੱਛੇ ਵੀ ਇੱਕ ਵਾਰ ਪਈ ਸੀ, ਅੱਗੇ ਵੀ ਇੱਕ ਵਾਰ ਪਈ ਏ। ਅੱਛਾ, ਪਿੱਛੇ ਵੀ ਇੱਕ ਵਾਰ ਪਈ ਸੀ ਤੇ ਪਿੱਛੇ ਵੀ ਇੱਕ ਵਾਰ ਪਈ ਏ। ਤੇ ਕਿੰਨੇ ਵੇਲਾ ਖੋਬਾ ਕੀਤਾ,
ਕਿੰਨੇ ਵੇਲਾ ਕਿੰਨੇ ਵੇਲਾ ਖੋਬਾ ਕੀਤਾ ਪੈਰਾਂ ਦੀ ਲਲਕਾਰ ਪਈ ਏ। ਕਿੰਨੇ ਵੇਲਾ ਖੋਬਾ ਕੀਤਾ ਪੈਰਾਂ ਦੀ ਲਲਕਾਰ ਪਈ ਏ। ਤੇ ਆਖਰੀ ਸ਼ੇਰ ਸਰ ਕਿ ਬਾਗਾਂ ਦੇ ਵੀ ਆਪਣੇ ਦੁੱਖ ਨੇ। ਹਾਂ ਬਾਗਾਂ ਦੇ ਵੀ ਆਪਣੇ ਦੁੱਖ ਨੇ ਮੌਸਮ ਦੀ ਫਟਕਾਰ ਪਈ ਏ। ਬਹੁਤ ਬਾਗਾਂ ਦੇ ਵੀ ਆਪਣੇ ਦੁੱਖ ਨੇ ਮੌਸਮ ਦੀ ਫਟਕਾਰ ਪਈ ਏ। ਤੇ ਕਬਰਾਂ ਤੀਕ ਵੀ ਜਾਣ ਨਹੀਂ ਹੁੰਦਾ ਮੁਰਸ਼ਦ ਲਾਸ਼ ਬਾਜ਼ਾਰ ਪਈ ਏ। ਬਹੁਤ ਸ਼ੁਕਰੀਆ ਯੂਸਫ। ਇਹ ਨਾਜ਼ਰੀਨ ਨੂੰ ਵੀ ਮੈਂ ਨਾਲ ਲੈ ਲਵਾਂ। ਮੈਂ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਯੂਸਫ ਪ੍ਰਿੰਸ ਸਾਹਿਬ ਦੀ ਇਹ ਵਾਲਾ ਜਿਹੜਾ ਟੋਟਾ ਹੈ ਇਹ ਮੌਜੂਦਾ ਜਿਹੜਾ ਉਹ ਯੂਰਪ 'ਚ ਰਹਿੰਦੇ ਨੇ। ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਵੀ ਸ਼ੀਸ਼ੇ ਦੀ ਦੀਵਾਰ ਪਈ ਹੈ ਜਿੱਥੇ ਰਹਿ ਰਹੇ ਨੇ ਉੱਥੇ ਹਰ ਇੱਕ ਚੀਜ਼ ਜਿਹੜੀ ਉਹ ਬਹੁਤ ਜਿਹੜੀ ਹੈ ਉਹ ਇੱਕ ਆਰਟੀਫਿਸ਼ਲ ਹੈ। ਤੇ ਉਹ ਕਿਉਂਕਿ ਉੱਥੇ ਰਹਿੰਦੇ ਨੇ ਔਰ ਉਹਨਾਂ ਦੇ ਅੰਦਰ ਦਾ ਪੰਜਾਬੀ ਜਿਹੜਾ ਹੈ ਉਹ ਕਿਉਂਕਿ ਆਪਣੇ ਪਿੰਡ 'ਚ ਜਿਉਂਦਾ ਪਿਆ ਹੈ। ਤੇ ਇਸ ਕਰਕੇ ਉਹਨਾਂ ਦਾ ਉਹ ਵਾਲਾ ਸ਼ੇਰ ਕਿ ਕਬਰਾਂ ਤੀਕ ਵੀ ਜਾਣਨਾ ਹੀ ਹੁੰਦਾ ਮੁਰਸ਼ਦ ਲਾਸ਼ ਬਾਜ਼ਾਰ ਪਈ ਹੈ। ਉਹ ਮਤਲਬ ਕਿ ਉਹ ਕਿ ਬੁੱਤ ਮੇਰਾ ਇੱਥੇ ਪਿਆ ਤੇ ਰੂਹ ਸੱਜਣਾ ਦੇ ਡੇਰੇ ਤੇ, ਉਹ ਵਾਲੀ ਕਹਾਣੀ ਹੈ। ਸੋ ਯੂਸਫ ਭਾਈ ਤੁਹਾਡੇ ਵੱਲ ਦੁਬਾਰਾ ਆਉਂਦੇ ਹਾਂ। ਸਾਡੇ ਕੋਲ ਇਸ ਵਕਤ ਸਾਡੇ ਨਾਲ ਇੱਕ ਹੋਰ ਬਹੁਤ ਵੱਡਾ ਨਾਂ ਔਰ ਬੜਾ ਜਾਣਿਆ ਪਛਾਣਿਆ ਨਾਂ ਨੇ ਪੰਜਾਬ ਔਰ ਪੰਜਾਬੀਆਂ ਦਾ ਮਾਣ ਨੇ ਜਨਾਬ ਨਵੀਦ ਅੰਜੁਮ ਸਾਹਿਬ ਜੀ। ਪਹਿਲਾਂ ਆਪਣੇ ਬਾਰੇ ਕੁਝ ਦੱਸੋ ਤੇ ਫਿਰ ਸਾਨੂੰ ਕੁਝ ਦੱਸੋ ਜੀ। ਮੇਰਾ ਨਜ਼ਮ ਦਾ ਮੇਰੀ ਦਾ ਇੱਕ ਸ਼ੇਰ ਹੈ ਕਿ ਕਿੱਸਾ ਕੀ ਅੱਖਾਂ ਦਾ ਰੌਲਾ ਕੀ ਸਾਵਾਂ ਦਾ, ਰੌਲਾ ਕੀ ਸਾਵਾਂ ਦਾ, ਮੈਂ ਸਭ ਕੁਝ ਦੱਸ ਕੇ ਜਾਵਾਂਗਾ, ਮੈਂ ਸਭ ਕੁਝ ਦੱਸ ਕੇ ਜਾਵਾਂਗਾ। ਤੇ ਉਹੀ ਗੱਲ ਹੈ ਕਿ ਗੱਲ ਤੋਰੀ ਪਈ ਏ ਤੇ ਜ਼ਾਹਿਰ ਹੁਣ ਤੁਹਾਡੇ ਨਾਲ ਸਾਂਝੀ ਵੀ ਕਰਾਂਗੇ। ਤੇ ਗੱਲ ਐਵੇਂ ਹੈ ਕਿ ਮੈਂ ਸ਼ੁਰੂ ਤੋਂ ਹੀ ਲਾਹੌਰ ਦਾ ਜੰਮਪਲ ਹਾਂ ਤੇ ਜਿਹੜੇ ਸਾਡੇ ਪੁਰਖਾਂ ਦਾ ਪਿੰਡ ਏ ਉਹ ਬਿਲਕੁਲ ਲਾਹੌਰ ਦੇ ਵਿੱਚ ਹੀ ਕਾਨੇ ਦੇ ਨਾਲ ਸਜਾਦਾ ਸਾਡਾ ਪਿੰਡ ਸੀ। ਤੇ ਉਸ ਤੋਂ ਬਾਅਦ ਫਿਰ ਲਾਹੌਰ ਅਸੀਂ ਸ਼ਹਿਰ ਦੇ ਵਿੱਚ ਇੱਥੇ ਵਾਲਟਨ ਕੈਂਟ ਅਸੀਂ ਹੋ ਗਏ ਸ਼ਿਫਟ। ਬਾਕੀ ਲਾਈਫ ਫਿਰ ਉੱਥੇ ਗੁਜ਼ਾਰੀ। ਤੇ ਤਲੀਮ ਦਾ ਹੈ ਕਿ ਮੈਟ੍ਰਿਕ ਤੱਕ ਅਸੀਂ ਸੈਂਟ ਪਾਲ ਹਾਈ ਸਕੂਲ ਸਾਡੇ ਉੱਥੇ ਸੀ ਵਾਲਟਨ ਏਰੀਏ 'ਚ, ਉੱਥੋਂ ਪਾਸ ਕੀਤੀ। ਤੇ ਇੱਥੇ ਦਿਆਲ ਸਿੰਘ ਕਾਲਜ ਤੋਂ। ਤੇ ਮੇਰਾ ਪੰਜਾਬੀ ਵੱਲ ਆਉਣ ਦਾ ਜਿਹੜਾ ਹੈ ਸੀ ਚਟਕ, ਇਹ ਸਮਝੋ ਕਿ ਜਮਾਂਦਰੂ ਕਹਿ ਲਓ। ਨਿੱਕੀਆਂ ਹੁੰਦਿਆਂ ਹੀ ਦਾਦੀ ਦਾਦੇ ਦੀ ਗੋਦੀ 'ਚੋਂ ਸਾਰਾ ਕੁਛ ਕਾਫੀ ਚੀਜ਼ਾਂ ਸਿੱਖੀਆਂ। ਤੇ ਹਾਦਸਾਤੀ ਤੌਰ ਤੇ 82 'ਚ ਜਦੋਂ ਇੰਡੀਆ ਟਰੈਵਲ ਕੀਤਾ ਤੇ ਉੱਥੇ ਉਸ ਚੀਜ਼ ਨੂੰ ਹੋਰ ਇੱਕ ਚੀਜ਼ ਹੋਰ ਪੱਕੀ ਹੋ ਗਈ ਕਿ ਉੱਥੇ ਉਸ ਵਕਤ ਟਰੈਵਲਿੰਗ ਦਾ ਨਿਜ਼ਾਮ ਨਹੀਂ ਸੀ ਉੱਧਰ ਕੋਈ ਠੀਕ, ਜਿਹੜੇ ਪਿੰਡਾਂ 'ਚ ਅਸੀਂ ਰਿਸ਼ਤੇਦਾਰਾਂ ਵੱਲ ਮਿਲਣ ਗਏ ਸਾਂ। ਤੇ ਉਹਦੀ ਵਜ੍ਹਾ ਨਾਲ ਉਹਨਾਂ ਫਿਰ ਇੱਕ ਜਗ੍ਹਾ ਤੇ ਬੱਚਿਆਂ ਨੂੰ ਠਹਿਰਾਇਆ। ਮੇਰੀ ਉਮਰ ਕੋ ਉਦੋਂ ਹੈ 10-11 ਸਾਲ। ਤੇ ਮੈਨੂੰ ਯਾਨੀ ਕਿ ਸਕੂਲ ਵਿੱਚ ਦਾਖਲ ਕਰਾਤਾ। ਉਹ ਸਾਡੇ ਕਜ਼ਨਾਂ ਦੇ ਬੱਚੇ ਜਾਂਦੇ ਸੀ ਤੇ ਤਾਇਆ ਚਾਚਿਆਂ ਦੇ, ਤੇ ਮੈਂ ਵੀ ਉਹਨਾਂ ਨਾਲ ਚਲੇ ਜਾਣਾ। ਤੇ ਉੱਥੋਂ ਫਿਰ ਮੈਂ ਗੁਰਮੁਖੀ ਜਿਹੜੀ ਅਸਲ ਜਿਹੜੀ ਹੈ ਪੰਜਾਬੀ ਦਾ ਤੱਥ ਹੈ, ਜਿਹੜੀ ਲਿਪੀ ਹੈ, ਉਦੋਂ ਮੈਂ ਬਿਲਕੁਲ ਸਿੱਖ ਕੇ ਫਿਰ ਉਸ ਤੋਂ ਬਾਅਦ ਉਹਦੇ 'ਚ ਕਾਫੀ ਮੈਂ ਟ੍ਰੇਨਿੰਗ ਹਾਸਲ ਕੀਤੀ। ਫਿਰ ਹੁਣ ਤੱਕ ਮੈਂ ਗੁਰਮੁਖੀ 'ਚ ਕਾਫੀ ਕਹਾਣੀਆਂ ਵੀ ਉਲੱਥੇ ਕਰ ਚੁੱਕਿਆ। ਤੇ ਇਸੇ ਤਰ੍ਹਾਂ ਅੱਗੇ ਜ਼ਿੰਦਗੀ ਵੱਧਦੀ ਰਹੀ ਤੇ ਕੁਝ ਫਿਰ ਵੇਲੇ ਨੇ ਪਲਟਾ ਖਾਧਾ। 1998 ਵਿੱਚ ਸ਼ਾਦੀ ਵੀ ਹੋ ਗਈ, ਬੱਚੇ ਪੈਦਾ ਹੋ ਗਏ। ਕੁਝ ਕਬੀਲਦਾਰੀ ਦੇ ਵਿੱਚ ਵੀ ਜ਼ਿਆਦਾ ਅਸੀਂ ਰੁੱਝ ਗਏ। ਲੇਕਿਨ ਇਹ ਚੀਜ਼ਾਂ ਜਿਹੜੀ ਹੈ ਸੀ ਪੜ੍ਹਨ ਦੀ ਚਟਕ, ਕਿਤਾਬਾਂ ਪੜ੍ਹਨ ਦੀ, ਬਲਕਿ ਪੰਜਾਬੀ ਕਿਤਾਬਾਂ ਪੜ੍ਹਨ ਦੀ ਮੈਨੂੰ ਬਹੁਤ ਜ਼ਿਆਦਾ। ਤੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਉਸ ਤੋਂ ਬਾਅਦ ਫਿਰ ਮੈਂ ਪੰਜਾਬੀ ਲਿਟਰੇਚਰ ਜ਼ਿਆਦਾ ਪੜ੍ਹਿਆ। ਫਿਰ ਉਹਦੇ ਵਿੱਚ ਤਰੱਕੀ ਕਰਦਾ ਗਿਆ, ਕਾਫੀ ਲਿਟਰੇਚਰ ਪੜ੍ਹਦਾ ਪਈ। ਸ਼ੁਰੂ ਤੋਂ ਸ਼ਾਇਰੀ ਦੀ ਚਟਕ ਲੱਗੀ ਤੇ 2010 ਵਿੱਚ ਲਾਹੌਰ ਦੇ ਜਦੋਂ ਅਦਬੀ ਹਲਕਿਆਂ 'ਚ ਫਿਰ ਮੈਂ ਪੈਰ ਰੱਖਿਆ ਤੇ ਕਾਫੀ ਹੱਦ ਤੱਕ ਮੈਂ ਯਾਨੀ ਕਿ ਘਰੋਂ ਹੀ ਟ੍ਰੇਨਿੰਗ ਲੈ ਕੇ ਗਿਆ ਸਾਂ। ਇੱਥੋਂ ਤੱਕ ਟ੍ਰੇਨਿੰਗ ਕਿ ਅੱਜ ਪੰਜਾਬੀ ਸੰਗਤ ਪਾਕਿਸਤਾਨ ਜਿਹੜੀ ਲਾਹੌਰ ਦੀ ਸਭ ਤੋਂ ਵੱਡੀ ਇਸ ਟਾਈਮ ਯਾਨੀ ਕਿ ਇੱਕ ਹੱਬ ਹੈ ਪੰਜਾਬੀ ਸੰਗਤ ਪਾਕਿਸਤਾਨ।
ਮੈਂ ਉਹਦਾ ਬਾਨੀ ਮੈਂਬਰ ਵੀ ਰਿਹਾ, ਕਿਉਂਕਿ ਉਹ ਅਦਬੀ ਸੰਗਤ ਚੋਂ ਅਸੀਂ ਅਲੱਗਾ ਹੋ ਕੇ ਤੇ ਪੰਜਾਬੀ ਸੰਗਤ ਪਾਕਿਸਤਾਨ ਬਣਾਈ ਸੀ, ਤੇ ਉਹਦੇ ਮੈਂ ਬਾਨੀ ਮੈਂਬਰਾਂ ਚ ਵੀ ਹਾਂ। ਮੈਂ ਉਹਦਾ ਬਾਨੀ ਮੈਂਬਰ ਅਸੀਂ ਫਿਰ ਬਣਾਈ। ਅੱਜ 14 ਸਾਲ ਹੋ ਗਏ ਨੇ ਉਹ ਸੰਗਤ ਨੂੰ ਵੀ ਚੱਲਦੇ ਆ। ਉਹਦੇ ਹਰ ਸਾਲ ਇਲੈਕਸ਼ਨ ਇਹ ਤੇ ਸਾਰਾ ਸੀ ਇਹ ਮੇਰੇ ਦੱਸਣ ਦਾ। 2013 ਚ ਪਹਿਲੀ ਬੁੱਕ ਛਾਇਆ ਹੋਈ ਸਟੋਰੀ ਦੀ। ਉਹਦੀ ਵਜ੍ਹਾ ਇਹ ਸੀ ਕਿ ਮੇਰੇ ਜਿਹੜਾ ਉਸਤਾਦ ਸੀ ਇਕਬਾਲ ਕੈਸਰ, ਉਹਨਾਂ ਕਿਹਾ ਕਿ ਯਾਰ ਸ਼ਾਇਰੀ ਤੇ ਸਾਰੇ ਕਰ ਰਹੇ ਨੇ, ਤੇ ਸ਼ਾਇਰੀ ਤੂੰ ਕਰੇਂਗਾ ਵੀ ਤੇ ਜ਼ਿੰਦਗੀ ਚ ਅੱਛੀ ਕਰੇਂਗਾ। ਤੇ ਨਸਰ ਵੱਲਿਆ, ਤੇ ਮੈਂ ਫਿਰ ਉਹਨਾਂ ਦੀ ਗੱਲ ਨਹੀਂ ਮੋੜੀ। ਮੈਂ ਫਿਰ ਕਿਉਂਕਿ ਨਸਰ ਤੇ ਪਹਿਲੇ ਕਿਉਂਕਿ ਮੇਰੀ ਸ਼ਾਇਰੀ ਚ ਨਸਰ ਕਾਫੀ ਝਲਕਦੀ ਸੀ, ਉਹਦੀ ਸਾਰੀ ਮੰਜ਼ਰ ਨਿਗਾਰੀ ਜੋ ਵੀ ਮੈਂ ਉਹਦੇ ਵਿੱਚ ਉਲੀਕਦਾ ਸਾਂ। ਤੇ ਨਸਰ ਤੋਂ ਬਾਅਦ 2013 ਚ ਮੇਰੀ ਪਹਿਲੀ ਬੁੱਕ ਛਾਇਆ ਹੋਈ ਆਹੀਂ ਦੇ ਬਾਲਣ ਦੇ ਨਾਂ ਤੋਂ। ਆਹੀਂ ਦਾ ਬਾਲਣ। ਆਹੀਂ ਦਾ ਬਾਲਣ ਮੇਰੀ ਬੁੱਕ ਛਾਇਆ ਹੋਈ, ਤੇ ਉਹ ਵਰਲਡ ਲੈਵਲ ਜਦੋਂ ਟਾਹਾਂ ਅਵਾਰਡ ਚ ਪੂਰੀ ਵਰਲਡ ਲੈਵਲ ਦੇ ਉੱਥੇ ਇੱਕ ਮੁਕਾਬਲਾ ਹੁੰਦਾ ਹੈ, ਉਹਦੇ ਚ ਮੈਨੂੰ 3rd ਪੋਜੀਸ਼ਨ ਮਿਲੀ। ਜ਼ਬਰਦਸਤ। ਤੇ ਮੇਰੀ ਬੁੱਕ ਉਹ ਤੀਸਰੇ ਨੰਬਰ ਤੇ। ਬਸ ਕੁਝ ਇੱਧਰ ਕੁਝ ਖਰਾਬੀਆਂ ਦੀ ਵਜ੍ਹਾ ਤੋਂ ਫਸਟ ਜਾਂ ਸੈਕੰਡ ਪ੍ਰਾਈਜ਼ ਮਿਲਦਾ ਬਸ ਉਹ ਪਿੱਛੇ ਰਹਿ ਗਿਆ। ਤੇ ਮੈਂ 3rd ਪੋਜੀਸ਼ਨ, ਅੱਜ ਵੀ ਨੈਟ ਤੇ ਰਿਸਰਚ ਕਰੋ ਤੇ ਨਵੀਦ ਅੰਜਮ 3rd ਪੋਜੀਸ਼ਨ, ਫਸਟ ਅਵਾਰਡ ਸੀ ਉਹਨਾਂ ਦਾ, ਪਹਿਲਾ ਅਵਾਰਡ ਸੀ। ਹੁਣ ਤੱਕ ਤੋਂ 14-15 ਅਵਾਰਡ ਉਹਨਾਂ ਦੇ ਆ ਗਏ। ਤੇ ਉਸ ਤੋਂ ਬਾਅਦ ਫਿਰ ਕੋਈ ਬੁੱਕ ਨਹੀਂ। ਹਾਂ, ਨਾਵਲ ਇੱਕ ਸ਼ੁਰੂ ਕੀਤਾ ਸੀ, ਉਹ ਵੀ ਆਖਰ ਤੇ, ਲੇਕਿਨ ਕੁਝ ਤੁਹਾਨੂੰ ਦੱਸਿਆ ਕਬੀਲਦਾਰੀ ਦੇ ਰਜੇਵੇਂ ਨੇ, ਉਹ ਸਾਰੇ ਨਹੀਂ ਮੁਕੰਮਲ ਨਹੀਂ ਹੋ ਰਿਹਾ। ਉਹ ਬਸ ਇਖਤਤਾਮੀ ਉਹਦੇ ਅਹ ਸਫੇ ਕਰਨ ਡਿਆ। ਤੇ ਨਵੀਦ ਭਾਈ, ਬਹੁਤ ਸਾਰੀਆਂ ਸਦਰਾਂ ਅਜਿਹੀਆਂ ਨੇ ਜਿਹੜੀਆਂ ਮਤਲਬ ਹਾਂਜੀ ਅਧੂਰੀਆਂ ਰਹਿ ਜਾਂਦੀਆਂ ਨੇ, ਤੇ ਮੈਂ ਸਮਝਦਾ ਵਾਂ ਵੀ ਹਾਂਜੀ ਸੱਚਾ ਸ਼ਾਇਰ, ਸੱਚਾ ਰਾਈਟਰ, ਸੱਚਾ ਆਸ਼ਕ ਉਹੀ ਹੁੰਦਾ ਹਾਂਜੀ ਜਿਹਦੀਆਂ ਸਦਰਾਂ ਪੂਰੀਆਂ ਨਾ ਹੋਣ। ਜੇ ਸਦਰਾਂ ਪੂਰੀਆਂ ਹੋ ਜਾਣ ਤੇ ਫਿਰ ਤੇ ਉਹ ਅੰਬਾਨੀ ਹਾਂਜੀ ਬਣ ਜਾਂਦਾ ਨਾ, ਤੇ ਫਿਰ ਹਾਂਜੀ ਸਰਮਾਇਆਦਾਰ ਇਸੇ ਹੋਇਆ, ਫਿਰ ਸ਼ਾਇਰ ਇਸੇ ਪੈਦਾ ਤਲਕ ਹੋਏਗਾ। ਨਾਲ ਹਾਂਜੀ ਇਸੇ ਉਹ ਤਲਕ ਅਗਰ ਨਾਲ ਤੁਹਾਨੂੰ ਤੁਹਾਡਾ ਮੈਂ ਆਪਣੀ ਸ਼ਾਇਰੀ ਦਾ ਅਗਰ ਕੋਈ ਟੋਟਾ ਸਾਨੂੰ ਲੱਭ ਜਾਏ ਅੱਜ, ਤੇ ਉਹੀ ਨਾ ਮੈਂ ਉਧਰ ਹੀ ਆਉਣ ਲੱਗਾ। ਉਸੇ ਨਾਲ ਤੁਸੀਂ ਸਦਰਾਂ ਦੀ ਗੱਲ ਕੀਤੀ ਏ, ਤੇ ਮੈਂ ਤੁਹਾਨੂੰ ਦੱਸਾਂ ਕਿ ਉਂਝ ਤਾਂ ਵੱਡੇ ਟੁੱਕੇ ਸੁਪਨੇ ਤਾਂ ਹੁਣ ਵੀ ਤਾਂ ਨਹੀਂ ਜੇ ਮੁੱਕੇ ਸੁਪਨੇ। ਵਾਹ, ਉਂਝ ਤਾਂ ਵੱਡੇ ਟੁੱਕੇ ਸੁਪਨੇ ਤਾਂ ਹਾਂਜੀ, ਵੀ ਨਹੀਂ ਜੇ ਮੁੱਕੇ ਸੁਪਨੇ। ਮੁੱਕੇ ਸੁਪਨੇ। ਕਿਹੜੀ ਸੱਦਰ ਡੋਲੀ ਪਾਵਾਂ, ਵਾਹ, ਕਿਹੜੀ ਸੱਦਰ ਡੋਲੀ ਪਾਵਾਂ, ਅੱਖ ਹਾਂਜੀ, ਦੇ ਵਿਹੜੇ ਢੁੱਕੇ ਸੁਪਨੇ। ਵਾਹ, ਕਿਹੜੀ ਸੱਦਰ ਢੋਲੀ ਪਾਵਾਂ, ਅੱਖ ਦੇ ਵਿਹੜੇ ਢੁੱਕੇ ਸੁਪਨੇ। ਤੇ ਕਿੱਥੋਂ ਮੰਜ਼ਿਲ ਮਿਲਣੀ ਸੀ, ਵੇਖੇ ਸਨ ਬੇਤੁਕੇ ਸੁਪਨੇ। ਓਹ ਵਾਹ ਹੋ ਵਾਹ। ਹੋ, ਕਿੱਥੋਂ ਜ਼ਬਰਦਸਤ। ਮੰਜ਼ਿਲ ਮਿਲਣੀ ਸੀ, ਵੇਖੇ ਸਨ ਬੇਤੁਕੇ ਸੁਪਨੇ। ਤੇ ਉਹਨੇ ਚੁੱਕੀ ਸੀ ਜੇ ਸੂਲੀ, ਵਾਹ, ਉਹਨੇ ਚੁੱਕੀ ਸੀ ਜੇ ਸੂਲੀ, ਮੈਂ ਵੀ ਮੋਢੇ ਚੁੱਕੇ ਸੁਪਨੇ। ਵਾਹ, ਉਹਨੇ ਚੁੱਕੀ ਸੀ ਜੇ ਸੂਲੀ, ਮੈਂ ਵੀ ਮੋਢੇ ਚੁੱਕੇ ਸੁਪਨੇ। ਉਂਝ ਤਾਂ ਵੱਡੇ ਟੁੱਕੇ ਸੁਪਨੇ ਤਾਂ ਵੀ ਨਹੀਂ ਜੇ ਮੁੱਕੇ ਸੁਪਨੇ। ਬਹੁਤ ਅੱਛੇ ਨਵੀਦ ਅੰਜਮ ਸਾਹਿਬ। ਔਰ ਅੱਜ ਦੇ ਹਾਂਜੀ ਪੰਜਾਬੀ ਦਰਬਾਰ ਤੇ ਦੇ ਵਿੱਚ ਤੁਹਾਡੀ ਹਾਂ- ਇਸ ਕਲਾਮ ਨੇ ਬੜਾ ਅੱਛਾ। ਪਰ ਤੁਹਾਡੇ ਵਾਲੀ ਗੱਲ ਠੀਕ ਹੈ ਕਿ ਜਿਹੜਾ ਤੁਹਾਡੀ ਸ਼ਾਇਰੀ ਹੈ ਉਹ ਵੀ ਨਸਰ ਤੋਂ ਬਹੁਤ ਜ਼ਿਆਦਾ ਮੁਤਾਸਰ ਹੈ। ਉਹਦਾ ਬਹੁਤ ਸਾਰਾ ਜਿਹੜਾ ਇੱਕ ਛਾਂ ਹੈ ਤੁਹਾਡੀ ਨਸਰ ਦੀ ਉਹਦੇ ਚ ਨਜ਼ਰ ਆਉਂਦੀ ਪਈ ਹੈ। ਤੇ ਲੇਕਿਨ ਬਹਰਹਾਲ ਹਾਂਜੀ ਬਹੁਤ ਜ਼ਿਆਦਾ ਅੱਜ ਦੇ ਪੰਜਾਬੀ ਦਰਬਾਰ ਨੂੰ ਤੁਹਾਡੇ ਇਹਨਾਂ ਗਹਿਣਿਆਂ ਨੇ ਜਿਹੜੇ ਤੁਸੀਂ ਹੁਣੇ ਸਾਨੂੰ ਸੁਣਾਏ ਨੇ, ਇਹਨਾਂ ਨੇ ਬੜਾ ਸਾਰਾ ਸੁਝਾ ਦਿੱਤਾ ਹੈ। ਤੇ ਅਸੀਂ ਚਾਹਾਂਗੇ ਵੀ ਅੱਜ ਸਾਡੇ ਨਾਲ ਜਿਹੜੇ ਤੀਸਰੇ ਮਹਾਰਥੀ ਨੇ ਇਸੇ ਪੰਜਾਬੀ ਦੇ, ਜਨਾਬ ਦਾਹਿਰ ਪਾਠੀ ਸਾਹਿਬ, ਉਹ ਨੇ। ਤੇ ਜ਼ਾਹਿਰ ਸਾਹਿਬ, ਤੁਸੀਂ ਜ਼ਰਾ ਆਪਣੇ ਬਾਰੇ ਵੀ ਦੱਸੋ, ਆਪਣੇ ਕੰਮ ਬਾਰੇ ਵੀ ਦੱਸੋ, ਤੇ ਆਪਣੇ ਸਫ਼ਰ ਬਾਰੇ ਵੀ ਦੱਸੋ। ਬਹੁਤ ਸ਼ੁਕਰੀਆ ਜੀ। ਮੈਂ ਆਪਣੇ ਬਾਰੇ ਚ ਦੱਸਣਾ ਤੁਹਾਨੂੰ ਕਿ ਮੇਰਾ ਪਿੰਡ ਹੈ ਜਰਪਾਲ, ਵਾਹ ਵਾਹ, ਸ਼ਿਵ ਕੁਮਾਰ ਦਾ। ਤੇ ਜ਼ਫਰਵਾਲ ਦੇ ਨਾਲ ਹੀ ਕੋਈ 3-4 ਕਿਲੋਮੀਟਰ ਦੇ ਉੱਤੇ ਪਿੰਡ ਹੈ। ਤੇ ਅੱਗੇ ਦੇ ਸਾਡੇ ਜੰਮੂ ਦੀ ਬਾਰਡਰ ਸ਼ੁਰੂ ਹੋ ਜਾਂਦੀ ਹੈ। ਜੰਮੂ ਦੇ ਨਾਲ ਹੀ ਸਾਡਾ ਜੀ ਸਮਝ ਲਓ ਕਿ ਜ਼ਿਆਦਾ ਜਿਹੜੇ ਵੱਡੇ ਵਡੇਰੇ ਸੀ ਉਹ ਉੱਥੇ ਹੀ ਕੰਮ ਸ਼ਮ ਕਰਦੇ ਸੀ। ਲਾਹੌਰ ਦਾ ਤੇ ਹੁਣ ਸਾਡੇ ਫਿਰ ਉਹ ਪਾਕਿਸਤਾਨ ਬਣਨ ਤੋਂ ਬਾਅਦ ਇਸ ਪਾਸੇ ਅਸੀਂ ਆ ਗਏ। ਤੇ ਜੰਮਣਪੋ ਮੇਰੀ ਜਰਪਾਲ ਹੈ, ਉੱਥੇ ਨਾਲ ਹੀ ਇੱਕ ਪਿੰਡ ਹੈ ਜੰਡਿਆਲਾ, ਉੱਥੋਂ ਮੈਂ ਮਿਡਲ ਕੀਤਾ। ਤੇ ਉਸ ਤੋਂ ਬਾਅਦ ਜ਼ਫਰਵਾਲ ਤੋਂ ਮੈਂ ਆਪਣਾ ਮੈਟ੍ਰਿਕ ਕਲੀਅਰ ਕੀਤੀ। ਤੇ ਫਸਟ ਈਅਰ ਦੇ ਵਿੱਚ ਮੈਂ ਮਰੇ ਕਾਲਜ ਸਿਆਲਕੋਟ ਦੇ ਵਿੱਚ ਦਾਖਲ ਹੋਇਆ। ਲੇਕਿਨ ਉਹ ਪਿੰਡ ਮੇਰਾ ਦੂਰ ਸੀ ਉਸ ਟਾਈਮ, ਕੋਈ 50 ਕਿਲੋਮੀਟਰ ਬਣਦਾ ਸਾਡੇ ਤੋਂ, ਤੇ ਉਹ
ਮੈਨੂੰ ਹਾਸਟਲ 'ਚ ਨਾ ਮਿਲਿਆ ਦਾਖਲਾ, ਤੇ ਫਿਰ ਮੈਂ ਲਾਹੌਰ ਆ ਗਿਆ। ਫਿਰ ਮੈਂ ਫੈਸੀ ਇੱਥੇ ਆਪਣਾ ਸਿਵਲ ਲਾਈਨ ਲਾਹੌਰ ਹੈ ਜਿਹੜਾ ਕਚਹਿਰੀ ਕੋਲ ਗਵਰਨਮੈਂਟ ਕਾਲਜ ਦੇ ਨਾਲ, ਇਸਲਾਮੀਆ ਕਾਲਜ ਸਿਵਲ ਲਾਈਨ ਲਾਹੌਰ, ਇੱਥੋਂ ਮੈਂ BSc ਕੀਤੀ। ਤੇ ਫਿਰ ਮੈਂ ਨਾਰੋਵਾਲ ਆਪਣਾ 1900 ਮੇਰੇ ਖਿਆਲ 93-94 ਦੇ ਵਿੱਚ ਮੈਂ CT ਦਾ ਉੱਥੋਂ ਕੋਰਸ ਕੀਤਾ। ਤੇ ਉਸ ਤੋਂ ਬਾਅਦ ਮੈਂ ਫਿਰ ਜੌਬ ਜਿਹੜੀ ਹੈ ਨਾ ਸਿਆਲਕੋਟ, ਮੇਰੀ ਸ਼ੁਰੂ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਹੈ ਆਪਣਾ ਫਾਸਟੈਸਟ ਟ੍ਰੇਡਿੰਗ ਕੰਪਨੀ, ਉਹਦੇ 'ਚ ਸ਼ੁਰੂ ਕੀਤੀ। ਤੇ ਕੁਛ ਦੇਰ ਮੈਂ ਆਪਣਾ ਫਾਰਵਰਡ ਸਪੋਰਟ ਦੇ ਵਿੱਚ ਉਹਨਾਂ ਦਾ R&D ਇੰਚਾਰਜ ਰਿਹਾ, ਜਿਹੜਾ ਇੰਟਰਨੈਸ਼ਨਲੀ ਤੌਰ ਤੇ ਫੁੱਟਬਾਲ ਖੇਲੇ ਜਾਂਦੇ ਤੁਹਾਡੇ ਜਿਹੜੇ FIFA ਵਰਲਡ ਕੱਪ ਹੁੰਦਾ, ਤੇ ਉਹਨਾਂ ਦੇ ਸੈਂਪਲਿੰਗ ਉਸ ਡਿਪਾਰਟਮੈਂਟ ਦਾ ਮੈਂ ਕੋਈ 98 ਤੋਂ ਲੈ ਕੇ ਤੇ 2001 ਤੱਕ ਰਿਹਾ, ਉਹਨਾਂ ਦਾ R&D ਇੰਚਾਰਜ ਰਿਹਾ। ਤੇ ਉਸ ਤੋਂ ਬਾਅਦ ਫਿਰ ਮੈਂ 2001 ਦੇ ਵਿੱਚ ਸਾਊਦੀਆ ਚਲਾ ਗਿਆ, ਤੇ 2001 ਤੋਂ ਲੈ ਕੇ ਤੇ ਹੁਣ ਤੱਕ ਅਜੇ ਮੇਰੇ ਕੋਲ ਵੀਜ਼ਾ ਸਾਊਦੀਆ ਦਾ ਹੀ ਆ, ਮੇਰਾ ਕੰਮ ਵੀ ਸਾਊਦੀਆ ਹੀ ਹਾਲੀ ਵੀ। ਲੇਕਿਨ ਹੈ ਕਿ ਉਹ 2018 ਤੱਕ ਮੇਰੀ ਫੈਮਿਲੀ ਵੀ ਮੇਰੇ ਨਾਲ ਹੀ, ਕਿਉਂਕਿ ਬੱਚੇ ਵੀ ਮੇਰੇ ਉੱਥੇ ਹੀ ਰਹਿੰਦੇ ਰਹੇ ਨੇ, ਸਾਊਦੀਆ ਹੀ ਪੈਦਾ ਹੋਏ। ਤੇ ਅਸੀਂ 2018 'ਚ ਫਿਰ ਆ ਗਏ ਇੱਥੇ, ਫਿਰ ਅਸੀਂ ਲਾਹੌਰ ਘਰ ਬਣਾ ਲਿਆ। ਤੇ ਉਹਦੇ ਨਾਲ ਹੀ ਮੇਰਾ ਫਿਰ ਬਿਜ਼ਨਸ ਵੀ ਇਹੀ ਹੈ ਕਿ ਮੈਂ ਇੱਥੋਂ ਐਕਸਪੋਰਟ ਕਰਨਾ ਕੁਝ ਚੀਜ਼ਾਂ ਸਾਊਦੀਆ ਹੀ। ਉੱਥੇ ਸਾਡੇ ਭਾਈ ਭਤੀਜੇ ਮੇਰੇ ਰਹਿੰਦੇ ਆ, ਉਹ ਸੇਲ ਦਾ ਕੰਮ ਹੈ ਸਾਡਾ, ਤੇ ਉਹ ਮੇਰਾ ਸਿਲਸਿਲਾ ਰੋਜ਼ਗਾਰ ਹੈ। ਤੇ ਬਾਕੀ ਜਿਹੜਾ ਆਪਣੀ ਜਿਹੜੇ ਸਰਗਰਮੀਆਂ ਨੇ ਉਹ ਕੀ ਨੇ, ਔਰ ਕਿਸ ਤਰ੍ਹਾਂ ਤੁਸੀਂ ਪੰਜਾਬੀ ਜਿਹੜਾ ਬੋਲੀ ਹੈ ਔਰ ਪੰਜਾਬੀ ਜਿਹੜੀ ਸਾਡੀ ਜ਼ੁਬਾਨ ਹੈ, ਜਿਹੜੀ ਸਾਡੀ ਮਤਲਬ ਮਾਂ ਬੋਲੀ ਹੈ, ਉਹਦੀ ਕਿਸ ਤਰ੍ਹਾਂ ਖਿਦਮਤ ਕਰਦੇ ਪਏ? ਮੈਂ ਅਸਲ ਦੇ ਵਿੱਚ ਸ਼ੁਰੂ ਜਦੋਂ ਸ਼ਾਇਰੀ ਕੀਤੀ ਨਾ, ਮੈਂ ਨਹੀਂ ਕਹਿੰਦਾ ਕਿ ਮੈਨੂੰ ਜਮਾਂਦਰੂ ਹੀ ਮੈਂ ਸ਼ਾਇਰ ਸੀ, ਜਾਂ ਮਸਲਨ ਮੈਨੂੰ ਜਨਾਬੇ ਅਲੀ। ਮੈਂ ਬਿਲਕੁਲ ਜਦੋਂ ਸਿਆਲਕੋਟ ਸੀ ਤੇ ਇੱਕ ਮੇਰਾ ਜੂਨੀਅਰ ਸੀ, ਤੇ ਮੈਂ ਕਿਉਂਕਿ ਉੱਥੇ ਕੰਮ ਕਰਦਾ ਰਿਹਾ, ਤੇ ਉਹ ਮੁੰਡੇ ਦਾ ਨਾਂ ਆਮਰ ਸੀ। ਉਹਨੇ ਕੀ ਕਰਨਾ ਕਿ ਜਿਹੜੀ ਵੀ ਗੱਲ ਹੋਣੀ ਤੇ ਉਹਨੂੰ ਮੈਂ ਝਿੜਕਣਾ ਤੇ ਉਹਨਾਂ ਅੱਗੋਂ ਸ਼ੇਰ ਸੁਣਾਣੇ ਕਰਨੇ। ਜੇ ਉਹ ਵੀ ਉਹਨੂੰ ਮੈਂ ਕਹਿਣਾ ਤੇ ਉਹਨੇ ਨਾ ਅੱਗੋਂ ਕੋਈ ਨਾ ਕੋਈ ਮੈਨੂੰ ਸ਼ੇਰ ਸੁਣਾ ਦੇਣਾ। ਤੇ ਇੱਕ ਦਿਨ ਉਹਨੂੰ ਮੈਂ ਆਖਿਆ ਯਾਰ ਅਮਰ ਹੈ, ਜਿਹੜੇ ਤੂੰ ਸ਼ੇਰ ਤੂੰ ਮੈਨੂੰ ਸੁਣਾਨਾ ਹੈ, ਤੇ ਤੈਨੂੰ ਮੈਂ ਵੀ ਇਸ ਤਰ੍ਹਾਂ ਦੇ ਲਿਖਦਾ ਵਾਂ ਜਿਹੜੇ ਤੂੰ ਕਹਿਣਾ ਹੈ। ਤੇ ਕਹਿੰਦਾ ਕਿ ਨਹੀਂ ਸਾਰੇ ਬੜਾ ਔਖਾ ਕੰਮ ਹੈ, ਤੇ ਤੁਹਾਡੇ ਤੋਂ ਨਹੀਂ ਲਿਖਿਆ। ਮੈਂ ਕਿਹਾ ਨਹੀਂ, ਸੁਬਾਹ ਤੈਨੂੰ ਮੈਂ ਇੱਕ ਗਜ਼ਲ ਲਿਖ ਕੇ ਦੇ ਦੇਣਾ। ਖੁਸ਼ਗਵਾਰ ਮੂਡ ਦੇ ਵਿੱਚ ਸੀ ਉਹ, ਮੈਂ ਆਪਣੇ ਆਇਆ ਤੇ ਮੈਂ ਉਹਨੂੰ ਇੱਕ ਗਜ਼ਲ ਲਿਖ ਦਿੱਤੀ। ਉਹ ਸੁਬਾਹ ਉਹਨੇ ਪੜ੍ਹ ਕੇ ਕਹਿੰਦਾ ਸਰ ਜੀ ਇਹ ਤੇ ਬੜੀ ਚੰਗੀ ਹੈਗੀ ਯਾਰ, ਤੁਸੀਂ ਤੇ ਲਿਖ ਲੈਂਦੇ ਹੋ। ਪਰ ਉਦੋਂ ਮੈਨੂੰ ਨਹੀਂ ਸੀ ਪਤਾ ਇਹਨਾਂ ਚੀਜ਼ਾਂ ਦਾ ਕਿ ਸ਼ਾਇਰੀ ਦੇ ਕੀ ਉਜ਼ਾਨ ਹੈ, ਕੀ ਹਿਸਾਬ ਕਿਤਾਬ ਹੈ। ਉਹ ਸਿਲਸਿਲਾ ਚੱਲਦਾ ਰਿਹਾ, ਉਹਦੇ ਵਿੱਚ ਹੀ ਮੈਂ ਬਾਹਰ ਚਲਾ ਗਿਆ, ਸਾਊਦੀਆ ਚਲਾ ਗਿਆ। ਜਦ ਸਾਊਦੀਆ ਗਿਆ ਤੇ ਉੱਥੋਂ ਦਾ ਫਿਰ ਤੁਹਾਨੂੰ ਪਤਾ ਹੈ ਪਰਦੇਸ ਮਾਹੌਲ, ਘਰਦਿਆਂ ਤੋਂ ਦੂਰੀ, ਸਾਰਾ ਕੁਝ ਉਹ ਵਿੱਚ ਹੀ ਚੀਜ਼ਾਂ ਬੰਦੇ ਦੇ ਨਾਲ ਹੀ ਹੁੰਦੀਆਂ। ਤੇ ਸੇਲ ਦਾ ਜਾ ਕੇ ਮੈਂ ਕੁਝ 3 ਸਾਲ ਮੈਂ ਇੱਕ ਇੰਟਰਨੈਸ਼ਨਲ ਕੰਪਨੀ ਸੀ ਉਹਦੇ ਵਿੱਚ ਮੈਂ ਜੌਬ ਵੀ ਕੀਤੀ, ਲੇਕਿਨ ਬਾਅਦ ਦੇ ਵਿੱਚ ਮੈਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੇਲ ਦਾ, ਚੀਜ਼ਾਂ ਲੈ ਕੇ ਵੇਚਣੀਆਂ ਇਸ ਤਰ੍ਹਾਂ ਦਾ। ਉਹ ਮੇਰੇ ਕੋਲ ਟੋਯੋਟਾ ES ਗੱਡੀ ਸੀ, ਉਹਦੇ 'ਚ ਮੈਂ ਚੀਜ਼ਾਂ ਸੁਣਦੇ ਰਹਿਣਾ, ਦੇਖਦੇ ਰਹਿਣਾ, ਕੋਈ ਗਾਣੇ ਲਾ ਲੈਣੇ, ਕੋਈ ਇਹੋ ਜਿਹੀਆਂ ਚੀਜ਼ਾਂ। ਤੇ ਉਹਦੇ ਵਿੱਚ ਮੈਂ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਜਿਹੜੇ ਉਸ ਵੇਲੇ ਸਾਨੂੰ ਅਵੇਲੇਬਲ ਹੁੰਦੇ ਸੀ ਉਹ ਸੁਣਦੇ ਰਹਿਣਾ। ਉਹਨਾਂ ਮੈਨੂੰ ਬਹੁਤ ਜਿਹੜਾ ਨਾ ਮਜ਼ਾ ਦੇਣਾ। ਤੇ ਉਸ ਵੇਲੇ ਮੈਨੂੰ ਪਤਾ ਵੀ ਨਹੀਂ ਸੀ ਬਈ ਉਹ ਸਾਡੇ ਪਿੰਡ ਦੇ ਲਾਗੇ ਦੇ ਨੇ। ਸਾਡੇ ਪਿੰਡ ਦੇ ਕੋਲੋਂ ਹੀ ਉਹਨਾਂ ਦਾ ਬੜਾ ਪਿੰਡ ਹੈ, ਤੇ ਉੱਥੋਂ ਉੱਠ ਕੇ ਗਏ ਨਾ ਇੰਡੀਆ ਦੇ ਵਿੱਚ ਜਦੋਂ ਪਾਰਟੀਸ਼ਨ ਦੇ ਵੇਲੇ। ਲੇਕਿਨ ਮੈਨੂੰ ਉਹਦੇ ਲਫ਼ਜ਼ਾਂ ਦਾ, ਉਹਦੀ ਬੋਲ ਚਾਲ ਦਾ, ਉਹਦਾ ਮੈਨੂੰ ਪਤਾ ਚੱਲਣਾ ਵੀ ਇਹ ਕੋਈ ਆਪਣਾ ਹੀ ਬੰਦਾ ਹੈ, ਕੋਈ ਇਹ ਲਿਖਣ ਵਾਲਾ ਜਿਹੜੇ ਉਹਦੇ ਲਫ਼ਜ਼ ਨੇ, ਜਿਹੜੀ ਉਹਦੀ ਸ਼ਾਇਰੀ ਹੈ ਉਹਨੂੰ ਖਿੱਚ ਜੀ ਪਾਣੀ। ਤੇ ਇਹਦੇ ਦੌਰਾਨ ਮੈਂ ਉੱਥੇ ਉਰਦੂ ਦੇ ਵਿੱਚ ਲਿਖਣਾ, ਤੇ ਉਰਦੂ ਨਿਊਜ਼ ਉੱਥੇ ਇੱਕ ਅਖਬਾਰ ਹਾਲੀ ਵੀ ਚੱਲਦਾ ਵੇ ਸਾਊਦੀਆ 'ਚ, ਉਹਦੇ ਵਿੱਚ ਮੈਂ ਸ਼ਾਇਰੀ ਭੇਜਣੀ। ਉਹਨਾਂ ਨੇ ਮੈਨੂੰ ਜਨਾਬ ਮੇਰੀ ਸ਼ਾਇਰੀ ਨੂੰ ਅਖਬਾਰ ਦੇ ਵਿੱਚ ਵੀ ਉਹਨਾਂ ਪਬਲਿਸ਼ ਕਰਨਾ। ਉੱਥੇ ਇੱਕ ਸ਼ਹਜ਼ਾਦ ਆਜ਼ਮ ਸੀ ਉਹਨਾਂ ਦਾ ਨਾਂ, ਉਹ ਐਡੀਟਰ ਸੀ ਉਸ ਸਫ਼ੇ ਦੇ। ਇੱਕ ਦਿਨ ਉਹ ਮੈਨੂੰ ਕਹਿੰਦੇ ਕਿ ਯਾਰ ਤੇਰੇ ਖਿਆਲ ਅੱਛੇ ਹੁੰਦੇ ਨੇ, ਲੇਕਿਨ ਕਿਧਰੋਂ ਤੂੰ ਬੇਵਜ਼ਨ ਹੁੰਦਾ ਹੈ। ਉਹ ਮੈਨੂੰ ਫਿਰ ਪਤਾ ਚੱਲਿਆ ਵੀ ਇਹਦਾ ਕੋਈ ਵਜ਼ਨ ਵੀ ਹੁੰਦਾ ਵੇ ਸ਼ਾਇਰੀ ਦਾ। ਤੇ ਆਹੋ ਅਵੇ ਚ ਹੋਰ ਯਾਨੀ ਕਿ ਹੋਰ ਵੀ ਰੌਲੇ ਹੈਗੇ ਨੇ। ਹਾਂਜੀ, ਤੇ ਉਹ ਮੈਂ ਫਿਰ ਇੱਕ ਦੋਸਤ ਇੱਥੇ ਆਇਆ ਸੀ ਲਾਹੌਰ, ਤੇ ਉਹਨੂੰ ਮੈਂ ਕਿਹਾ ਯਾਰ ਇਹ ਕੋਈ ਕਿਤਾਬ ਤੇ ਲਿਆ ਨਾ, ਇਹਦੀ ਸ਼ਾਇਰੀ ਕੋਈ ਸਿੱਖਣ ਵਾਲੀ ਜਾਂ ਕੋਈ ਇੰਜ ਦਾ ਕੀ ਹੋਵੇ। ਉਹ ਮੈਨੂੰ ਆਪਣਾ ਹਮੀਦੁੱਲਾ ਹਾਸ਼ਮੀ ਸਾਹਿਬ ਦੀ ਇੱਕ ਕਿਤਾਬ ਰੂਸ ਦੀ ਲੈ ਗਿਆ ਉੱਥੇ। ਮੇਰੀ ਕਿਉਂਕਿ ਤਾਲੀਮ ਸੀ ਸਾਰੀ ਸਾਇੰਸ ਦੀ, ਮੈਡੀਕਲ ਦੀ, BSc ਮੈਂ ਕੈਮਿਸਟਰੀ ਬਾਇਓਲੋਜੀ 'ਚ ਕੀਤੀ। ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ, ਉਰਦੂ ਦਾ
ਇਹ ਅਰੂਜ਼ ਦਾ ਵੀ ਉਹ ਲਫ਼ਜ਼ ਵੀ ਉਹਦੇ ਫਾਈਲ ਮੁਫਾਇਲਨ ਫਾਉਲਨ ਫਲਾਣਾ ਪਾਇਲਨ ਇਹ ਚੀਜ਼ਾਂ ਮੈਨੂੰ ਨਾ ਬੜੀਆਂ ਅਜੀਬ ਜੀਆਂ ਲੱਗਣੀਆਂ ਸ਼ੁਰੂ ਦੇ ਵਿੱਚ। ਬਹਰਹਾਲ ਮੈਂ ਇਹਦੇ ਵਿੱਚ ਲੱਗਾ ਰਿਹਾ ਆਪਣੇ ਉਹਨੂੰ ਪੜ੍ਹਨਾ ਕਿਤਾਬ ਨੂੰ ਬਾਰ-ਬਾਰ, ਤੇ ਉਰਦੂ ਦੇ ਵਿੱਚ ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਚਲੋ ਅੱਲਾ ਦਾ ਕਰਮ ਕਿ ਮੇਰੀ ਪ੍ਰੈਕਟਿਸ ਦੇ ਨਾਲ ਮੈਨੂੰ ਇਹਦੀ ਸਮਝ ਬੂਝ ਆਣੀ ਸ਼ੁਰੂ ਹੋ ਗਈ। ਪੰਜਾਬੀ ਵੱਲ ਮੈਂ ਇਸ ਤਰ੍ਹਾਂ ਆ ਗਿਆ ਕਿ ਉਹ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਸੁਣਨੇ, ਤੇ ਮੈਂ ਉਹਦੇ ਵਿੱਚ ਹੀ ਨਾ ਕੁਝ ਚੀਜ਼ਾਂ ਜਿਹੜੀਆਂ ਉਹਦੇ ਵਰਗੀਆਂ ਨਜ਼ਮਾਂ, ਉਹਦੇ ਵਰਗੇ ਗੀਤ ਮੈਂ ਲਿਖਣੇ ਸ਼ੁਰੂ ਕਰ ਦਿੱਤੇ। ਉਹ ਆਸਤਾ ਮੈਂ ਨਾ ਕੋਈ ਜਿਸ ਵੇਲੇ ਇੱਥੇ ਵਾਪਸ ਪਾਕਿਸਤਾਨ ਆਇਆ ਤੇ ਮੇਰੇ ਕੋਲ ਕੋਈ 10-12 ਨਜ਼ਮਾਂ ਸੀ ਇੰਜ, ਤੇ ਇੱਥੇ ਮੈਂ ਆਇਆ 2018 ਦੇ ਵਿੱਚ। ਉਰਦੂ ਦਾ ਮੇਰੇ ਕੋਲ ਕਾਫੀ ਕਲਾਮ ਪਿਆ ਸੀ, ਕੋਈ ਹੁਣ ਵੀ ਉਹ ਪਿਆ, ਕੋਈ 2 ਕਿਤਾਬਾਂ ਦਾ ਮਸਵਦਾ ਪਿਆ ਹੋਣਾ, ਲੇਕਿਨ ਉਹ ਫਿਰ ਪਿੱਛੇ ਰਹਿੰਦਾ ਜਦੋਂ ਮੈਂ ਇੱਥੇ ਆਇਆ। ਤੇ ਮੈਂ ਪੰਜਾਬੀ ਸੰਗਤ ਪਾਕਿਸਤਾਨ ਦਾ, ਜਿਹਦਾ ਨਵੀਦ ਸਾਹਿਬ ਵੀ ਗੱਲ ਕਰ ਰਹੇ ਨੇ, ਉੱਥੇ ਆਣਾ ਜਾਣਾ ਮੇਰਾ ਸ਼ੁਰੂ ਹੋ ਗਿਆ ਦੋਸਤਾਂ ਨਾਲ। ਨਸੀਰ ਸਾਹਿਬ, ਇਕਬਾਲ ਕੈਸਰ ਹੋਰੀ, ਜੀਏ ਨਜਮ ਹੋਰੀ, ਜੋਸ਼ੇ ਹੋਰੀ, ਇਹ ਸਾਰੇ ਦੋਸਤ ਮੇਰੇ ਬਣ ਗਏ। ਮੈਨੂੰ ਯਾਨੀ ਇੱਕ ਮਾਹੌਲ ਪੰਜਾਬੀ ਦਾ ਮਿਲ ਗਿਆ। ਲਿਖਦਾ ਤੇ ਮੈਂ ਹੈ ਹੀ ਸੀ। ਅੱਗੋਂ ਫਿਰ ਇੱਥੇ 2020 ਚ ਕਰੋਨਾ ਸ਼ੁਰੂ ਹੋ ਗਿਆ। ਵਾਹ ਲੋਕ, ਤੁਹਾਨੂੰ ਪਤਾ, ਖੌਫ ਦੇ ਨਾਲ ਘਰਾਂ 'ਚ ਹੀ ਰਹਿਣਾ, ਘਰਾਂ 'ਚ ਹੀ ਸਾਰਾ ਉਹ ਸਾਲ ਮੇਰੇ ਖਿਆਲ 'ਚ ਇੰਝ ਹੀ ਗਿਆ। ਤੇ ਉਹਦੇ ਵਿੱਚ ਮੈਂ ਨਾ ਪੰਜਾਬੀ ਦਾ ਸੀ ਕਾਫੀ, ਮਸਲਨ ਮੈਂ ਲਿਖਣੀ ਸ਼ੁਰੂ ਉਹਦੇ ਵਿੱਚ ਕਰ ਦਿੱਤੀ। ਇੱਕ ਤੇ ਮੈਨੂੰ ਵੇਲ ਮਿਲ ਗਈ। ਉਹਦੇ 'ਚ ਕੋਈ ਆਪਣਾ ਇੱਕ ਕਲਾਮ ਦਾ ਟੋਟਾ ਸੁਣਾਓ ਸਾਨੂੰ। ਹਾਂਜੀ, ਤੇ ਹੁਣ ਤੇ ਮਾਸ਼ਾਅੱਲਾ ਚਲੋ ਮੇਰੀਆਂ 3 ਪੰਜਾਬੀ ਦੀਆਂ ਕਿਤਾਬਾਂ ਨੇ। ਇੱਕ ਪੰਜਾਬੀ ਗਜ਼ਲਾਂ ਦੀ ਕਿਤਾਬ ਵੀ ਆ ਰਹੀ ਹੈ, ਇਸੇ ਸਾਲ ਹੀ ਆਏਗੀ। ਤੇ ਉਹਦੇ ਵਿੱਚੋਂ ਚਲੋ ਮੈਂ ਤੁਹਾਨੂੰ ਇੱਕ ਨਜ਼ਮ ਸੁਣਾ ਦਿੰਨਾ। ਪਿਛਲੀ ਮੇਰੀ ਪੋਹ ਵਿੱਚ ਪਵੇ ਫੁਹਾਰ ਇੱਕ ਕਿਤਾਬ ਆਈ ਹੈ ਪਿਛਲੇ ਸਾਲ, ਉਹਦੀ ਮੈਨੂੰ ਨਜ਼ਮ ਇੱਕ ਯਾਦ ਹੈ ਜ਼ਬਾਨੀ, ਉਹ ਮੈਂ ਤੁਹਾਨੂੰ ਸੁਣਾ ਦਿੰਨਾ। ਉਹਦਾ ਸਰਨਾਮਾ ਹੈ ਅਜ਼ਾਬਾਂ ਵਰਗੀਆਂ ਅੱਖਾਂ। ਵਾਹ। ਚਲੋ ਰੁਕ ਰੁਕ ਕੇ ਚੱਲਨੇ ਆ, ਉਹਦੀ ਪੈੜਾਂ ਤੇ ਪੱਬ ਰੱਖ ਕੇ। ਚਲੋ ਰੁਕ ਰੁਕ ਕੇ ਚੱਲਨੇ ਆ, ਉਹਦੀ ਪੈੜਾਂ ਤੇ ਪੱਬ ਰੱਖ ਕੇ। ਦੁਰਾਡੇ ਸਫ਼ਰ ਤੋਂ ਡਰ ਕੇ ਨਾ ਮੰਜ਼ਿਲ ਦੂਰ ਰਹਿ ਜਾਵੇ। ਕਦੀ ਕਲੀਆਂ ਦੇ ਮੁਖ ਸੋਹਣੇ ਤਰੇਲਾਂ ਧੋਂਦਿਆਂ ਵੇਖਾਂ, ਕਦੀ ਭੰਵਰੇ ਦਾ ਬੁੱਲ ਫੁੱਲਾਂ ਤੂੰ ਸਾਰਾ ਸਾੜ ਲੈ ਜਾਵੇ। ਕਦੀ ਖੂਹਾਂ ਤੂੰ ਪਾਣੀ ਭਰਦਿਆਂ ਹੁਸਨਾਂ ਦੀ ਅੱਤ ਵੇਖਾਂ, ਕਦੀ ਵੇਖਾਂ ਰਸੋਈ ਵਿੱਚ ਸੜੀ ਲਾਸ਼ ਉੱਤੇ 2 ਕੱਪੜੇ। ਨਿਮਾਣੇ ਅੱਜ ਤਿਗਾਣੇ ਮਰ ਗਏ ਗੈਰਤ ਦੇ ਨਾਂ ਉੱਤੇ, ਸਬੀਲਾਂ ਢੂੰਡਦੇ ਲਾਚਾਰ ਜਿਸਮਾਂ ਤੂੰ ਨਾ ਖੋ ਕੱਪੜੇ। ਤੇ ਕਦੀ ਵੇਖਾਂ ਨਕਾਬਾਂ ਵਿੱਚ ਅਜ਼ਾਬਾਂ ਵਰਗੀਆਂ ਅੱਖਾਂ। ਨਕਾਬਾਂ ਵਿੱਚ ਅਜ਼ਾਬਾਂ ਵਰਗੀਆਂ। ਕਦੀ ਵੇਖਾਂ ਨਕਾਬਾਂ ਵਿੱਚ ਅਜ਼ਾਬਾਂ ਵਰਗੀਆਂ ਅੱਖਾਂ। ਕਦੀ ਵੇਖਾਂ ਬਗੀਚੇ ਦੇ ਸਟੂਲਾਂ ਤੇ ਭੁਰੇ ਜੁੱਸੇ। ਮਨਾਂ ਦੇ ਮਾਹੀ ਲੱਭਣੇ ਤੱਕ ਸ਼ਰਾਬਾਂ ਵਰਗੀਆਂ ਅੱਖਾਂ। ਸਮਾਧੀ ਹੋ ਵੀ ਜਾਵਣ ਪਰ ਇਹਨਾਂ ਦਾ ਮਾਣ ਨਾ ਟੁੱਟੇ। ਤੇ ਕਦੀ ਆਵੇ ਖਿਆਲਾਂ ਵਿੱਚ ਮੇਰੇ ਉਹ ਚੰਨ ਜਿਹਾ ਮੁਖੜਾ, ਜਿਹਨੂੰ ਵੇਖੇ ਬਿਨਾ ਸ਼ਾਮਾਂ ਸਵੇਰਾਂ ਕੂੜ ਸੀ ਜਾਪਨ। ਪਰਾਏ ਮਾਲ ਵਾਂਗੂ ਅੱਜ ਪਰਾਇਆ ਹੋ ਗਿਆ ਮੈਥੋਂ, ਬੇਰੰਗਾ ਕਰ ਦਿੱਤਾ ਉਹਨੇ ਮੇਰੇ ਰੰਗਾਂ ਦਾ ਸੁਹਾਪਨ। ਮੇਰੀ ਅੱਖੀਆਂ ਦੇ ਹੰਝੂਆਂ ਦਾ ਮਦਾਵਾ ਕਰਦੇ ਹੋ ਲੋਕੋ, ਇਹਨਾਂ ਦੀ ਪੀੜ ਰਿਸ ਰਿਸ ਕੇ ਕਲੇਜੇ ਤੀਕ ਆ ਗਈ ਏ। ਮੈਂ ਚੁੱਪ ਦੇ ਰੋਜ਼ਿਆਂ ਨੂੰ ਮੰਨ ਲਿਆ ਜਦ ਆਪਣਾ ਮਨ ਮੁਰਸ਼ਦ, ਗਮਾਂ ਦੀ ਖੁਸ਼ਕ ਰੋਟੀ ਵੀ ਮੇਰੇ ਲੇਖਾਂ ਨੂੰ ਪਾ ਗਈ ਹੈ, ਮੇਰੇ ਲੇਖਾਂ ਨੂੰ ਪਾ ਗਈ। ਬਹੁਤ ਅੱਛੇ, ਅੱਛਾ ਹੈ, ਬਹੁਤ ਆਲਾ ਜੀ ਜਗਪਾਲੀ ਸਾਹਿਬ, ਬਹੁਤ ਅੱਛਾ। ਜ਼ਾਹਿਦ ਭਾਈ ਬਹੁਤ ਅੱਛਾ। ਅਸੀਂ ਦੁਬਾਰਾ ਯੂਸਫ ਰਿੰਦ ਸਾਹਿਬ ਕੋਲ ਹੀ ਆਨੇ ਆ। ਯੂਸਫ ਸਾਹਿਬ ਜੀ ਸਰ, ਜਾਣ ਲਈ ਔਰ ਤੁਹਾਡੇ ਜਿਹੜਾ ਮਿਜ਼ਾਜ ਹੈ ਲਿਖਣ ਦਾ, ਉਹਦੇ ਬਾਰੇ ਥੋੜਾ ਜਿਹਾ ਸਾਨੂੰ ਵੇਰਵਾ ਹੋ ਗਿਆ। ਤੇ ਹੁਣ ਕੋਈ ਆਪਣੀ ਸ਼ਾਇਰੀ ਦੀ ਕੋਈ ਹੋਰ ਕੋਈ ਚੀਜ਼ ਜਿਹੜੀ ਹੈ ਉਹ ਜ਼ਰਾ ਸਾਡੀ ਝੋਲੀ ਪਾਓ। ਸਰ ਤੂੰ, ਮੈਂ ਤੇ ਗੱਲਾਂ ਕਰਦਾ ਸਾਂ, ਤੁਸੀਂ ਵਿੱਚੋਂ ਮੈਨੂੰ ਟੋਕ ਦਿੱਤਾ। ਮੈਂ ਗੱਲ ਆਪਣੀ ਅਗਾਂਹ ਨਹੀਂ ਤੋਰ ਸਕਿਆ। ਮੈਂ ਦੱਸਣਾ ਚਾਹੁੰਦਾ ਸਾਂ ਕਿ ਅਦਬੀ ਜਿਹੜੀਆਂ ਸਾਡੀ ਅਦਬੀ ਸੇਵਾ ਜਿਹੜੀ ਮੈਂ ਕੀਤੀ ਹੈ,
ਉਹਦੇ ਹਵਾਲੇ ਨਾਲ ਗੱਲ ਕਰਨਾ ਚਾਹੁੰਦਾ। ਜੀ, ਸੋ ਜੀ, ਨਜ਼ਮਾਂ ਗਜ਼ਲਾਂ ਤਾਂ ਲੋਕੀ ਪੜ੍ਹਦੇ ਰਹਿੰਦੇ ਨੇ, ਮੈਂ ਕਹਿੰਦਾ ਸਾਂ ਲੇਕਿਨ ਜਿਹੜੀਆਂ ਸਾਡੀਆਂ ਇੱਕ ਗੇੜੇ 'ਚ ਜ਼ਰਾ ਸਾਰੇ ਜਿਹੜੇ ਬੇਲੀ ਨੇ ਜਿਹੜੇ ਨਾਲ ਮੌਜੂਦ ਨੇ ਉਹਨਾਂ ਦਾ ਨਾਲੇ ਤੇ ਇੱਕ ਜਿਹੜਾ ਹੈ ਤਾਰਫ ਵੀ ਹੋ ਜਾਏ ਤੇ ਨਾਲੇ ਸਾਰੇ ਜਿਹੜੇ ਨੇ ਉਹ ਜੀ ਔਨ ਸਰ, ਸਕਰੀਨ ਜਿਹੜੇ ਨੇ ਉਹ ਹੈ। ਲੋਕਾਂ ਦੇ ਨਾਲ ਖੁਸ਼ੀ ਹੋ ਹਾਂ ਜਾਣਗੇ ਤੇ ਫਿਰ ਆਪਾਂ ਇੱਕ ਮੈਨੂੰ ਪਤਾ ਸੀ ਕਿ ਇੱਕ ਗੇੜਾ ਆਪਾਂ ਹੋਰ ਲਾਣਾ ਜ਼ਰੂਰ, ਜਿਹੜੀ ਗੱਲ ਰਹਿ ਗਈ ਉਹ ਹਾਲੇ ਦੱਸੋ। ਹਾਂ ਔਰ ਬਸ ਫਿਰ ਉਹਦੇ ਬਾਅਦ ਮੈਂ ਇਹੀ ਕਹਿਣਾ ਚਾਹੁੰਦਾ ਸਾਂ ਕਿ ਪਹਿਲੀ ਜਿਹੜੀ ਕਿਤਾਬ ਸੀ ਉਹਨੂੰ ਸੰਤ ਯਾਦ ਨਹੀਂ ਰਿਹਾ, ਲੇਕਿਨ ਕਿ ਲਹੂ ਦੀ ਬਾਦਸ਼ਾਹ ਸੀ ਪਹਿਲੀ ਕਿਤਾਬ ਪੰਜਾਬੀ ਦੀ, ਹੈਦਰ ਪਬਲੀਕੇਸ਼ਨ ਲਾਹੌਰ ਤੋਂ ਛਪੀ ਸੀ। ਉਹਦੇ ਬਾਅਦ ਦੂਸਰੀ ਜਿਹੜੀ ਕਿਤਾਬ ਸੀ ਰਤੀ ਸ਼ਾਮ ਦਾ ਸਫ਼ਰ, ਉਹ ਕਰੇਸ਼ ਅਲ ਪਬਲਿਸ਼ਰਜ਼ ਲਾਹੌਰ ਤੋਂ ਛਪੀ ਸੀ। ਤੀਜੀ ਜਿਹੜੀ ਕਿਤਾਬ ਸੀ ਚੁੱਪ ਸਮਾਨਾ ਵਰਗੀ, ਉਹ ਆਪਣਾ ਹਫੀਜ਼ ਸਾਹਿਬ ਸਨ, ਆਪਣਾ ਸਾਂਝ ਦੀ ਕਿਤਾਬਤ ਵਗੈਰਾ ਕਰਦੇ ਉਹਨਾਂ ਨੇ ਛਾਪੀ ਸੀ। ਹਾਂਜੀ ਸਾਂਝ ਤੇ ਹਫੀਜ਼। ਲੇਕਿਨ ਹੁਣ ਜਿਹੜੀ ਚੌਥੀ ਕਿਤਾਬ ਹੈ ਉਹ ਚੁੱਪ ਗਲੀਆਂ ਦਾ ਮੌਸਮ ਹੈਗਾ, ਤੇ ਉਹਦੀ ਕੰਪੋਜ਼ਿੰਗ ਹੋ ਰਹੀ ਬਾਤ ਹੈ ਕਿ ਅਗਲੇ ਇਸੇ ਸਾਲ ਚ ਕਿਸੇ ਵੇਲੇ ਮੇਰੇ ਖਿਆਲ ਤੇ ਛਪ ਜਾਏਗੀ। ਬਾਕੀ ਨਸਰ ਨੂੰ ਵੀ ਬੜਾ ਜੀ ਕਰਦਾ, ਲੇਕਿਨ ਪਤਾ ਨਹੀਂ ਕਈ ਦਫਾ ਟਾਈਮ ਨਹੀਂ ਇੰਨਾ ਹੁੰਦਾ ਕਿ ਨਸਰ ਵਾਸਤੇ ਬਹੁਤ ਟਾਈਮ ਚਾਹੀਦਾ ਲਿਖਣ ਵਾਸਤੇ। ਲੇਕਿਨ ਮੈਂ ਸ਼ੁਰੂ ਕੀਤਾ ਨਾਵਲ, ਛੋਟਾ ਜਿਹਾ ਨਾਵਲ, ਬਹੁਤ ਵੱਡਾ ਜਿੱਦਾਂ ਤਕਰੀਬਨ ਮੁਕੰਮਲ ਹੀ ਹੈ, ਪੰਜਾਬੀ ਚ ਹੀ ਨਸਰ ਹੈ। ਸੋਨੇ ਦਾ ਬੋਤੋ ਦਾ ਨਾਂ ਰੱਖਿਆ ਤੇ ਹਾਂਜੀ, ਇਹਦੇ ਬਾਅਦ ਜਿੰਨੀ ਵੀ ਸੇਵਾ ਹੋ ਸਕਦੀ ਹੈ ਕਰਾਂਗੇ। ਬਾਕੀ ਹੋਰ ਜਿੰਨੇ ਲੋਕੀ ਸਾਡੇ ਜਿਨ੍ਹਾਂ ਨਾਲ ਹੁਣ ਮੁਲਾਕਾਤ, ਨਜਮ ਸਾਹਿਬ ਨਾਲ, ਜ਼ਾਹਿਦ ਸਾਹਿਬ ਨਾਲ ਮੁਲਾਕਾਤ ਹੋਈ ਹੈ, ਉਹ ਵੀ ਕਰ ਰਹੇ ਨੇ ਸੇਵਾ, ਤੇ ਜਿਨ੍ਹਾਂ ਦਾ ਨਾਮ ਨਾ ਲਿਆ ਉਹ ਸਾਰੇ ਹੀ ਜਾਣਦੇ ਨੇ ਮੈਨੂੰ। ਨਸੀਰ ਸਾਹਿਬ, ਨਬੀਲ ਜਿਹੜੇ ਪ੍ਰਿੰਸੀਪਲ ਨੇ ਸਿਵਲ ਲਾਈਨ ਕਾਲਜ ਦੇ ਵਿੱਚ, ਨਬੀਲ ਸ਼ਾਦ ਸਾਹਿਬ, ਉਹਦੇ ਬਾਅਦ ਜ਼ੁਬੈਰ, ਹਾਂਜੀ ਜ਼ੁਬੈਰ ਸਾਹਿਬ, ਜ਼ੁਬੈਰ ਅਹਿਮਦ ਜੀ ਦੀ ਕਿਤਾਬ ਨੂੰ ਸ਼ਾਇਦ ਇੱਕ ਦੋ ਵਾਰੀ ਆਪਣਾ ਅਵਾਰਡ ਵੀ ਮਿਲਿਆ ਹੈਗਾ, ਠੀਕ ਹੈ, ਢਾਬਾ ਅਵਾਰਡ ਵੀ ਲਿਆ ਉਹਨਾਂ ਨੇ, ਕਿਉਂਕਿ ਲਾਹੌਰ ਚ ਮੈਂ 10-15 ਸਾਲ ਰਿਹਾ, ਇਸ ਕਰਕੇ ਕਾਫੀ ਲੋਕੀ ਜਾਣਦੇ ਨੇ ਮੈਨੂੰ ਉੱਥੇ ਲਾਹੌਰ ਦੇ ਵਿੱਚ। ਬਹਰਹਾਲ ਮੈਂ ਇੱਕ ਗਜ਼ਲ ਹੋਰ ਦੋਸਤਾਂ ਦੀ ਨਜ਼ਰ ਕਰਾਂਗਾ ਕਿ ਅਰਜ਼ ਕਿ ਧੁੱਪਾਂ ਛਾਵਾਂ ਰਾਤ ਨਹੀਂ ਪੁੱਛੀ, ਧੁੱਪਾਂ ਛਾਵਾਂ ਰਾਤ ਨਹੀਂ ਪੁੱਛੀ, ਧੁੱਪਾਂ ਛਾਵਾਂ ਰਾਤ ਨਹੀਂ ਪੁੱਛੀ, ਮੈਂ ਮੌਸਮ ਦੀ ਔਕਾਤ ਨਹੀਂ ਪੁੱਛੀ, ਮੈਂ ਮੌਸਮ ਦੀ ਔਕਾਤ ਨਹੀਂ ਪੁੱਛੀ, ਗਲ ਨੂੰ ਲਾਇਆ ਮੱਥਾ ਚੁੰਮਿਆ, ਅਥਰੂ ਪੂੰਝੇ ਜਾਤ ਨਹੀਂ ਪੁੱਛੀ। ਜ਼ਬਰਦਸਤ, ਗਲ ਨੂੰ ਲਾਇਆ ਮੱਥਾ ਚੁੰਮਿਆ, ਅਥਰੂ ਪੂੰਝੇ ਜਾਤ ਨਹੀਂ ਪੁੱਛੀ, ਤੇ ਅੱਖਾਂ ਦਾ ਦਰਿਆ ਸੀ ਚੜਿਆ, ਅੱਖਾਂ ਦਾ ਦਰਿਆ ਸੀ ਚੜਿਆ, ਇਸੇ ਲਈ ਬਰਸਾਤ ਨਹੀਂ ਪੁੱਛੀ, ਤੇ ਕੀ ਕਰਦਾ ਮੈਂ ਡੁੱਬ ਜਾਣਾ ਸੀ, ਮੈਂ ਕੀ ਕਰਦਾ ਮੈਂ ਡੁੱਬ ਜਾਣਾ ਸੀ, ਨਾ ਕੀ ਕਰਦਾ ਮੈਂ ਡੁੱਬ ਜਾਣਾ ਸੀ, ਛੱਲਾ ਮੇਰੀ ਬਾਤ ਨਹੀਂ ਪੁੱਛੀ, ਵਾਹ ਵਾਹ, ਕੀ ਕਰਦਾ ਮੈਂ ਡੁੱਬ ਜਾਣਾ ਸੀ, ਛੱਲਾ ਮੇਰੀ ਬਾਤ ਨਹੀਂ ਪੁੱਛੀ, ਤੇ ਮੈਂ ਤਸਵੀਰ ਬਣਾਉਣੀ ਸੀ ਬਸ, ਮੈਂ ਤਸਵੀਰ ਬਣਾਉਣੀ ਸੀ ਬਸ, ਰੰਗਾਂ ਦੀ ਜਮਾਤ ਨਹੀਂ ਪੁੱਛੀ, ਵਾਹ, ਮੈਂ ਤਸਵੀਰ ਬਣਾਣੀ ਸੀ ਬਸ, ਰੰਗਾਂ ਦੀ ਜਮਾਤ ਨਹੀਂ ਪੁੱਛੀ, ਤੇ ਉਹਨੇ ਵੀ ਘਰ ਜਾਣਾ ਸੀ, ਉਹਨੇ ਵੀ ਘਰ ਜਾਣਾ ਸੀ, ਮੈਂ ਵੀ ਮੁਲਾਕਾਤ ਨਹੀਂ ਪੁੱਛੀ, ਉਹਨੇ ਵੀ ਘਰ ਜਾਣਾ ਸੀ, ਮੈਂ ਵੀ ਮੁਲਾਕਾਤ ਨਹੀਂ ਪੁੱਛੀ, ਗਲ ਨੂੰ ਲਾਇਆ ਮੱਥਾ ਚੁੰਮਿਆ, ਅਥਰੂ ਪੂੰਝੇ ਜਾਤ ਨਹੀਂ ਪੁੱਛੀ। ਪੰਜਾਬੀ ਗਜ਼ਲ ਮੈਂ ਸ਼ਾਇਦ ਤੁਹਾਨੂੰ ਅੰਦਾਜ਼ਾ ਨੇ, ਜਿਹੜੀਆਂ ਮੇਰੀਆਂ ਤਿੰਨੇ ਕਿਤਾਬਾਂ ਨੇ, ਬੇਸਿਕਲੀ ਮੈਂ ਬੁਨਿਆਦੀ ਤੌਰ ਤੇ ਨਜ਼ਮ ਲਿਖਣੀ ਸ਼ੁਰੂ ਕੀਤੀ, ਤੇ ਜਦੋਂ ਮੈਂ ਪਹਿਲੀ ਵਾਰੀ ਲਾਹੌਰ 'ਚ ਜਾ ਕੇ ਇੱਥੋਂ ਪੜ੍ਹਿਆ ਮੁਸ਼ਾਇਰਾ ਤੇ ਉਹਦੀ ਕਿਤਾਬ ਦੀ ਰੂਨਮਾਈ ਕਰਾਈ, ਦੂਸਰੀ ਕਿਤਾਬ ਦੀ, ਤੇ ਇੱਕ ਬੰਦਾ ਵਿੱਚੋਂ ਉੱਠ ਕੇ ਕਹਿੰਦਾ ਜੀ ਤੁਹਾਡੇ 'ਚ ਮਨੀਰ ਨਿਆਜ਼ੀ ਵੜ ਗਿਆ। ਮੈਂ ਕਿਹਾ ਸੁਣੋ, ਮੇਰੇ 'ਚ ਤੇ ਮਨੀਰ ਨਿਆਜ਼ੀ ਵੜ ਗਿਆ ਤੇ ਤੁਹਾਡੇ 'ਚੋਂ ਨਿਕਲਦਾ ਨਹੀਂ। ਅੱਛਾ, ਲੇਕਿਨ ਮੈਂ ਤਕਰੀਬਨ
ਤਿੰਨੇ ਹੀ ਕਿਤਾਬਾਂ ਜਿਹੜੀਆਂ ਉਹ ਨਜ਼ਮਾਂ ਲਿਖੀਆਂ ਨੇ। ਔਰ ਹੁਣ ਜਿਹੜੀ ਮੈਂ ਕਿਤਾਬ ਛਪ ਰਹੀ ਹੈ ਉਹ ਜਿਹੜੀ ਚੁੱਪ ਗਲੀਆਂ ਦਾ ਮੌਸਮ, ਉਹਦੇ ਵਿੱਚ ਚੰਦ ਇੱਕ ਗਜ਼ਲਾਂ ਨੇ, ਚੰਦ ਇੱਕ ਨਜ਼ਮਾਂ ਨੇ, ਔਰ ਕੁਛ ਬੋਲੀਆਂ ਵੀ ਮੈਂ ਸ਼ੁਰੂ ਕੀਤੀਆਂ ਲਿਖਣੀਆਂ, ਕਿਉਂਕਿ ਇਹ ਵੀ ਇੱਕ ਸਾਡੀ ਸ਼ਾਇਰੀ ਦਾ ਇੱਕ ਬਹੁਤ ਵੱਡਾ ਸਿਨਫ ਕਿਸਮ ਹੈਗੀ ਹੈ। ਬੋਲੀਆਂ ਸੁਣਾ ਜੀ। ਹਾਂ ਨਜ਼ਮਾਂ ਨਾ, ਮੈਂ ਨਜ਼ਮ ਦਾ ਸ਼ਾਇਰ ਹਾਂ, ਮੈਂ ਨਜ਼ਮਾਂ ਹੀ ਲਿਖੀਆਂ ਪੰਜਾਬੀ ਚ ਬਹੁਤ ਜ਼ਿਆਦਾ। ਲੇਕਿਨ ਗਜ਼ਲਾਂ ਮੈਂ ਸਮਝਦਾ ਸੀ ਕਿ ਮੁਸ਼ਾਇਰੇ 'ਚ ਜਾਣਾ ਹੈਗਾ ਜਾਂ ਮੁਸ਼ਾਇਰਾ ਪੜ੍ਹਨਾ ਹੈਗਾ, ਸਾਰੇ ਬੰਦੇ ਤੇ ਮੁਸ਼ਾਇਰੇ ਜਾਂ ਕਈ ਦਫਾ ਐਸੇ ਵੀ ਸ਼ਾਇਰ ਨੇ ਜਿਹੜੇ ਮੁਸ਼ਾਇਰੇ ਜੋਗੇ ਨਹੀਂ ਹੁੰਦੇ, ਜਾਂ ਮੁਸ਼ਾਇਰਾ ਪੜ੍ਹਦੇ ਨੇ ਕੋਈ ਸਵਾਦ ਨਹੀਂ ਆਉਂਦਾ ਉਹਨਾਂ ਦਾ। ਉਹਦੀ ਵਜ੍ਹਾ ਹੈ ਕਿ ਉਹ ਗੱਲ ਸਮਝ ਨਹੀਂ ਆਉਂਦੀ, ਜਾਂ ਕੁਛ ਨਜ਼ਮਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਉਹ ਪੜ੍ਹਨ ਨਾਲ ਉਹਨਾਂ ਦਾ ਤਾਲੁਕ ਹੁੰਦਾ ਕਿ ਪੜ੍ਹ ਕੇ ਸਮਝੀ ਜਾਏ ਗੱਲ। ਫਿਰ ਮੈਨੂੰ ਕਿਸੇ ਨੇ ਕਿਹਾ, ਦੋਸਤਾਂ ਕਿ ਯਾਰ ਤੁਸੀਂ ਗਜ਼ਲ ਵੀ ਕਹਿਣੀ ਸ਼ੁਰੂ ਕਰੋ, ਮੁਸ਼ਾਇਰਾ ਵਗੈਰਾ ਤੁਸੀਂ ਪੜ੍ਹਦੇ ਹੋ, ਇੱਕ ਅੱਧੀ ਗਜ਼ਲ ਬੰਦਾ ਪੜ੍ਹ ਕੇ ਸੁਣਾ ਸਕਦਾ ਵਾ। ਤਾਂ ਫਿਰ ਮੈਂ ਚੰਦ ਇੱਕ ਜਿਹੜੀਆਂ ਹੁਣ ਮੈਂ ਕਿਤਾਬ ਛਪ ਰਹੀ, ਉਹ 'ਚ ਨਜ਼ਮਾਂ ਵੀ ਨੇ, ਕੁਛ ਗਜ਼ਲਾਂ ਨੇ, ਕੁਛ ਪੰਜਾਬੀ। ਆਹ ਦੋ ਤਾਜ਼ਾ ਤਰੀਨ ਗਜ਼ਲਾਂ ਸੀ, ਤੇ ਮੈਂ ਕਿਹਾ ਚਲੋ ਇਸ ਪ੍ਰੋਗਰਾਮ ਜਿਹੜਾ ਬਹੁਤ ਅੱਛਾ ਮੇਰੇ ਕਹਿਣ ਦੇ ਉੱਤੇ ਉਹਨਾਂ ਨੇ, ਜਾਵੇਦ ਸਾਹਿਬ ਨੇ ਕਿਹਾ ਵੀ ਸ਼ੁਰੂ ਕਰਨੇ, ਬਹੁਤ ਪੁਰਾਣੀ ਗੱਲ ਸੀ, ਤੇ ਮੈਂ ਨਾ ਸੁਜੈਸਟ ਕੀਤਾ ਸੀ ਕਿ ਪੰਜਾਬੀ ਦਰਬਾਰ ਦੇ ਨਾਂ ਦੇ ਉੱਤੇ ਤੁਸੀਂ ਪ੍ਰੋਗਰਾਮ ਕੋਈ ਐਸਾ ਬਣਾਓ। ਜਦੋਂ ਕਿ ਪਹਿਲੀ ਵਾਰੀ ਜਦੋਂ ਮੁਸ਼ਾਇਰਾ ਪੜ੍ਹਿਆ ਲਾਹੌਰ ਜਾ ਕੇ, ਜਿਹੜਾ ਹੈਗਾ ਸੀ ਵਿਹੜਾ ਸੀ, ਪਤਾ ਨਹੀਂ ਕਿਹਦਾ ਵਿਹੜਾ ਸੀ, ਵੀ ਮੈਨੂੰ ਯਾਦ ਨਹੀਂ ਹੁਣ ਰਹਿ ਗਿਆ, ਉਹ ਕਿਸੇ ਦਾ ਹੀ ਵਿਹੜਾ ਸੀ, ਤੇ ਉੱਥੇ ਮੁਸ਼ਾਇਰਾ ਹੋਇਆ। ਉੱਥੇ ਹੀ ਮੇਰੀ ਮੁਲਾਕਾਤ ਆਪਣਾ ਘੁੰਮਣ ਸਾਹਿਬ ਨਾਲ ਹੋਈ, ਤੇ ਅਗਲੇ ਦਿਨ ਘੁੰਮਣ ਸਾਹਿਬ ਨੇ ਮੈਨੂੰ ਲਾਹੌਰ ਸਟੇਸ਼ਨ ਰੇਡੀਓ ਪਾਕਿਸਤਾਨ ਲਾਹੌਰ ਉਹਨਾਂ ਕਿਹਾ ਤੁਸੀਂ ਆਓ ਉੱਥੇ ਉਹਨਾਂ ਫਿਰ ਮੇਰੇ 2 ਪ੍ਰੋਗਰਾਮ ਰਿਕਾਰਡ ਕਰਵਾਏ, ਇੱਕ ਚੇਚੇ ਪ੍ਰਾਹੁਣੇ ਦੇ ਹਵਾਲੇ ਨਾਲ, ਤੇ ਇੱਕ ਦਰਬਾਰੀ ਪ੍ਰੋਗਰਾਮ ਚੱਲਦਾ ਸੀ ਉਸ ਟਾਈਮ 'ਚ, ਤੇ ਕਰਵਾਇਆ। ਬਾਕੀ ਮੈਨੂੰ ਇੰਤਹਾਈ ਮਤਲਬ ਖੁਸ਼ੀ ਹੈ ਕਿ ਜਿੰਨੇ ਵੀ ਦੋਸਤ ਆਏ ਆ, ਪੜ੍ਹਨ ਵਾਲੇ ਆਏ ਆ, ਉਹ ਪੰਜਾਬੀ ਹਵਾਲੇ ਨਾਲ ਕਿਸੇ ਵੀ ਸ਼ਾਇਰ ਤੋਂ ਘੱਟ ਨਹੀਂ ਹੈਗੇ, ਸਾਰੇ ਬਹੁਤ ਸੋਹਣਾ ਲਿਖਦੇ ਆ, ਤੇ ਆਪਣਾ ਉਹਨਾਂ ਦਾ ਗ੍ਰਾਫ ਹੈ, ਤੇ ਆਪਣੇ ਆਪ ਹੀ ਉਹਨਾਂ ਦੀ ਮਤਲਬ ਇੱਕ ਡਿਕਸ਼ਨ ਹੈਗੀ ਹੈ, ਖੂਬਸੂਰਤ ਲਿਖਦੇ ਨੇ। ਅੰਜਮ ਸਾਹਿਬ ਵੀ, ਆਪਣਾ ਜ਼ਾਹਿਦ ਸਾਹਿਬ ਵੀ, ਬਾਕੀ ਜਮੀਲ ਸਾਹਿਬ ਬਹੁਤ ਅੱਛੀ ਪੰਜਾਬੀ ਨਾਲ ਬੰਦਿਆਂ ਦਾ ਤਾਰਫ ਕਰਾਉਂਦੇ ਨੇ। ਤੇ ਮੇਰਾ ਖਿਆਲ ਹੈ ਕਿ ਮੈਂ ਜੋ ਕਹਿਣਾ ਸੀ ਕਹਿ ਦਿੱਤਾ, ਤੇ ਗੱਲ ਨੂੰ ਅੱਗੇ ਤੋਰੋ ਤੁਸੀਂ ਹੁਣ। ਯੂਸਫ ਰਿੰਦ ਸਾਹਿਬ ਬਹੁਤ ਬਹੁਤ ਸ਼ੁਕਰੀਆ। ਪਹਿਲੀ ਗੱਲ ਤੇ ਪੰਜਾਬੀ ਦਰਬਾਰ ਦਾ ਜਿਹੜਾ ਹੈ ਉਹ ਇੱਕ ਆਈਡੀਆ ਦੇਣ ਵਾਸਤੇ ਮੈਂ ਸਮਝਦਾ ਹਾਂ ਕਿ ਤੁਸੀਂ, ਕਿਉਂਕਿ ਤੁਸੀਂ ਉਚੇਚਾ ਇਹ ਸਾਰੀ ਜਿਹੜੀ ਹੈ ਖੇਚਲ ਕੀਤੀ, ਔਰ ਤੁਸੀਂ ਸੈਮਸਨ ਜਾਵੇਦ ਸਾਹਿਬ ਨੂੰ ਇਸ ਗੱਲ ਤੇ ਮਨਾ ਲਿਆ ਕਿ ਪੰਜਾਬੀ ਦਰਬਾਰ ਬਣਾਉਣ। ਤੇ ਅਸੀਂ ਪੰਜਾਬੀ ਦਰਬਾਰ ਦੇ ਜਿਹੜੇ ਅਗਲੇ ਸਾਡੇ ਨਾਲ ਉਚੇਚੇ ਸ਼ਾਇਰ ਨੇ, ਲਿਖਾਰੀ ਨੇ, ਔਰ ਖਾਸ ਤੌਰ ਤੇ ਨਸਰ ਦੇ ਸ਼ਾਹਸਵਾਰ ਨੇ ਜਨਾਬ ਨਵੀਦ ਅੰਜੁਮ ਸਾਹਿਬ ਸੀ, ਉਹਨਾਂ ਨੂੰ ਕੋਲ ਦੁਬਾਰਾ ਜਾਵਾਂਗੇ, ਔਰ ਉਹਨਾਂ ਦੇ ਅੱਗੇ ਬੇਨਤੀ ਕਰਦੇ ਹਾਂ ਵੀ ਆਪਣੇ ਕਲਾਮ ਦਾ ਕੋਈ ਇੱਕ ਹਿੱਸਾ ਜਿਹੜਾ ਸਾਡੇ ਨਾਲ ਸ਼ੇਅਰ। ਜਮੀਲ ਸਾਹਿਬ, ਮੈਂ ਤੋਂ ਪਹਿਲਾਂ ਕਿ ਅਸੀਂ ਨਵੀਦ ਅੰਜਮ ਸਾਹਿਬ ਕੋ ਕੋਈ ਸੁਣੀਏ, ਮੇਰਾ ਖਿਆਲ ਹੈ ਥੋੜਾ ਯੂਸਫ ਰਿੰਦ ਸਾਹਿਬ ਨੂੰ ਲਈ ਰਿਕੁਐਸਟ ਕਰਨੇ ਆ ਕਿ ਉਹ ਇੱਕ ਆਪਣੀ ਪਸੰਦ ਦੀ ਜਿੱਥੇ ਸੂਫੀਆਨਾ ਦੀ ਗੱਲਬਾਤ ਹੋਵੇ, ਤੇ ਇੱਕ ਜ਼ਰੂਰ ਨਵਾਜ਼ ਕਰੋ ਤੁਸੀਂ। ਚਲੋ ਜੀ, ਇਹ ਫਰਮਾਇਸ਼ੀ ਪ੍ਰੋਗਰਾਮ ਹੁਣ ਆ ਗਿਆ ਸੈਮਸਨ ਜਾਵੇਦ ਸਾਹਿਬ ਨਹੀਂ ਸਰ ਨਹੀਂ, ਉਧਰ ਵੀ ਸੁਣਨੇ ਆ ਅਸੀਂ। ਹਾਂਜੀ ਅਸੀਂ ਸਾਹਿਬ ਦੇ ਕਹਿਣ ਤੇ ਜਨਾਬ ਯੂਸਫ ਰਿੰਦ ਸਾਹਿਬ, ਚਲੋ ਅਸਲ 'ਚ ਨਾਸਰ ਸਾਹਿਬ ਮੇਰਾ ਜਿਹੜਾ ਸੀ ਨਾ, ਉਹ ਇੱਕ ਏਮ ਜਾਂ ਮੇਰੀ ਪਸੰਦ ਸੀ ਕਿ ਅਸੀਂ 3-3 4-4 ਗਜ਼ਲਾਂ ਵੀ ਸੁਣਾਂਗੇ, ਤੇ ਇੱਕ ਮਾਰਜਨ ਰੱਖਾਂਗੇ ਕਿ ਇੱਕ ਅੱਛਾ ਗੱਲਬਾਤ ਵੀ ਹੋਵੇ, ਤੇ ਨਾਲ 4-4 5-5 ਕਮ ਸੇ ਕਮ ਸੁਣੀਏ, ਤਾਂ ਕਿ ਥੋੜਾ ਮਜ਼ਾ ਵੀ ਲਈਏ ਸ਼ਾਇਰੀ ਦਾ। ਜੀ ਜਮੀਲ ਭਾਈ, ਮੇਰੀ ਤੇ ਪੜ੍ਹਨ ਕਿਉਂਕਿ ਨਜ਼ਮਾਂ ਗਜ਼ਲਾਂ ਤੇ ਤੁਸੀਂ ਫੇਸਬੁੱਕ ਤੇ ਲਾ ਦਿਓ, ਛਪਦੇ ਰਹਿੰਦੇ, ਲੋਕ ਪੜ੍ਹਦੇ ਰਹਿੰਦੇ ਨੇ, ਕੋਈ ਮਸਲਾ ਨਹੀਂ ਹੈ। ਲੇਕਿਨ ਇਹ ਕਿ ਜਿਹੜੀ ਗੱਲ ਮੈਂ ਫੇਸਬੁੱਕ ਤੇ ਨਹੀਂ ਕਰਦਾ, ਜਾਂ ਮੈਨੂੰ ਜ਼ਾਹਿਦ ਦਾ ਨਹੀਂ ਸੀ ਪਤਾ, ਨਜਮ ਦਾ ਨਹੀਂ ਸੀ ਪਤਾ, ਤੁਹਾਡੇ ਨਾਲ ਮੁਲਾਕਾਤ ਹੋ ਚੁੱਕੀ ਹੈ, ਤੇ ਕਈ ਐਸੀਆਂ ਗੱਲਾਂ ਜਿਹੜੀਆਂ ਦਿਲ 'ਚ ਰਹਿ ਜਾਂਦੀਆਂ ਹੁੰਦਾ, ਤੁਸੀਂ ਨਹੀਂ ਕਰ ਸਕਦੇ ਫੇਸਬੁੱਕ ਦੇ ਉੱਤੇ, ਤੇ ਇੰਝ ਆਮਣੇ ਸਾਹਮਣੇ ਬੈਠ ਕੇ ਤੇ ਬੰਦਾ ਕਰ ਸਕਦਾ। ਤੇ ਇਸੇ ਹੀ ਇੱਕ ਵਿਚਾਰ ਨੂੰ ਲੈ ਕੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਯਾਰ ਬੰਦੇ ਬੁਲਾਓ ਐਸੇ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੈਗਾ, ਹੋਰ ਵੀ ਹੋਣਗੇ ਕਈ ਐਸੇ ਬੰਦੇ ਜਿਹਨਾਂ ਦਾ ਮੈਨੂੰ ਨਹੀਂ ਪਤਾ, ਉਹਨਾਂ ਨੂੰ ਮੇਰਾ ਨਹੀਂ ਪਤਾ, ਕਿਉਂਕਿ ਮੇਰੇ ਨਾਂ ਤੋਂ ਬਾਜ਼ ਔਕਾਤ ਲੋਕੀ ਕਹਿ ਦਿੰਦੇ ਯਾਰ ਇਹ ਉੱਥੇ ਬਲੋਚਿਸਤਾਨ ਦਾ ਹੈਗਾ, ਤੇ ਮੈਂ ਚੁੱਕ ਕੇ ਬਲੋਚੀ ਹੈ ਵੀ ਨਹੀਂ,
ਤੇ ਬਹੁਤਾ ਜਾਂ ਤਾਸੁਰ ਲੋਕਾਂ ਨੂੰ, ਕਿਉਂਕਿ ਉਧਰ ਹੀ ਬਲੋਚ ਚ ਨਹੀਂ ਹੁੰਦੇ ਪਏ, ਇੱਧਰ ਕੋ ਨਹੀਂ ਹੈਗੇ, ਤੇ ਪੰਜਾਬ ਚ ਘੱਟ ਹੈਗੇ ਨੇ। ਤੇ ਇਸ ਪ੍ਰੋਗਰਾਮ ਦਾ ਜਿਹੜਾ ਮੁੱਦਾ ਸੀ ਇਹੋ ਹੀ ਸੀ ਕਿ ਆਮਣੇ ਸਾਹਮਣੇ ਗੱਲਬਾਤ ਹੋਵੇ, ਅਦਬ ਤੇ ਗੱਲ ਹੋਵੇ, ਅਦਬ ਦੀ ਜਿਹੜੀ ਉਹਦੀ ਵਸਤ ਤੇ ਗੱਲ ਹੋਵੇ, ਉਹਦੀ ਡਿਕਸ਼ਨ ਤੇ ਗੱਲ, ਉਹਦੇ ਸਲੂਕ ਤੇ ਹੁਨਰ ਤੇ ਗੱਲ ਹੋਵੇ, ਉਹ ਵੀ ਕਰੋ, ਤਾਂ ਕਿ ਨਜ਼ਮਾਂ ਗਜ਼ਲਾਂ ਦਾ ਮੈਂ ਤੇ ਐਡਾ ਕੋਈ ਮਸਲਾ ਨਹੀਂ, ਕਿਉਂਕਿ ਤੁਸੀਂ ਅਪਲੋਡ ਕਰ ਦਿਓ, 5-6 ਹਜ਼ਾਰ ਬੰਦਾ ਪੜ੍ਹ ਲੈਂਦਾ ਹੈਗਾ, ਚਲੋ ਗੱਲ ਮੁੱਕ ਜਾਂਦੀ ਹੈਗੀ ਹੈ। ਤੇ ਗੱਲ ਜਿੰਨੀ ਤੁਸੀਂ ਕਰਨੀ ਹੈ, ਮੈਂ ਸੈਮਸਨ ਸਾਹਿਬ ਦੀ ਇਸ ਮਿਹਰਬਾਨੀ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਮੇਰੇ ਕਹਿਣ ਤੇ ਇੰਨੀ ਵੱਡੀ ਖੇਚਲ ਵੀ ਕੀਤੀ ਹੈ, ਤੇ ਉਹਨਾਂ ਨੇ ਮੈਨੂੰ ਕਿਹਾ ਤੇ ਮੈਂ ਜ਼ਰੂਰ ਐਸੇ ਹੀ ਕਿਤਾਬ ਦਾ ਇੱਕ ਹੋਰ ਗਜ਼ਲ ਹੈਗੀ, ਉਹ ਮੈਂ ਤੁਹਾਨੂੰ ਸੁਣਾਉਣਾ ਕਿ अर्ज सर के पहला प्यार से मुर्शद रुल गया। पहला प्यार से मुर्शद रुल गया, पंछी वर्गा यार से मुर्शद रुल गया। पहला प्यार से मुर्शद रुल गया, पंछी वर्गा प्यार से यार से मुर्शद रुल गया। ਤੇ ਜਿੱਥੇ ਆਪਣੇ ਹੋਣ ਦੀ ਆਵਾਜ਼ ਵੀ ਦਿੱਤੀ ਸੀ, ਜਿੱਥੇ ਆਪਣੇ ਹੋਣ ਦੀ ਆਵਾਜ਼ ਮੈਂ ਦਿੱਤੀ ਸੀ, ਇੱਲਾਂ ਦਾ ਸੰਸਾਰ ਸੀ ਮੁਰਸ਼ਦ ਰੁਲ ਗਿਆ। ਜਿੱਥੇ ਆਪਣੇ ਹੋਣ ਦੀ ਆਵਾਜ਼ ਮੈਂ ਦਿੱਤੀ ਸੀ, ਇੱਲਾਂ ਦਾ ਸੰਸਾਰ ਸੀ ਮੁਰਸ਼ਦ ਰੁਲ ਗਿਆ। ਤੇ ਆਪਣੀ ਆਪ ਗਵਾਈ ਮੈਂ ਨਹੀਂ ਦੇ ਸਕਦਾ, ਆਪਣੀ ਆਪ ਗਵਾਈ ਮੈਂ ਨਹੀਂ ਦੇ ਸਕਦਾ। ਪੱਗਾਂ ਦਾ ਕਰਦਾਰ ਸੀ ਮੁਰਸ਼ਦ ਰੁਲ ਗਿਆ, ਪੱਗਾਂ ਦਾ ਕਰਦਾਰ ਸੀ ਮੁਰਸ਼ਦ ਰੁਲ ਗਿਆ। ਤੇ ਇਸੇ ਲਈ ਤੇ ਸੁਪਨਾ ਸੱਚਾ ਨਹੀਂ ਹੋਇਆ, ਇਸੇ ਲਈ ਤੇ ਸੁਪਨਾ ਸੱਚਾ ਨਹੀਂ ਹੋਇਆ। ਅੰਨਿਆਂ ਤੇ ਇਤਬਾਰ ਸੀ ਮੁਰਸ਼ਦ ਰੁਲ ਗਿਆ, ਇਸੇ ਲਈ ਤੇ ਸੁਪਨਾ ਸੱਚਾ ਨਹੀਂ ਹੋਇਆ। ਅੰਨਿਆਂ ਤੇ ਇਤਬਾਰ ਸੀ ਮੁਰਸ਼ਦ ਰੁਲ ਗਿਆ। ਤੇ ਜਿਸ ਬੂਏ ਤੇ ਥੱਕ ਕੇ ਮੌਸਮ ਹਾਰ ਗਏ, ਜਿਸ ਬੂਏ ਤੇ ਥੱਕ ਕੇ ਮੌਸਮ ਹਾਰ ਗਏ। ਜ਼ਖਮਾਂ ਦਾ ਗੁਲਜ਼ਾਰ ਸੀ ਮੁਰਸ਼ਦ ਰੁਲ ਗਿਆ, ਜਿਸ ਬੂਏ ਤੇ ਥੱਕ ਕੇ ਮੌਸਮ ਹਾਰ ਗਏ। ਜ਼ਖਮਾਂ ਦਾ ਗੁਲਜ਼ਾਰ ਸੀ ਮੁਰਸ਼ਦ ਰੁਲ ਗਿਆ। ਤੇ ਆਖਰੀ ਸ਼ੇਰ ਸਰ ਜ਼ਾਹਿਦ ਸਾਹਿਬ ਤੁਹਾਡੀ ਨਜ਼ਰ ਕਰ ਰਿਹਾ ਕਿ ਮਿੱਟੀ ਦੇ ਮੁੱਲ ਵੇਚਿਆ ਯੂਸਫ ਵੀਰਾ ਨੇ, ਮਿੱਟੀ ਦੇ ਮੁੱਲ ਵੇਚਿਆ ਯੂਸਫ ਵੀਰਾ ਨੇ। ਠੱਗਾਂ ਦਾ ਬਾਜ਼ਾਰ ਸੀ ਮੁਰਸ਼ਦ ਰੁਲ ਗਿਆ, ਮਿੱਟੀ ਦੇ ਮੁੱਲ ਵੇਚਿਆ ਯੂਸਫ ਵੀਰਾ ਨੇ। ਠੱਗਾਂ ਦਾ ਬਾਜ਼ਾਰ ਸੀ ਮੁਰਸ਼ਦ ਰੁਲ ਗਿਆ। ਰਿੰਦ ਸਾਹਿਬ ਮੈਂ ਇੱਕ ਗੱਲ ਪੁੱਛਣਾ ਚਾਹ ਰਿਹਾ ਵਾਂ ਜੀ ਸਰ। ਇਹ ਤੁਸੀਂ ਇਟਲੀ 'ਚ ਦੂਰ ਹੋ ਤੇ ਤੁਸੀਂ ਕੁਝ ਵੇਖਦੇ ਹੋ ਕਿ ਇੱਥੇ ਤੇ ਕੁਝ ਨਜ਼ਰ ਆਉਂਦੇ ਨੇ ਕਿ ਆਪਣੇ ਕੁਝ ਚੈਨਲ ਨੇ, ਉਹਨਾਂ ਨੇ ਆਪਣੇ ਸ਼ਾਇਰ ਵੰਡੇ ਦੇ ਨੇ, ਤੇ ਉਹਨਾਂ ਨੂੰ ਕਦੀ ਆਉਂਦਾ ਤੁਹਾਡੇ ਅੰਦਰ ਦਿਲ ਵਿੱਚ ਉਹ ਜਿਸਾ ਵਾਰਸ ਕਹਿੰਦਾ ਵੇ, ਵਾਰਸ ਵਿੱਚ ਇੱਕ ਡਾਇਲਾਗ ਸੀ ਕਿ ਉਹ ਕਹਿੰਦਾ ਕਿ ਜਦੋਂ ਸੁਰਖ ਬੱਤੀ ਹੁੰਦੀ ਹੈ ਤੇ ਤੈਨੂੰ ਕੁਝ ਹੁੰਦਾ ਨਹੀਂ ਕਿ ਸੁਰਖ ਬੱਤੀ ਕਿਉਂ ਜਲ ਗਈ ਹੈ। ਕੁਝ ਲੱਗਦਾ ਕਿ ਕਿਤੇ ਇਹ ਲੋਕ ਕਿਸੇ ਨੂੰ ਨਗਲੈਕਟ ਕਰਦੇ ਨੇ ਜਾਂ ਇਗਨੋਰ ਕਰਦੇ ਨੇ ਜਾਣਬੁੱਝ ਕੇ ਵੀ। ਜੀ ਯਾਰ ਗੱਲ ਸੁਣੋ, ਇੱਕ ਬੰਦਾ ਸੀ ਉਹਦਾ ਮੈਂ ਨਾਂ ਨਹੀਂ ਲੈਣਾ ਹੈਗਾ, ਵੈਸੇ ਖੁੱਲ ਕੇ ਕਰੋ ਥੋੜਾ ਜਿਹਾ, ਅਸੀਂ ਸਾਡਾ ਗੱਲ ਕਰਨ ਮੈਂ ਉਹਦਾ ਨਾਂ ਨਹੀਂ ਲੈਣਾ। ਉਹਦਾ ਅਦਬ ਨਾਲ ਬੜਾ ਤਾਲੁਕ ਹੈ, ਉਰਦੂ ਅਦਬ ਨਾਲ ਬੜਾ ਤਾਲੁਕ ਹੈ। ਉਹ ਨਾ ਜਦੋਂ ਮੇਰੀ ਉਹਦੀ ਮੁਲਾਕਾਤ ਹੋਈ ਤੇ ਮੈਂ ਉਹਨੂੰ ਇਹ ਗੱਲ ਕਹੀ, ਮੈਂ ਵੈਸੇ ਮਜ਼ਾਕਨ ਨਹੀਂ ਕਿਹਾ, ਮੈਂ ਕਿ ਸਰ ਜਦੋਂ ਤੁਸੀਂ ਆਪਣੀ ਬਾਦਸ਼ਾਹੀ 'ਚ ਆਏ ਹੋ ਤੇ ਮੈਨੂੰ ਯਾਦ ਕਰਨਾ। ਉਹ ਜਦੋਂ ਆਪਣੀ ਬਾਦਸ਼ਾਹੀ 'ਚ ਆਏ ਉਹ ਯਾਦ ਕੀ ਕਰਨਾ, ਉਹ ਭੁੱਲ ਭੱਲ ਗਏ। ਇਗਨੋਰ ਦਾ ਮੈਨੂੰ ਨਹੀਂ ਲੱਗਦਾ ਕਿ ਅਸਲ 'ਚ ਮੈਂ ਤੁਹਾਨੂੰ ਦੱਸਣਾ ਗੱਲ ਕਿ ਹਰ ਇੱਕ ਬੰਦਾ ਜਿਹੜਾ
ਜਿਹਦੇ ਹੱਥ ਵਿੱਚ ਥੋੜੀ ਬਹੁਤ ਅਥਾਰਟੀ ਜਾਂ ਪਲੇਟਫਾਰਮ ਹੈ, ਅਦਬੀ ਪਲੇਟਫਾਰਮ ਕਹਿ ਲਓ, ਕਈ ਵਾਰੀ ਜਾਣ ਬੁੱਝ ਕੇ ਵੀ ਨਜ਼ਰਅੰਦਾਜ਼ ਕਰ ਦਿੰਦੇ। ਫਿਰ ਬਿਲਫਰਜ਼ ਮੇਰਾ ਕਿਉਂਕਿ ਪੰਜਾਬੀ ਅਦਬ ਨਾਲ ਬਹੁਤ ਡੂੰਘਾ ਤਾਲੁਕ ਹੈ, ਮੈਂ ਉਰਦੂ ਚ ਲਿਖਣਾ ਵੀ ਹੈ, ਲਿਖਿਆ ਵੀ ਹੈ, ਲੇਕਿਨ ਮੈਂ ਕਦੀ ਐਡਾ ਕੋਈ ਧਿਆਨ ਨਹੀਂ ਕੀਤਾ। ਪੰਜਾਬੀ ਚ ਕਿਉਂਕਿ ਮੇਰੇ ਅੰਦਰ ਜਿਹੜਾ ਹੈ ਉਹ ਪੰਜਾਬੀ ਬੰਦਾ ਵਸਦਾ ਵੀ ਹੈ ਤੇ ਰਹਿੰਦਾ ਵੀ। ਤੋ ਕਈ ਦਫਾ ਹੁੰਦਾ ਕਿ ਉਰਦੂ ਅਦਬ, ਉਰਦੂ ਮੁਸ਼ਾਇਰੇ ਚ ਕਈ ਦਫਾ ਇਸ ਕਰਕੇ ਵੀ ਲੋਕੀ ਇਗਨੋਰ ਕਰ ਦਿੰਦੇ ਕਿ ਯਾਰ ਉਹ ਪੰਜਾਬੀ ਚ ਲਿਖਦਾ ਹੈਗਾ। ਦੂਸਰੀ ਗੱਲ ਜਿਹੜੀ ਸਾਡੇ ਲੋਕਾਂ ਚ ਨੈਚੁਰਲੀ ਫਿਤਰੀ ਤੌਰ ਤੇ ਹਸਦ ਵੀ ਪਾਈ ਜਾਂਦੀ ਹੈ। ਤੇ ਮੈਂ ਅੱਛਾ ਇੱਕ ਹੋਰ ਗੱਲ ਸੁਣੋ, ਮੈਂ ਆਪ ਵੀ ਬਹੁਤ ਅਵਾਇਡ ਕਰਨਾ, ਉਹਦੀ ਪੁੱਛੋ ਕੋਈ ਗੱਲ। ਜਦੋਂ ਤੁਸੀਂ ਆਪਣੇ ਪਲੇਟਫਾਰਮ ਤੇ ਸਿਰਫ ਯਾਰ ਬੇਲੀਆਂ ਨੂੰ ਬੁਲਾ ਕੇ ਤੇ ਤੁਸੀਂ ਆਪਣੀ ਮਤਲਬ ਠਾਠਾ ਕਰਨੀ ਹੈ, ਤੇ ਜਿਹੜਾ ਬੰਦਾ ਜਿਹੜਾ ਸਹੀ, ਜਿਹੜਾ ਮੈਰਿਟ ਰੱਖਦਾ, ਉਹਨੂੰ ਤੁਸੀਂ ਸਹੀ ਮਕਾਮ ਨਹੀਂ ਦਿੰਦੇ ਜਾਂ ਉਹਨੂੰ ਮਤਲਬ ਕਿ ਸਹੀ ਜਗ੍ਹਾ ਨਹੀਂ ਦਿੰਦੇ ਹੈਗੇ, ਤਾਂ ਫਿਰ ਉਹ ਬੰਦਾ ਆਪੇ ਹੀ ਕਹਿੰਦਾ ਯਾਰ ਦਫਾ ਕਰੋ, ਕੀ ਜਾਣਾ ਹੈਗਾ। ਮੈਂ ਇੱਕ ਬੰਦੇ ਨੂੰ ਰਿਫਿਊਜ਼ ਵੀ ਕਰ ਚੁੱਕਿਆ ਹੋਇਆ, ਸਿੱਧੀ ਜੀ ਗੱਲ ਹੈ ਕਿ ਮੈਨੂੰ ਮਤਲਬ ਚੰਗਾ, ਕਿਉਂਕਿ ਅਗਰ ਤੁਸੀਂ ਪ੍ਰੋਗਰਾਮ ਕਰਵਾਉਂਦੇ ਹੋ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਬੰਦਾ ਕਿੱਥੇ ਰੱਖਣਾ ਹੈਗਾ ਜਾਂ ਉਹ ਕਿੱਥੇ ਰੱਖਿਆ ਜਾ ਸਕਦਾ ਹੈਗਾ। ਗੱਲ ਇਹ ਨਹੀਂ ਕਿ ਉਹਦੇ ਅੱਗੇ ਪਿੱਛੇ ਪੜਨ ਦੇ ਨਾਲ ਉਹ ਬਹੁਤ ਵੱਡਾ ਹੋ ਜਾਏਗਾ। ਮੈਂ ਅੱਗੇ ਵੀ ਕੀਤੀ ਸੀ ਸੰਸਦ ਦਾ, ਤੁਸੀਂ ਹਮੇਸ਼ਾ ਇਹ ਗੱਲ ਕਰਦੇ ਹੋ, ਮੈਂ ਵੀ ਤੁਹਾਡੇ ਨਾਲ ਇਹ ਗੱਲ ਕੀਤੀ ਹੈ ਕਿ ਹਮੇਸ਼ਾ ਬੰਦੇ ਦੀ ਜਿਹੜੀ ਗੱਲ ਹੈ ਨਾ, ਉਹਨੂੰ ਉਹ ਵੱਡਿਆਂ ਕਰ ਦਿੰਦੀ। ਪਿੱਛੋਂ ਪੜ ਲਓ, ਅੱਗੋਂ ਪੜ ਲਓ, ਜਿੱਥੇ ਮਰਜ਼ੀ ਬਿਠਾ ਦਿਓ, ਅੱਗੇ ਕੁਰਸੀ 'ਚ ਪਿੱਛੇ ਕੁਰਸੀ 'ਚ ਬਿਠਾ ਦਿਓ, ਕੋਈ ਫਰਕ ਨਹੀਂ ਪੈਂਦਾ। ਲੇਕਿਨ ਕੁਛ ਚੀਜ਼ਾਂ ਟ੍ਰੈਡੀਸ਼ਨਲ ਜਿਹੜੀਆਂ ਸਾਡੀ ਰਵਾਇਤ ਨੇ ਮੁਸ਼ਾਇਰੇ ਦੀਆਂ, ਉਹ ਪੂਰੀਆਂ ਕਰਨੀਆਂ ਪੈਂਦੀਆਂ ਬਾਅਦ ਔਕਾਤ। ਠੀਕ ਹੈ, ਮੈਨੂੰ ਇਹ ਗੱਲ ਬੜੀ ਖੜਕਦੀ ਤੁਹਾਡੀที่ਹੁਣ ਤੁਸੀਂ ਕੀਤੀ ਹੈਗੀ। ਉਹ ਸੁਰਖਬੱਤੀ ਜਿਹੜੀ ਹੈ ਉਹ ਬੜੀ ਵਾਰੀ ਬਲਦੀ ਹੈ ਤੇ ਬੜੀ ਵਾਰੀ ਬੁੱਝ ਜਾਂਦੀ ਹੈਗੀ ਹੈ, ਤੇ ਮੈਂ ਵੀ ਕਦੀ ਧਿਆਨ ਨਹੀਂ ਦਿੱਤਾ। ਮੈਂ ਤੇ ਡੀਕਨ ਡਿਆ ਸਾਂ ਕਿ ਸਬਜ਼ ਬੱਤੀ ਹੋਏਗੀ ਤਾਂ ਲੰਘ ਜਾਵਾਂਗਾ, ਕੋਈ ਮਸਲਾ ਨਹੀਂ। ਔਰ ਰਿੰਦ ਸਾਹਿਬ ਐਸਾ ਹੁੰਦਾ ਕਿ ਅਕਸਰ ਇਹ ਜਿਹੜੇ ਛੋਟੇ ਨੇ ਨਾ, ਛੋਟੇ ਮਤਲਬ ਜੂਨੀਅਰ ਕਹਿ ਲਓ, ਉਮਰ 'ਚ ਛੋਟੇ, ਸ਼ਾਇਰੀ 'ਚ ਨਹੀਂ ਮੈਂ ਕਹਿ ਰਿਹਾ, ਉਮਰ 'ਚ ਛੋਟੇ, ਉਹਨਾਂ ਨੂੰ ਗਿਲਾ ਹੁੰਦਾ ਆਪਣੇ ਜਿਹੜੇ ਸੀਨੀਅਰ ਨੇ, ਉਹਨਾਂ ਕੋਲ ਬੜਾ ਗਿਲਾ ਹੁੰਦਾ ਕਿ ਇਹ ਨਹੀਂ ਸਾਨੂੰ ਪੁੱਛਦੇ, ਤੇ ਵੱਡਿਆਂ ਨੂੰ ਗਿਲਾ ਹੁੰਦਾ ਵੇ ਇਹਨਾਂ ਕੋ ਕਿ ਇਹ ਨਹੀਂ ਪੁੱਛਦੇ। ਤੇ ਕਈ ਵਾਰੀ ਅੱਜ ਕੱਲ੍ਹ ਨਹੀਂ ਲਿਹਾਜ਼ ਰੱਖਿਆ ਜਾਂਦਾ ਕਿ ਇਹਦਾ ਸਟੈਂਡਰਡ ਕੀ ਹੈ, ਤੈਨੂੰ ਕਿੱਥੇ ਆ ਕੇ ਬਿਠਾ ਦੇਣਾ। ਤੇ ਉਹ ਮੈਨੂੰ ਇੱਕ ਯਾਦ ਹੈ ਕਿ ਮੇਰੇ ਬੜੇ ਮੁਹਤਰਮ ਦੋਸਤ ਸਨ, ਤੇ ਮੈਨੂੰ ਕਿਤੇ ਕਾਫੀ ਪੁਰਾਣੀ ਗੱਲ ਹੈ ਕਿ ਉਹ ਮੈਨੂੰ ਇੱਕ ਝਟਕਾ ਜਿਹਾ ਲੱਗਿਆ, ਮੈਂ ਸ਼ੇਅਰ ਕੀਤਾ। ਤੇ ਮੈਨੂੰ ਕੀ ਕਹਿੰਦਾ ਤੈਨੂੰ ਕਿਹਾ ਸੀ ਨਾ ਸੈਮਸਨ ਕਿ ਤੂੰ ਕਿੱਕਰ ਤੇ ਅੰਗੂਰ ਦੀ ਬੇਲ ਨਾ ਚੜਾ। ਸਹੀ। ਤੇ ਇਹੋ ਹੀ ਜਦੋਂ ਅਸੀਂ ਕਹਿੰਦੇ ਆ ਨਾ ਕਿ ਵਹੀ ਪੱਥਰ ਬਰਸ ਪੜੇ, ਤੇ ਇਹੋ ਹੀ ਗੱਲ ਬਾਜ਼ ਔਕਾਤ ਹੁੰਦੀ ਹੈ। ਤੇ ਚਲੋ ਅੱਗੇ ਵਧਦੇ ਆ। ਹਾਂਜੀ ਨਾਸਰ ਸਾਹਿਬ, ਚਲੋ ਅੱਗੇ ਵਧਦੇ ਆ। ਤੇ ਨਵੀਦ ਅੰਜਮ ਸਾਹਿਬ ਦੇ ਵੀ ਬੜੇ ਤਜਰਬਾਤ ਇਹੋ ਜਿਹੇ ਹੋਏ ਹੋਣਗੇ ਕਿ ਜਦੋਂ ਸੁਸਾਇਟੀ 'ਚ ਜਾਂ ਜਿਹੜਾ ਵੇ ਉਹਨੂੰ ਅਸਲ ਮਕਾਮ ਨਹੀਂ ਮਿਲਦਾ, ਤੇ ਉਹ ਫਿਰ ਉਹਦਾ ਕੀ ਹਾਲ ਹੁੰਦਾ ਹੈਗਾ। ਫਿਰ ਉਹ ਇੱਕ ਬਜ਼ਮੀ ਸਾਹਿਬ ਦਾ ਮੈਨੂੰ ਸ਼ੇਰ ਯਾਦ ਆ ਗਿਆ, ਰਿੰਦ ਸਾਹਿਬ, ਉਹ ਕਹਿੰਦੇ ਨੇ ਕਿ ਮੈਂ ਤਾਂ ਸ਼ਾਇਰ ਹੂੰ, ਤੇਰੇ ਹਿਜਰ में गजल कह लूंगा, बता तू क्या करेगी मेरे बिछड़ जाने के बाद। ਹਾਂ, ਲੇਕਿਨ ਸਰ ਗੱਲ ਸੁਣੋ, ਮੈਂ ਤੁਹਾਡੀ ਗੱਲ ਥੋੜਾ ਜਿਹਾ ਵੱਡਿਆ ਕਰਨਾ ਚਾਹੁੰਦਾ। ਜਿਹੜੀ ਤੁਸੀਂ ਗੱਲ ਕੀਤੀ ਹੈ, ਇਗਨੋਰ ਅਗਰ ਤੁਹਾਨੂੰ ਕੋਈ ਕਰਦਾ ਵੀ ਹੈ ਜਾਂ ਨਹੀਂ ਵੀ ਕਰਦਾ, ਉਹਦੇ ਨਾਲ ਤੁਹਾਡੀ ਸ਼ਾਇਰੀ ਤੇ ਜਾਂ ਤੁਹਾਡੇ ਜਿਹੜਾ ਅੰਦਰ ਅਦੀਬ ਜਾਂ ਰਾਈਟਰ, ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਮੇਰੀ ਗੱਲ ਸਮਝਦੇ ਹੋ? ਬਿਲਕੁਲ। ਅਗਰ ਤੁਹਾਡਾ ਟਰੈਕ ਜਿਹੜਾ ਸਹੀ ਹੈਗਾ ਔਰ ਇਮੇਜ ਤੁਹਾਡਾ ਸਹੀ ਹੈਗਾ, ਤੁਸੀਂ ਪੜ੍ਹਦੇ ਹੋ, ਲਿਖਦੇ ਹੋ, ਤੁਸੀਂ ਜਦੋਂ ਕੋਈ ਗੱਲ ਕਰੋਗੇ, ਲਿਖੋਗੇ, ਤੁਹਾਡੀ ਕੋਈ ਅੱਛੀ ਚੀਜ਼ ਹੋਏਗੀ, ਤੇ ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਨੂੰ ਮਤਲਬ ਐਪਰੀਸ਼ੀਏਟ ਕਰਨਗੇ। ਇੱਕ ਅੱਧੇ ਬੰਦੇ ਦੀ ਗੱਲ ਲਾਜ਼ਮੀ ਨਹੀਂ ਕਿ ਜਿਹੜੀ ਤੁਸੀਂ ਗੱਲ ਕੀਤੀ ਉਹਨੂੰ ਸਾਰੇ ਪਸੰਦ ਕਰਨ, ਮੁਮਕਿਨ ਨਹੀਂ ਹੈਗਾ। ਮੁਮਕਿਨ ਨਹੀਂ ਕਿ ਤੁਹਾਡੀ ਗੱਲ ਨੂੰ ਸਾਰੇ ਲੋਕ ਹੀ ਪਸੰਦ ਕਰਨ, ਨਹੀਂ। ਹੋ ਸਕਦਾ ਚਾਹੁੰਦੇ ਕਿ ਲੋਕ ਤੁਹਾਡੀ ਮੁਖਾਲਫਤ ਵੀ ਕਰਨਗੇ, ਔਰ ਬੜੀ ਜ਼ਰੂਰੀ ਹੈਗੀ ਕਿ ਤੁਹਾਡੀ ਗੱਲ ਦੀ ਮੁਖਾਲਫਤ ਵੀ ਕਰੇ, ਬਹੁਤ ਅੱਛੀ ਗੱਲ ਹੈਗੀ, ਕਰਨੀ ਵੀ ਚਾਹੀਦੀ ਹੈ। ਲੇਕਿਨ ਮੁਖਾਲਫਤ ਬਰਾਏ ਮੁਖਾਲਫਤ ਉਹ ਇੱਕ ਫਜ਼ੂਲੀਅਤ ਹੈਗੀ ਹੈ, ਉਹ ਸਾਡੇ ਲੋਕਾਂ 'ਚ ਆਮ ਪਾਈ ਜਾਂਦੀ ਹੈ। ਠੀਕ, ਐਵੇਂ ਕਹਿ ਦੇਣਾ ਓਏ ਯਾਰ ਇਹਨੂੰ ਕੀ ਪਤਾ, ਅੱਛਾ ਇਹਨੂੰ ਕੀ ਪਤਾ ਕਿ ਗੱਲ ਮਤਲਬ ਟਾਲ ਦੇਣੀ ਆ ਗਈ। ਯਾਰ ਮੈਨੂੰ ਨਹੀਂ ਪਤਾ ਤੇ ਤੂੰ ਦੱਸ ਦੇ ਫਿਰ ਮੈਨੂੰ ਕਿ ਮੈਨੂੰ ਕੀ ਨਹੀਂ ਪਤਾ। ਮੇਰੀ ਗੱਲ ਸਮਝਦੇ ਹੋ ਨਾ? ਅੱਛਾ, ਉਹ ਇੰਨੀ ਗੱਲ ਦੱਸਣ ਜੋਗੇ ਨਹੀਂ ਹੁੰਦੇ ਕਿ ਤੁਹਾਨੂੰ ਜਾਂ ਮੈਨੂੰ ਕੀ ਨਹੀਂ ਪਤਾ ਹੈਗਾ। ਸੋ ਮੈਂ ਇਸ ਚੀਜ਼ ਦਾ ਹਿਰਖ ਨਹੀਂ ਕਰਦਾ, ਕਿਉਂਕਿ ਮੈਨੂੰ ਪਤਾ ਹੈ ਕਿ ਲਾਹੌਰ ਦੇ ਵਿੱਚ ਰਹਿੰਦਿਆਂ ਹੋਇਆਂ ਅਦਬੀ ਪਲੇਟਫਾਰਮ ਦੇ ਉੱਤੇ ਨਾਂ ਪੈਦਾ ਕਰਨਾ, ਜਿਵੇਂ ਨਜ਼ੀਰ ਕੈਸਰ ਸਾਹਿਬ ਨੇ,
और साढ़े बड़े अच्छे लिखने वाले सन। मैं दसना कि अनवर सराम नाल मेरी मुलाकात रही, ਉਹਦੇ ਬਾਅਦ कि गुलजार चौहान नाल मुलाकात, वो बहुत सीनियर सन। ਉਹਦੇ ਬਾਅਦ ਜਿਹੜੇ मसीही लोग ने, ਉਹਦੇ ਬਾਅਦ अनवर सहराम साहब नाल बड़ी मुलाकात रही, लेकिन ये उत्थे नहीं पहुंच सके जिथे नज़ीर कैसर पहुंच गया। ठीक है ना, क्योंकि वो जो लिखदा सी वो मुनफरिद सी, लग थलग लोकां तो लहदा, तो कदों लोकां नूं मिलदा सी। वो देखो वो लिखदा सी, बहुत अच्छा लिखदा सी, और ਉਹਨਾਂ ਲੋਕਾਂ ਨੇ ਉਹਨੂੰ ਐਪਰੀਸ਼ੀਏਟ ਵੀ ਕੀਤਾ ਹੈਗਾ। ਸੋ ਗੱਲ ਇਗਨੋਰ ਕਰਨ ਦਿਓ, ਤੁਸੀਂ ਆਪਣਾ ਕੰਮ ਕਰੋ, ਉਹਨਾਂ ਨੂੰ ਆਪਣਾ ਕੰਮ ਕਰਨ ਦਿਓ, ਦੈਟਸ ਓਕੇ। ਬਿਲਕੁਲ ਠੀਕ ਹੈ। ਹਾਂ, ਸਾਡੇ ਕੋਲ ਜਿਹੜੇ ਦੂਸਰੇ ਭਾਰਤੀ ਨੇ ਜਨਾਬ ਨਵੀਦ ਅੰਜਮ ਸਾਹਿਬ, ਤੁਸੀਂ ਕਿਉਂਕਿ ਨਸਰ ਦੇ ਜਿਹੜੇ ਉਹ ਪੱਗ ਤੁਹਾਡੇ ਸਿਰ ਦੇ ਉੱਤੇ ਆ, ਸੋ ਨਸਰ ਤੇ ਆਪਣੀ ਥਾਂ ਤੇ ਤੁਸੀਂ ਕਰਦੇ ਹੋ, ਔਰ ਤੁਹਾਡੇ ਨਾਲ ਇੱਕ ਪੂਰਾ ਪ੍ਰੋਗਰਾਮ ਜਿਹੜਾ ਪੰਜਾਬੀ ਦਰਬਾਰ ਅਸੀਂ ਸ਼ਾਇਦ ਨਸਰ ਤੇ ਹੀ ਕਰਾਂਗੇ ਨਵੀਦ ਅੰਜਮ ਸਾਹਿਬ, ਤੁਹਾਡੀਆਂ ਕਿਤਾਬਾਂ ਦੇ ਨਾਲ ਔਰ ਤੁਹਾਡੀਆਂ ਜਿਹੜੀਆਂ ਪੰਖੜੀਆਂ ਨੇ ਉਹਨਾਂ ਦੇ ਨਾਲ। ਪਰ ਅੱਜ ਕਿਉਂ ਜੋ ਇੰਨਾ ਕੁ ਵੇਲਾ ਰਹਿ ਗਿਆ ਹੈ ਵੀ ਆਪਾਂ ਸਿਰਫ ਜਿਹੜੀ ਇਹ ਸ਼ਾਇਰੀ ਦੇ ਉੱਤੇ ਜਾਂ ਕੋਈ ਨਜ਼ਮ ਦੇ ਉੱਤੇ ਗੱਲਬਾਤ ਕਰ ਸਕੀਏ, ਤੇ ਤੁਸੀਂ ਜ਼ਰਾ ਮਿਹਰਬਾਨੀ ਕਰੋ, ਹਾਂ ਆਪਣੀ ਸ਼ਾਇਰੀ ਦੇ ਹਵਾਲੇ ਨਾਲ ਕੋਈ ਚੀਜ਼ ਅਤਾ ਫਰਮਾਓ, ਤੇ ਜੇ ਕੋਈ ਖਿਆਲਾਤ ਨੇ ਤੇ ਉਹ ਵੀ ਜ਼ਰੂਰ ਸ਼ੇਅਰ ਕਰੋ। ਮੈਂ ਇਹਨਾਂ ਦੀ ਗੱਲ ਨਾਲ ਇਤਫਾਕ ਕਰਨਾ ਹੈ, ਸੈਮਸਨ ਸਾਹਿਬ ਦੀ ਗੱਲ ਨਾਲ, ਲੇਕਿਨ ਇਤਫਾਕ ਕਰਨਾ ਕਿ ਇਸ ਤਰ੍ਹਾਂ ਹੋ ਰਿਹਾ ਹੈ, ਲੇਕਿਨ ਅਗਰ ਹੋ ਰਿਹਾ ਹੈ ਤੇ ਹੋਣ ਦਿਓ। ਉਹਦੀ ਵਜ੍ਹਾ ਇਹ ਆ ਕਿ ਤੁਹਾਡੇ ਕੰਮ ਨੇ ਬੋਲਣਾ ਹੈ। ਰਾਈਟਰ ਖੁਦ ਟਰੈਵਲ ਨਹੀਂ ਕਰਦਾ, ਉਹਦਾ ਸ਼ੇਅਰ ਟਰੈਵਲ ਕਰਦਾ ਹੈ, ਤੇ ਇਸ ਲਈ ਤੁਹਾਡੇ ਤੁਸੀਂ ਤੁਹਾਨੂੰ ਕੋਈ ਪਹਿਲਾਂ ਹੀ ਪੜ੍ਹਾ ਲੈਂਦਾ ਜਾਂ ਨਹੀਂ ਬੁਲਾਉਂਦਾ, ਕਿਉਂਕਿ ਇਹ ਜਿਹੜੀ ਲੈਗ ਪੂਲਿੰਗ ਜਾਂ ਲਾਹੌਰ ਦੇ ਅਦਬੀ ਹਲਕਿਆਂ ਦਾ ਇੱਕ ਬਹੁਤ ਵੱਡਾ ਹਿੱਸਾ ਬਣ ਚੁੱਕੀ ਹੈ। ਮੁਖਤਲਿਫ ਗਰੁੱਪਸ ਬਣ ਗਏ ਨੇ, ਉਹਨਾਂ ਗਰੁੱਪਸ ਦੇ ਚੱਕਰ 'ਚ ਇਹ ਨਹੀਂ ਖਾਲੀ ਉਧਰ ਯਾਨੀ ਕਿ ਅਦਬੀ ਹਲਕਿਆਂ 'ਚ, ਸਾਡੀ ਕ੍ਰਿਸਚਨ ਕਮਿਊਨਿਟੀ ਵਿੱਚ ਵੀ ਕਾਫੀ ਅਦਬੀ ਹਲਕੇ। ਮੈਂ ਕਈ ਦਫਾ ਮੈਂ ਜਿਸ ਦਿਨ ਪ੍ਰੋਗਰਾਮ ਡਿਜ਼ਾਈਨ ਕਰ ਰਹੇ ਸੀ ਤੇ ਸੈਮਸਨ ਸਾਹਿਬ ਨਾਲ ਮੇਰੀ ਉਸ ਦਿਨ ਗੱਲ ਹੋਈ, ਤੇ ਮੈਨੂੰ ਉਹਨਾਂ ਇੱਕ ਬੰਦੇ ਦਾ, ਮੈਂ ਬੰਦੇ ਦਾ ਨਾਂ ਨਹੀਂ ਲੈਣਾ, ਤੇ ਉਸ ਬੰਦੇ ਨਾਲ ਮੇਰੀ ਗੱਲਬਾਤ ਹੋਈ। ਬਹਾਰ ਕਮਿਊਨਿਟੀ 'ਚ ਬੜਾ ਉਹਦਾ ਆਪਾਂ ਯਾਨੀ ਕਿ ਰੋਬ ਦਬਦਬਾ ਜੀ, ਮੈਂ ਬੜਾ, ਮੇਰੇ ਤੋਂ ਵੱਡਾ ਸ਼ਾਇਰ ਕੋਈ ਨਹੀਂ। ਮੈਂ ਠੀਕ ਹੈ ਜੀ, ਕਿਉਂ ਨਹੀਂ, ਅਸੀਂ ਉਹਨਾਂ ਨੂੰ ਲੈ ਕੇ ਵੀ ਉਹਨਾਂ ਦਾ ਆਖਿਆ ਵੀ ਸਿਰ ਮੱਥੇ ਤੇ ਉਹ ਇੱਕ ਪ੍ਰੋਗਰਾਮ ਤੇ ਜਾਣਾ ਬੈਠੇ ਸਾਂ, ਤੇ ਮੁਸ਼ਾਇਰਾ ਸ਼ੁਰੂ ਹੋਇਆ, ਤੇ ਡੇਵਿਡ ਪਰਸੀ ਤੇ ਉਹ ਬੰਦਾ ਉਹਦੀ ਨਾਲ ਉਹੀ ਬੰਦਾ ਉਹਦੀ ਨਿਜ਼ਾਮਤ ਕਰ ਰਹੇ ਸੀ। ਤੇ ਪਰਸੀ ਨੇ ਕਿਹਾ ਕਿ ਜਦੋਂ ਲਿਸਟ ਬਣਾਈ ਤੇ ਪਰਸੀ ਨੇ ਕਾਫੀ ਥੱਲੇ ਨਾਂ ਲਿਖਿਆ ਵੀ ਨਵੀਦ ਅੰਜਮ ਬੈਠਾ। ਉਹਨੇ ਉਹਦੇ ਹੱਥੇ ਲਿਸਟ ਲੱਗੀ, ਉਹਨੇ ਚੁੱਕ ਕੇ ਮੇਰਾ ਨਾਂ ਤੇ ਪਹਿਲੇ ਹੱਥ ਮੈਨੂੰ ਬੁਲਾ ਲਿਆ। ਮੈਂ ਕਿਹਾ ਬਹੁਤ ਮੋਸਟ ਵੈਲਕਮ, ਕੋਈ ਮਸਲਾ ਨਹੀਂ। ਤੇ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਲੇਕਿਨ ਅਸੀਂ ਇਹਨਾਂ ਨੂੰ ਇਗਨੋਰ ਤੋਂ ਇਲਾਵਾ ਹੋਰ ਕੋਈ ਹੱਲ ਹੀ ਨਹੀਂ ਹੈਗਾ। ਤੇ ਮੈਂ ਤੁਹਾਨੂੰ ਦੋ ਸ਼ੇਰ ਸੁਣਾਨਾ ਗਜ਼ਲ ਦੇ, ਤੁਹਾਨੂੰ ਇਸ ਗੱਲ ਦੀ ਸਮਝ ਆ ਜਾਏਗੀ ਕਿ ਦੁੱਖ ਮੈਂ ਸਹਿਣਾ ਸਮਝ ਨਹੀਂ ਆਈ, ਆ ਗਿਆ ਦੁੱਖ ਮੈਂ ਸਹਿਣਾ ਸਮਝ ਨਹੀਂ ਆਈ, ਉਹ ਇੱਥੇ ਹੀ ਰਹਿਣਾ ਸਮਝ ਨਹੀਂ ਆਈ। ਦੁੱਖ ਮੈਂ ਸਹਿਣਾ ਸਮਝ ਨਹੀਂ ਆਈ, ਉਹ ਇੱਥੇ ਹੀ ਰਹਿਣਾ ਸਮਝ ਨਹੀਂ ਆਈ। ਤੇ ਜੇ ਗੱਲ ਤੇਰੇ ਹੱਕ ਵਿੱਚ ਨਹੀਂ, ਜੇ ਗੱਲ ਤੇਰੇ ਹੱਕ ਵਿੱਚ ਨਹੀਂ, ਤੂੰ ਤੇ ਕਹਿਣਾ ਸਮਝ ਨਹੀਂ ਆਈ। ਜੇ ਗੱਲ ਤੇਰੇ ਹੱਕ ਵਿੱਚ ਨਹੀਂ, ਤੂੰ ਤੇ ਕਹਿਣਾ ਸਮਝ ਨਹੀਂ ਆਈ। ਤੇ ਇਸੇ ਤਾਲੁਕ ਨਾਲ ਸਾਰੀਆਂ ਚੀਜ਼ਾਂ ਨਾਲ, ਹਰ ਚੀਜ਼, ਹਰ ਕੰਮ ਦੇ, ਹਰ ਸ਼ੋਬੇ 'ਚ ਬੰਦੇ ਦੇ ਆਪਣੇ ਮਫਾਦ ਜੁੜੇ ਹੁੰਦੇ ਨੇ। ਪਤਾ ਨਹੀਂ ਕਿ ਕਿਹੜੇ ਚੱਕਰਾਂ 'ਚ ਦੂਸਰੇ ਨੇ ਇਗਨੋਰ ਕਰ ਰਿਹਾ ਜਾਂ ਕੀ ਚੱਕਰ ਹੈ, ਉਹਨੂੰ ਪਿੱਛੋਂ ਕਿਸੇ ਦਾ ਪ੍ਰੈਸ਼ਰ ਹੈ ਵੀ ਇੰਝ ਕਰਨਾ ਹੈ। ਤੇ ਦੋ ਸ਼ੇਰ ਹੈ ਕਿ ਜ਼ਰੂਰਤਾਂ ਸ਼ਹਿਰ ਦਾ ਮੱਲਿਆ ਆਲ ਦਵਾਲਾ ਏ, ਜ਼ਰੂਰਤਾਂ ਸ਼ਹਿਰ ਦਾ ਮੱਲਿਆ ਆਲ ਦਵਾਲਾ ਏ, ਤਾਈਓ ਵੱਜਿਆ ਜੀਭਾਂ ਉੱਤੇ ਤਾਲਾ ਏ। ਵਾਹ ਵਾਹ ਵਾਹ। ਜ਼ਰੂਰਤਾਂ ਸ਼ਹਿਰ ਦਾ ਮੱਲਿਆ ਆਲ ਦਵਾਲਾ ਏ, ਤਾਈਓ ਵੱਜਿਆ ਜੀਭਾਂ ਉੱਤੇ ਤਾਲਾ ਏ। ਤੇ 14ਵੀਂ ਰਾਤ ਨੂੰ ਜਿਸ ਦੀ ਤਾਬ ਨਾ ਝੱਲੀ ਜਾਵੇ, 14ਵੀਂ ਰਾਤ ਨੂੰ ਜਿਸ ਦੀ ਤਾਬ ਨਾ ਝੱਲੀ ਜਾਵੇ, ਗ੍ਰਹਿਣ ਲੱਗੇ ਤੇ ਉਹ ਵੀ ਦਿਸਦਾ ਕਾਲਾ ਏ। ਤੇ ਬੌਨੇ ਲੋਕਾਂ ਦੇ ਪਰਛਾਵੇਂ ਲੰਮੇ ਨੇ, ਬੌਨੇ ਲੋਕਾਂ ਦੇ ਨੇ, ਸੂਰਜ ਛੇਤੀ ਡੁੱਬਣ ਵਾਲਾ ਏ। ਵਾਹ ਵਾਹ ਵਾਹ। ਬੌਨੇ ਲੋਕਾਂ ਦੇ ਪਰਛਾਵੇਂ ਨੇ, ਲੱਗਦਾ ਹੈ ਸੂਰਜ ਛੇਤੀ ਡੁੱਬਣ ਵਾਲਾ ਏ।
ਜ਼ਰੂਰਤਾਂ ਸ਼ਹਿਰ ਦਾ ਮੱਲਿਆ ਆਲ ਦੁਆਲਾ ਏ, ਤਾਈਓ ਵੱਜਿਆ ਜੀਭਾਂ ਉੱਤੇ ਤਾਲਾ ਏ। ਤੇ ਇੱਕ ਗਜ਼ਲ ਦੇ 4-5 ਸ਼ੇਰ ਮੈਂ ਤੁਹਾਡੀ ਅਰਜ਼ ਕਰਨਾ ਕਿ ਨਜ਼ਰ ਕਰ ਰਿਹਾ। ਤੇ ਜਗਪਾਲ ਸਾਹਿਬ ਜਰਾ ਮਕਤੇ ਤੇ ਗੌਰ ਕਰਿਆ ਜੇ। ਜੀ ਜੀ। ਤੇ ਦੱਸਾਂ ਕੀ ਮੈਂ ਕੀਤੇ ਅਥਰੂ, ਦੱਸਾਂ ਕੀ ਮੈਂ ਕੀਤੇ ਅਥਰੂ, ਸਾਰੀ ਉਮਰੇ ਪੀਤੇ ਅਥਰੂ। ਵਾਹ ਵਾਹ। ਦੱਸਾਂ ਕੀ ਮੈਂ ਕੀਤੇ ਅਥਰੂ, ਸਾਰੀ ਉਮਰੇ ਪੀਤੇ ਅਥਰੂ। ਤੇ ਅੱਖੀਓਂ ਓਲੇ ਹੜ ਵਸਦੇ ਨੇ, ਅੱਖੀਓਂ ਓਲੇ ਹੜ ਵਾਹ। ਵਸਦੇ ਅੱਖੀਓਂ ਨੇ। ਓਲੇ ਹੜ ਵਸਦੇ ਨੇ, ਬਨ ਕੇ ਚੁੱਪ ਚਪੀਤੇ ਅਥਰੂ। ਤੇ ਸੂਈ ਆਸ ਦੀ ਪੋਟੇ ਛਿੱਲਦੀ, ਹੂੰ ਸੂਈ ਆਸ ਦੀ ਪੋਟੇ ਛਿੱਲਦੀ, ਹੁਣ ਨਹੀਂ ਜਾਂਦੇ ਸੀਤੇ ਅਥਰੂ। ਵਾਹ। ਬਹੁਤ ਸੂਈ ਖੂਬਸੂਰਤ। ਆਸ ਦੀ ਪੋਟੇ ਛਿੱਲਦੀ, ਹੁਣ ਨਹੀਂ ਜਾਂਦੇ ਸੀਤੇ ਅਥਰੂ। ਤੇ ਆਪਸ ਦੇ ਵਿੱਚ ਕੀ ਲੱਗਦੇ ਨੇ, ਆਪਸ ਦੇ ਵਿੱਚ ਕੀ ਲੱਗਦੇ ਨੇ, ਇੱਜ਼ਤ ਸ਼ਰਮਾ ਧੀ ਤੇ ਅਥਰੂ। ਵਾਹ ਵਾਹ ਵਾਹ। ਆਪਸ ਦੇ ਵਿੱਚ ਕੀ ਲੱਗਦੇ ਨੇ, ਇੱਜ਼ਤ ਸ਼ਰਮਾ ਧੀ ਤੇ ਅਥਰੂ। ਤੇ ਸ਼ੇਰ ਕਾਬਿਲ ਗੌਰ ਹੈ ਕਿ ਕੱਲ ਉੱਥੇ ਇੱਕ ਮਸਜਿਦ ਹੋ ਸੀ, ਕੱਲ ਉੱਥੇ ਇੱਕ ਮਸਜਿਦ ਹੋ ਸੀ, ਅੱਜ ਮੈਂ ਜਿੱਥੇ ਨੀਚਤੇ ਅਥਰੂ। ਵਾਹ। ਕੱਲ ਉੱਥੇ ਇੱਕ ਮਸਜਿਦ ਹੋ ਸੀ, ਅੱਜ ਮੈਂ ਜਿੱਥੇ ਨੀਚਤੇ ਅਥਰੂ। ਵਾਹ ਦੱਸਾਂ ਵਾਹ ਕੀ ਵਾਹ। ਮੈਂ ਕੀਤੇ ਅਥਰੂ, ਸਾਰੀ ਉਮਰੇ ਪੀਤੇ ਅਥਰੂ। ਵਾਹ 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 ਵਾਹ। ਵਾਹ 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 ਵਾਹ। ਬਹੁਤ ਆਲਾ ਜੀ, ਤੇ ਬਹੁਤ ਆਲਾ ਹੁਕਮ ਸਾਹਿਬ। ਔਰ ਇਹ ਵਾਲੀ ਤੇ ਵੈਸੇ ਵਾਕਈ ਮਤਲਬ ਬੰਬੇ ਪੱਟ ਕਿਸਮ ਦੀ ਜਿਹੜੀ ਹੈ ਤੁਹਾਡੀ ਗਜ਼ਲ ਹੈ, ਔਰ ਬੜੀ ਸੱਚਾਈ ਦੇ ਕਰੀਬ ਤਰੀਨ ਹੈ। ਔਰ ਜਿਹੜਾ ਤੁਹਾਡਾ ਮੁਸ਼ਾਹਿਦਾ ਹੈ, ਜਿਹੜਾ ਤੁਹਾਡਾ ਵੇਖਣ ਦਾ ਅੰਦਾਜ਼ ਹੈ ਚੀਜ਼ਾਂ ਨੂੰ, ਉਹਨੇ ਵਾਕਈ ਇੰਸਪਾਇਰ ਕੀਤਾ ਹੈ, ਉਹਨੇ ਮਜ਼ਾ ਹਾਂਜੀ ਦਿੱਤਾ ਹੈ, ਉਹਨੇ ਅੰਦਰੋਂ ਇੱਕ ਵਾਰੀ ਛਿੱਲਿਆ ਵਾਕਈ। ਮਤਲਬ ਹਾਂਜੀ। ਤੇ ਪੰਜ ਸ਼ੇਰਾਂ ਦੀ ਇੱਕ ਗਜ਼ਲ ਹੈ, ਇੱਕ ਹੋਰ ਸੁਣਾ ਕੇ ਫਿਰ ਤੁਸੀਂ ਅੱਗੇ ਟੁਰ ਪਿਆ ਜੀ। ਜੀ ਜੀ। ਕਿ ਦਿਸਦੇ ਨਹੀਂ ਕਿਨਾਰੇ ਮੈਨੂੰ, ਦਿਸਦੇ ਨਹੀਂ ਕਿਨਾਰੇ ਮੈਨੂੰ, ਦਿਸਦੇ ਨਹੀਂ ਕਿਨਾਰੇ ਮੈਨੂੰ, ਕੀਕਨ ਛਲ ਉਭਾਰੇ ਮੈਨੂੰ। ਵਾਹ। ਦਿਸਦੇ ਨਹੀਂ ਕਿਨਾਰੇ ਮੈਨੂੰ, ਕੀਕਨ ਛਲ ਉਭਾਰੇ ਮੈਨੂੰ। ਤੇ ਖਬਰੇ ਜਿੰਦ ਨੂੰ ਮੈਂ ਗੁਜ਼ਾਰਾਂ, ਜਾਂ ਫਿਰ ਜਿੰਦ ਗੁਜ਼ਾਰੇ ਮੈਨੂੰ। ਗੁਜ਼ਾਰੇ ਮੈਨੂੰ, ਵਾਹ। ਖਬਰੇ ਜਿੰਦ ਨੂੰ ਮੈਂ ਗੁਜ਼ਾਰਾਂ, ਜਾਂ ਫਿਰ ਜਿੰਦ ਗੁਜ਼ਾਰੇ ਮੈਨੂੰ। ਗੁਜ਼ਾਰੇ ਮੈਨੂੰ। ਦਿਸਦੇ ਨਹੀਂ ਕਿਨਾਰੇ ਮੈਨੂੰ। ਇਹ 2 ਸ਼ੇਰ ਮੇਰੇ ਜ਼ਿਹਨ ਚ ਆ ਗਏ, ਬਾਕੀ 3 ਸ਼ੇਰ ਮੇਰੇ ਮਾਈਂਡ ਚ ਇਸ ਟਾਈਮ ਸਕਿਪ ਹੋ ਗਏ ਨੇ ਤੇ ਨਹੀਂ ਆ ਰਹੇ। ਤੇ ਚਲੋ ਇੱਕ ਆਖਰੀ ਸ਼ੇਰ ਉਹਦਾ ਸੁਣਾਤਾ ਗਜ਼ਲ ਦਾ, ਤੇ ਇੱਕ ਮੈਂ ਪਹਿਲਾ ਸ਼ੇਰ ਫਾਸਲੇ ਸੁਣਾਤਾ ਹੈ। ਫਾਸਲੇ ਗਜ਼ਲ ਜਿਹੜਾ ਸ਼ੇਰ ਸੀ ਉਹ ਤੁਸੀਂ ਸੁਣਾ ਦਿੱਤਾ ਹੈ। ਔਰ ਮੈਂ ਹਾਂਜੀ ਸਮਝਣਾ ਕਿ ਜਦ ਤੱਕ ਇਹ ਬੜਾ ਚੰਗਾ ਵਿਚਾਰ ਹੈ ਵੀ ਜਦੋਂ ਤੱਕ ਬੰਦੇ ਦੇ ਆਪਣੇ ਅੰਦਰ ਕੋਈ ਸ਼ੈ ਨਾ ਹੋਵੇ ਤੇ ਕੋਈ ਦੂਸਰਾ ਉਹਨੂੰ ਕਿਸ ਤਰ੍ਹਾਂ ਚੁੱਕ ਸਕਦਾ ਹੈ। ਬਹੁਤ ਹਾਂਜੀ ਹਾਂਜੀ। ਬਹੁਤ ਨਹੀਂ ਇੱਕ ਸ਼ੇਰ ਆ ਗਿਆ ਹੈ ਕਿ ਮੈਂ ਜਿੱਤਾਂ ਤੂੰ ਹਾਰ ਜਾਵੇਂ। ਮੈਂ ਜਿੱਤਾਂ ਤੂੰ ਹਾਰ ਜਾਵੇਂ। ਇਹ ਹਾਂਜੀ ਸ਼ੇਰ ਤੇ ਗੌਰ ਕਰਨ ਵਾਲੀ ਗੱਲ ਹੈ ਕਿ ਮੈਂ ਜਿੱਤਾਂ ਤੂੰ ਹਾਰ ਜਾਵੇਂ, ਇਹ ਗੱਲ ਵੀ ਨਹੀਂ ਵਾਰੇ ਮੈਨੂੰ। ਇਹ ਗੱਲ ਵੀ ਨਹੀਂ ਬਾਰੇ ਮੈਨੂੰ। ਵਾਹ, ਸਹੀ ਮੈਂ ਹੈ। ਜਿੱਤਾਂ ਤੂੰ ਹਾਰ ਜਾਵੇਂ, ਇਹ ਗੱਲ ਵੀ ਨਹੀਂ ਵਾਰੇ ਮੈਨੂੰ, ਕੀਕਨ ਛਲ ਉਬਾਰੇ ਮੈਨੂੰ। ਹਾਂਜੀ ਦੱਸਦੇ ਨਹੀਂ ਜੀ, ਕਿਨਾਰੇ ਮੈਨੂੰ ਕਦੀ ਮੌਕਾ ਜੀ। ਮਿਲਿਆ ਪੂਰੀ ਗਜ਼ਲ ਸੁਣਾਵਾਂਗਾ ਜੀ। ਅਸੀਂ ਚੱਲਾਂਗੇ ਔਰ ਅਸੀਂ ਜ਼ਾਹਦ ਜਰਪਾਲੀ ਸਾਹਿਬ ਨੂੰ ਆਖਾਂਗੇ ਬਈ ਨਾਲੇ ਕੋਈ ਜੇਕਰ ਤੁਸੀਂ ਸਾਰੀ ਗੱਲਬਾਤ ਨੂੰ ਜਿਹੜਾ ਹੈ ਉਹਨੂੰ ਦੁਬਾਰਾ ਕੋਈ ਉਹਦੇ ਚ ਗੱਲ ਚੰਗੀ ਲੱਗੀ ਉਹਨੂੰ ਦੁਹਰਾਉਣਾ ਚਾਹੁੰਦੇ ਹੋ, ਜਾਂ ਆਪਣਾ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ, ਜਾਂ ਤਾਂ ਨਹੀਂ ਬਲਕਿ ਇਹਦੇ ਚ ਜਾਂ ਵਾਲੀ ਗੱਲ ਤਾਂ ਨਹੀਂ, ਬਲਕਿ ਇਹ ਸਾਡੀ ਜਿਹੜੀ ਹੈ ਡਿਮਾਂਡ ਹੈ, ਇਹ ਸਾਡੀ ਆਸ ਹੈ, ਪਰ ਇਹ ਸਾਡੀ ਮੰਗ ਹੈ ਕਿ ਤੁਸੀਂ ਚੰਗੇ ਜਿਹੇ ਆਪਣੇ ਕੋਈ ਸ਼ੇਰ ਵੀ ਜਿਹੜੇ ਨੇ ਉਹ ਆਏ ਸਾਨੂੰ। ਜੀ ਜੀ। ਬੜੀਆਂ ਚੰਗੀਆਂ ਲੱਗੀਆਂ, ਬੜੇ ਗੌਰ ਨਾਲ ਸੁਣੀਆਂ ਗੱਲਾਂ ਨਵੀਦ ਦੀਆਂ ਤੇ ਯੂਸਫ ਬਾਈ ਦੀਆਂ। ਤੇ ਕੁਝ ਸ਼ਿਕਵਾ ਉਹਨਾਂ ਦੀਆਂ ਗੱਲਾਂ ਦੇ ਵਿੱਚ ਸੀ ਲਾਹੌਰ ਦੀ ਅਦਬੀ ਮਹਿਫਲਾਂ ਦਾ। ਤੇ ਨਵੀਦ ਨੂੰ ਵੀ ਪਤਾ ਹੈ ਅਸੀਂ ਇਹਨਾਂ ਹੀ ਅਦਬੀ ਮਹਿਫਲਾਂ ਦਾ ਹਿੱਸਾ ਆ, ਤੇ ਜ਼ਾਹਿਰ ਹੈ ਉਹਨਾਂ ਨਾਲ ਹੀ ਗਿਲੇ ਵੀ ਬਣਦੇ ਆ। ਬਹਰਹਾਲ ਹੈ ਕਿ ਸ਼ਾਇਰੀ ਜਿਹੜੀ ਹੈ ਇੱਕ ਬੰਦੇ ਦੀ
ਖੁਦਾ ਦਾਤ ਦੀ ਸਲਾਹੀਅਤ ਹੈ ਅੱਲਾਹ ਤਾਲਾ ਦੀ ਤਰਫੋਂ। ਬੰਦੇ 'ਚ ਟੈਲੈਂਟ ਹੁੰਦਾ ਹੈ ਤੇ ਉਹ ਜਿਹਦੇ 'ਚ ਹੁੰਦਾ ਹੈ ਨਾ, ਉਹ ਬਾਬੇ ਨਜਮੀ ਵਾਂਗੂ ਕਿ ਉਹ ਪੱਥਰਾਂ ਜਿਹੜਾ ਨਾ ਸੀਨਾ ਪਾੜ ਕੇ ਪੱਥਰਾਂ ਦਾ ਉੱਗੀ ਪੈਂਦਾ ਉਹ ਬੰਦਾ। ਬੇਨਤੇ ਨੇ ਜਿਹੜੇ ਹਾਂ ਸ਼ਿਕਵਾ ਕਰਨ ਮੁਕੱਦਰਾਂ ਦਾ, ਜਿਹੜੇ ਬਹਿ ਕੇ ਉੱਗਣ ਵਾਲੇ ਉੱਗ ਸ਼ਿਕਵਾ ਪੈਂਦੇ ਨੇ। ਹਾਂ ਚੁੱਕਣ ਵਾਲੇ ਉੱਗ ਬਈ- ਪੈਂਦੇ ਨੇ ਸੀਨਾ ਚੀਰ ਕੇ ਪੱਥਰਾਂ ਦਾ। ਹਾਂ ਜਿਹਦੇ ਉੱਗਣ ਵਿੱਚ ਵਾਲੇ ਕੁਝ ਉੱਗ ਹੁੰਦਾ ਹੈ ਪੈਂਦੇ ਨੇ ਪਾੜ ਕੇ ਸੀਨਾ ਉਹ- ਪੱਥਰਾਂ ਦਾ। ਉਹਦੇ ਵਿੱਚ ਤੁਹਾਨੂੰ ਇਹ ਹੋ ਸਕਦਾ ਕਿ ਚਲੋ ਥੋੜੀ ਦੇਰ ਲੱਗ ਸਕਦੀ ਹੈ, ਸ਼ਾਰਟਕਟ ਨਹੀਂ ਤੁਹਾਡਾ ਬਣਿਆ ਤੇ ਤੁਸੀਂ ਥੋੜੀ ਦੇਰ ਕਰੋਗੇ, ਲੇਕਿਨ ਤੁਹਾਨੂੰ ਦੁਨੀਆ ਮਸਲਸਲ ਇਗਨੋਰ ਨਹੀਂ ਕਰ ਸਕਦੀ। ਅਗਰ ਤੁਹਾਡੀ ਸ਼ਾਇਰੀ ਦੇ ਵਿੱਚ ਕੁਝ ਵਜ਼ਨ ਹੈ, ਉਹਦੇ ਵਿੱਚ ਕੋਈ ਖਿਆਲਾਤ ਅੱਛੇ ਨੇ, ਤੁਹਾਡੇ ਜਿਹੜੀ ਸੋਚ ਹੈ ਉਹਦੀ ਉਡਾਰੀ ਉੱਚੀ ਹੈ, ਤੇ ਉਹਨੂੰ ਕਿਸੇ ਦੀ ਕੀ ਜਾਏ ਉਹਨੂੰ ਫੜ ਲਵੇ। ਤੇ ਬਾਕੀ ਚੀਜ਼ਾਂ ਚਲਦੀਆਂ ਰਹਿੰਦੀਆਂ। ਅਸੀਂ ਵੀ ਇਸੇ ਸਾਜ਼ ਇਹਨਾਂ ਚੀਜ਼ਾਂ ਦਾ ਹੀ, ਇਹਨਾਂ ਤਨਜ਼ੀਮਾਂ ਦਾ ਇੱਥੇ ਹੀ ਇਹ ਵੀ ਹੈ ਕਿ ਇਹਨਾਂ ਨਾਲ ਰਹਿ ਕੇ ਸਿੱਖਿਆ ਵੀ ਬੜਾ ਕੁਛ ਹੈ। ਸਾਰਾ ਕੁਛ ਆਪਣੇ ਯਾਰਾਂ ਦੋਸਤਾਂ ਦੇ ਨਾਲ ਫਿਰੀ ਤੁਰੀ ਦਾ, ਇਹਨਾਂ ਦੀਆਂ ਸ਼ੇਰੋ ਸ਼ਾਇਰੀ ਸੁਣੀ ਦੀ ਹੈ, ਹੋਰ ਜ਼ਿੰਦਗੀ ਗੁਜ਼ਾਰਨ ਦੀਆਂ 100 ਗੱਲਾਂ ਬਾਤਾਂ ਬੰਦਾ ਹਾਸਲ ਕਰਦਾ ਹੈ ਨਾ ਚੀਜ਼ਾਂ ਦੇ ਵਿੱਚ ਹੀ। ਤੇ ਮੇਰੇ ਆਪਣਾ ਵੀ ਇਹੋ ਹੀ ਵਿਚਾਰ ਹੁੰਦਾ ਕਿ ਮੇਰਾ ਆਪਣਾ ਖਿਆਲ ਇਹੀ ਹੈ ਕਿ ਜੇ ਤੁਹਾਡੇ ਕੋਲ ਲਫ਼ਜ਼ ਹੈ ਨਾ, ਤੇ ਉਹ ਕਿਸੇ ਨਾ ਕਿਸੇ ਕੋਲ ਉਹਨਾਂ 'ਚ ਪਾਵਰ ਹੈ, ਤੇ ਉਹ ਕਿਸੇ ਦੇ ਦਿਲ ਤੇ ਉਹਦੇ ਕੰਨਾਂ ਰਾਹੀਂ ਦਿਲ ਤੱਕ ਪਹੁੰਚ ਹੀ ਜਾਂਦੇ ਆ। ਚਲੋ ਇਹ ਤੇ ਚਲਦੀਆਂ ਰਹਿਣਗੀਆਂ, ਡਿਬੇਟ ਹੁੰਦੀ ਰਹੇਗੀ ਜਦੋਂ ਤੱਕ ਦੁਨੀਆ ਕਾਇਮ ਹੈ। ਮੁਖਤਲਿਫ ਮਸਲੇ ਮਸਾਇਲ ਇਨਸਾਨਾਂ ਨਾਲ ਰਹਿਣਗੇ, ਅਦਬੀ ਲੋਕਾਂ ਨਾਲ ਵੀ ਰਹਿਣਗੇ। ਆਪਣਾ ਹਿੱਸਾ ਅਸੀਂ ਜਿਵੇਂ ਕਰਦੇ ਰਹਿੰਦੇ ਹਾਂ, ਹਰ ਕੋਈ ਆਪਣੇ ਜਿਹਦਾ ਕੋਈ ਜਿਹਦੇ ਨਾਲ ਲਗਾਓ ਹੁੰਦਾ ਹੈ। ਥੋੜੇ ਦਿਨ ਪਹਿਲੇ ਸ਼ਿਵ ਕੁਮਾਰ ਬਟਾਲਵੀ 23 ਜੁਲਾਈ ਨੂੰ ਉਹਨਾਂ ਦਾ ਜਨਮ ਦਿਨ ਸੀ, ਤੇ ਅਸੀਂ ਇੱਥੇ ਬੜਾ ਉਹਨਾਂ ਦੀ ਮਜਲਿਸ ਵੀ ਉਹਨਾਂ ਦੇ ਨਾਂ ਦੀ ਕਾਇਮ ਕੀਤੀ। ਯਾਰਾਂ ਦੋਸਤਾਂ ਰਲ ਕੇ ਅਸੀਂ ਪ੍ਰੋਗਰਾਮ ਵੀ ਬੜਾ ਅੱਛਾ ਕੀਤਾ। ਤੇ ਉਹਦਾ ਇਹੀ ਹੈ ਕਿ ਕੁਝ ਲੋਕ ਜਿਹੜੇ ਆ ਉਹ ਐਕਟਿਵ ਰਹਿੰਦੇ ਨੇ, ਉਹਨਾਂ ਵਿੱਚੋਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ। ਕੁਝ ਪੰਜਾਬੀ ਸਾਡੀ ਜਿਹੜੀ ਮਾਂ ਬੋਲੀ ਹੈ ਉਹਦੀ ਖਿਦਮਤ ਹੋ ਜਾਂਦੀ ਹੈ, ਤੇ ਸਾਰਾ ਕੁਝ ਵਿੱਚ ਹੀ ਹੈ। ਲੇਕਿਨ ਅਸੀਂ ਫਿਰ ਵੀ ਨਾ ਉਮੀਦ ਨਹੀਂ ਹੈ ਇਹਨਾਂ ਚੀਜ਼ਾਂ ਤੋਂ, ਤੇ ਨਾ ਉਮੀਦੀ ਜਿਹੜੀ ਆ ਉਹ ਕਰਨੀ ਵੀ ਨਹੀਂ ਚਾਹੀਦੀ। ਬੰਦੇ ਨੂੰ ਨਾ ਉਮੀਦ ਨਹੀਂ ਹੋਣਾ ਚਾਹੀਦਾ, ਬੰਦੇ ਨੂੰ ਉਮੀਦ ਰੱਖਣੀ ਚਾਹੀਦੀ ਹੈ, ਤੇ ਕੋਈ ਨਾ ਕੋਈ ਰਸਤਾ ਅੱਲਾ ਦੀ ਤਰਫੋਂ ਨਿਕਲਦਾ ਹੀ ਰਹਿੰਦਾ। ਤੇ ਮੈਂ ਤੁਹਾਨੂੰ ਚਲੋ ਗਜ਼ਲ ਦੇ ਕੁਝ ਸ਼ੇਰ ਸੁਣਾ ਦਿੰਨਾ ਕਿ ਦੁਨੀਆ ਜਦੋਂ ਨਾ ਦੇ ਸਕੀ ਜਿਹੜਾ ਮੇਰਾ ਮੁਕਾਮ ਸੀ, ਦੁਨੀਆ ਜਦੋਂ ਨਾ ਦੇ ਸਕੀ ਜਿਹੜਾ ਮੇਰਾ ਮੁਕਾਮ ਸੀ, ਮੁਕਾਮ ਸੀ, ਤਾਈਓ ਮੈਂ ਹੱਥ ਜੋੜ ਕੇ ਕੀਤਾ ਇਹਨੂੰ ਸਲਾਮ ਸੀ। ਵਾਹ ਵਾਹ, ਅੱਛਾ ਹੋ ਗਿਆ। ਤਾਈਓ ਮੈਂ ਤੇ ਹੱਥ ਜੋੜਿਆ। ਪੂਰਾ ਗਿਰਾਂ ਸੀ ਕਹਿ ਰਿਹਾ, ਮੰਨ ਲੈ ਜੋ ਕਹਿੰਦਾ ਚੌਧਰੀ। ਆਹ, ਪੂਰਾ ਗਰਾਂ ਸੀ ਕਹਿ ਰਿਹਾ, ਪੂਰਾ ਗਿਰਾਂ ਸੀ ਕਹਿ ਰਿਹਾ, ਮੰਨ ਲੈ ਜੋ ਕਹਿੰਦਾ ਚੌਧਰੀ। ਕਾਨੂੰ ਮੈਂ ਮੰਨਦਾ ਹਰ ਉਹਦੀ, ਕੀ ਮੈਂ ਉਹਦਾ ਗੁਲਾਮ ਸੀ। ਆਹ, ਕਰਕੇ ਕਸ਼ੀਦ ਖੂਨ ਚੋਂ ਅਥਰੂ ਮੈਂ ਪੀਂਦਾ ਮਰ ਗਿਆ। ਕਰਕੇ ਕਸ਼ੀਦ ਖੂਨ ਚੋਂ ਅਥਰੂ ਮੈਂ ਪੀਂਦਾ ਮਰ ਗਿਆ। ਮੇਰੇ ਜੇ ਬੁਜ਼ਦਿਲਾਂ ਲਈ ਸਾਕੀ ਨਾ ਦਾਰੂ ਜਾਮ ਸੀ। ਆਹ, ਵਾਹ ਵਾਹ। ਤੇ ਅੰਦਰਾਟਿਆਂ ਦੀ ਵਾਟ ਤੇ ਕਿਵੇਂ ਮੈਂ ਅੱਖਾਂ ਖੋਲਦਾ। ਅੰਦਰਾਟਿਆਂ ਦੀ ਵਾਟ ਤੇ ਕਿਵੇਂ ਮੈਂ ਅੱਖਾਂ ਖੋਲਦਾ। ਜਿੰਨੀ ਡਰਾਉਣੀ ਪੋ ਫੁੱਟੀ ਉਸ ਤੋਂ ਡਰਾਉਣੀ ਸ਼ਾਮ ਸੀ। ਵਾਹ, ਉਸ ਤੋਂ ਡਰਾਉਣੀ ਸ਼ਾਮ ਸੀ। ਤੇ ਦੁਨੀਆ ਜਹਾਂ ਦੀ ਰਹਿਬਰੀ ਕਿਵੇਂ ਮੈਂ ਕਰਦਾ ਦੋਸਤੋ। ਦੁਨੀਆ ਜਹਾਂ ਦੀ ਰਹਿਬਰੀ ਕਿਵੇਂ ਮੈਂ ਕਰਦਾ ਦੋਸਤੋ। ਅੰਨਾ ਮੇਰਾ ਉਸਤਾਦ ਸੀ, ਕਾਣਾ ਮੇਰਾ ਇਮਾਮ ਸੀ। ਵਾਹ, ਅੱਛਾ ਹੈ। ਅੰਨਾ ਮੇਰਾ ਉਸਤਾਦ ਸੀ। ਸਜਦੇ ਬਗੈਰ ਪਾ ਲਏ ਮੱਥੇ ਚਟਾਕ ਨਾਮ ਦੇ। ਸਜਦੇ ਬਗੈਰ ਪਾ ਲਏ ਮੱਥੇ ਚਟਾਕ ਨਾਮ ਦੇ। ਤਮਿਆਂ ਦੇ ਵਿੱਚ ਰਕੂ ਰਹੇ, ਲੋਭਾਂ ਦੇ ਵਿੱਚ ਕਿਆਮ ਸੀ। ਤੇ ਨਵੀਦ ਭਾਈ ਜੀ ਜੀ। ਨਿਕਲੀਆਂ ਜਦ ਘਰ ਚੋਂ ਗੱਲਾਂ, ਮੇਰੇ ਆਹ, ਉਹਦੇ ਵਰਦੀਆਂ। ਮੇਰੇ ਉਹਦੇ ਵਰਦੀਆਂ। ਹਾਂ, ਨਿਕਲੀਆਂ ਜਦ ਘਰ ਚੋਂ ਗੱਲਾਂ, ਮੇਰੇ ਉਹਦੇ ਵਰਦੀਆਂ। ਹੋਰ ਦੀਆਂ
ਹੋਰ ਹੋਈਆਂ ਗੱਲਾਂ ਸਾਡੇ ਘਰ ਦੀਆਂ। ਹੋਰ ਦੀਆਂ ਹੋਰ ਹੋਈਆਂ। ਵਾਹ ਵਾਹ, ਅੱਛਾ ਹੈ। ਤੇ ਮੋਢੇ ਨਾਲ ਮੋਢਾ ਰਿਹਾ, ਨਾ ਪੈਰਾਂ ਦੇ ਨਾਲ ਪੈਰ ਰਹੇ। ਹੂੰ ਮੋਢੇ ਨਾਲ ਮੋਢਾ ਰਿਹਾ, ਨਾ ਪੈਰਾਂ ਦੇ ਨਾਲ ਪੈਰ ਰਹੇ। ਮੁੱਲਾਂ ਹੋਰਾਂ ਨੀਤ ਲਈਆਂ, ਜਦ ਨਮਾਜ਼ਾਂ ਸ਼ਰਦੀਆਂ। ਵਾਹ 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 ਵਾਹ, ਵਾਹ ਵਾਹ। ਬਹੁਤ ਬਹੁਤ ਖੂਬ, ਬਹੁਤ ਖੂਬ। ਬਹੁਤ ਆਲਾ। ਤੇ ਹਮ, ਤੇ ਤੇਰੇ ਹਮ, ਕੰਬਲ ਜ਼ਰਦਾਰਾ, ਇੱਕ ਦਿਨ ਤੇਰੇ ਉਹਨਾਂ ਨੇ ਕੰਬਲ ਖੋਮਣੇ। ਜ਼ਰਦਾ। ਵਾਹ ਵਾਹ, ਹਾਂ ਠੀਕ ਹੈ। ਤੇਰੇ ਕੰਬਲ ਜ਼ਰਦਾਰਾ, ਇੱਕ ਦਿਨ ਉਹਨਾਂ ਨੇ ਖੋਮਣੇ। ਪਾਟੇ ਝੱਗਿਆਂ ਵਿੱਚ ਲੰਘਾਈਆਂ ਨੇ ਜਿਨ੍ਹਾਂ ਅੱਜ ਸਰਦੀਆਂ। ਵਾਹ 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 ਵਾਹ, ਪਾਟੇ ਝੱਗਿਆਂ ਵਿੱਚ ਲੰਘਾਈਆਂ ਨੇ। ਤੇ ਪੂਰ ਕਿਵੇਂ ਪਾਰ ਲੱਗਣ ਜੇ ਮਲਾਵਾਂ ਕੋਲ ਹੋਣ। ਪੂਰ ਕਿਵੇਂ ਪਾਰ ਲੱਗਣ ਜੇ ਮਲਾਵਾਂ ਕੋਲ ਹੋਣ। ਹੱਥ ਚੱਪੂ ਕਾਗਜ਼ਾਂ ਦੇ, ਬੇੜੀਆਂ ਪੱਥਰ ਦੀਆਂ। ਵਾਹ ਵਾਹ, ਹੱਥ ਚੱਪੂ ਕਾਗਜ਼ਾਂ ਦੇ। ਤੇ ਸਥਰਾਂ ਗਾਵਾਂ ਚ ਸ਼ਾਮ ਪੈ ਗਈ ਏ। ਤੱਤੀਆਂ ਵਾਵਾਂ ਚ ਸ਼ਾਮ ਪੈ ਗਈ ਏ। ਆਹ ਅੱਛਾ ਹੈ। ਤੈਨੂੰ ਲੱਭਦੇ ਲੱਭੀਂਦੇ ਚੰਨ ਸੱਜਣਾ, ਹੂੰ ਮੈਨੂੰ ਰਾਵਾਂ ਚ ਸ਼ਾਮ ਪੈ ਗਈ ਏ। ਮੈਨੂੰ ਰਾਵਾਂ 'ਚ ਸ਼ਾਮ ਪੈ ਗਈ ਹੈ। ਹਮ, ਬਹੁਤ ਖੂਬ, ਬਹੁਤ ਤੇ ਖੂਬ। ਹੁੰਦਾ। ਦਿਲ ਤੇ ਤੈਨੂੰ ਮੈਂ ਦੇ ਹੀ ਦੇਣਾ ਸੀ। ਆਹ ਦੇ ਹੀ ਦੇਣਾ ਸੀ। ਹੂੰ ਦਿਲ ਤੇ ਤੈਨੂੰ ਮੈਂ ਦੇ ਹੀ ਦੇਣਾ ਸੀ, ਪਰ ਸਲਾਵਾਂ ਚ ਸ਼ਾਮ ਪੈ ਗਈ ਏ। ਰਾਵਾਂ 'ਚ ਸ਼ਾਮ ਸਲਾਮ। ਪੈ ਗਈ ਹੈ। ਹੂੰ ਬਹੁਤ ਖੂਬ, ਤੇ ਬਹੁਤ ਖੂਬ ਜੀ। ਤੇ ਮੇਰੀ ਪੱਗ ਨੂੰ ਉਤਾਂ ਰੱਖੀ ਮੌਲਾ। ਮੇਰੀ ਅੱਛਾ। ਪੱਗ ਨੂੰ ਉਤਾਂ ਰੱਖੀ ਮੌਲਾ, ਟੁੱਟੀਆਂ ਬਾਹਾਂ ਚ ਸ਼ਾਮ ਪੈ ਗਈ ਏ। ਸ਼ਾਮ ਪੈ ਗਈ ਹੈ। ਤੇ ਯੂਸਫ ਭਾਈ ਦੇ ਨਾਲ ਸ਼ੇਰ ਆ ਕਿ ਆਪਣਾ ਯੂਸਫ ਸੰਭਾਲ ਨੀ ਮਾਏ। ਆਹ ਆਪਣਾ ਯੂਸਫ ਸੰਭਾਲ ਨੀ ਮਾਏ, ਅੱਜ ਭਰਾਵਾਂ ਚ ਸ਼ਾਮ ਪੈ ਗਈ ਏ। ਅੱਜ ਭਰਾਵਾਂ 'ਚ ਵਾਹ ਸ਼ਾਮ ਪੈ ਵਾਹ ਗਈ। ਵਾਹ, ਬਹੁਤ ਖੂਬ, ਬਹੁਤ ਖੂਬ। ਆਪਣਾ ਯੂਸਫ ਸੰਭਾਲ ਨੀ ਮਾਏ, ਅੱਜ ਭਰਾਵਾਂ ਚ ਸ਼ਾਮ ਪੈ ਗਈ ਏ। ਤੈਨੂੰ ਲੱਭਦੇ ਲੱਭੀਂਦੇ ਚੰਨ ਸੱਜਣਾ, ਮੈਨੂੰ ਰਾਵਾਂ ਚ ਸ਼ਾਮ ਪੈ ਗਈ। ਸ਼ਾਮ ਪੈ ਗਈ। ਬਹੁਤ ਤੇ ਠੀਕ ਹੈ, ਕਾਫੀ ਹੋ ਗਿਆ ਮੇਰੇ ਖਿਆਲ ਸੈਸ਼ਨ ਹੁਣ। ਬਹੁਤ ਅੱਛਾ ਤੇ ਜਾਇਦ ਭਾਈ, ਅਗਲੀ ਵਾਰੀ ਜਦੋਂ ਖੁਦਾ ਸਾਨੂੰ ਮੌਕਾ ਦੇਗਾ, ਅਸੀਂ ਜ਼ਰੂਰ ਜਿਹੜਾ ਇੱਕ ਪੰਜਾਬੀ ਦਰਬਾਰ ਜਿਹੜਾ ਹੈ ਉਹਦੇ 'ਚ ਤੁਹਾਨੂੰ ਔਰ ਦੂਸਰੇ ਦੋਸਤਾਂ ਨੂੰ ਜਦੋਂ ਵੀ ਮੌਕਾ ਮਿਲੇਗਾ ਜ਼ਰੂਰ ਸੁਣਾਂਗੇ। ਔਰ ਸਮਸਨ ਭਾਈ, ਅੱਜ ਦੀ ਜਿਹੜਾ ਪੰਜਾਬੀ ਦਰਬਾਰ ਹੈ, ਮੇਰਾ ਖਿਆਲ ਹੈ ਕਿ ਕਾਫੀ ਰਜਵਾ ਹੋ ਗਿਆ ਹੈ, ਕਾਫੀ ਸੋਹਣਾ ਹੋ ਗਿਆ ਹੈ। ਤੇ ਅੱਜ ਦੇ ਪੰਜਾਬੀ ਦਰਬਾਰ ਦੇ ਵਿੱਚ ਅਸੀਂ ਜਨਾਬ ਯੂਸਫ ਰਿੰਦ ਸਾਹਿਬ ਦੀ ਸ਼ਮੂਲੀਅਤ ਨੂੰ, ਜਨਾਬ ਨਵੀਦ ਅੰਜੁਮ ਸਾਹਿਬ ਦੀ ਸ਼ਮੂਲੀਅਤ ਨੂੰ, ਔਰ ਜਨਾਬ ਜ਼ਾਹਿਦ ਜਸਪਾਲਵੀ ਜਰਪਾਲਵੀ ਜ਼ਾਹਿਦ ਜਰਪਾਲਵੀ ਸਾਹਿਬ ਦੀ ਜਿਹੜੀ ਸ਼ਿਰਕਤ ਹੈ, ਔਰ ਜਿਹੜਾ ਆਣਾ ਹੈ ਉਹਨਾਂ ਦਾ, ਉਹਨੂੰ ਅਸੀਂ ਬੜਾ ਸਰਾਹਨੇ ਆ। ਔਰ ਉਹਨਾਂ ਨੇ ਬੜੀ ਸਾਡੇ ਤੇ ਕਿਰਪਾ ਕੀਤੀ, ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਸੁੱਚਾ ਵੇਲਾ ਸੀ ਉਹ ਸਾਡੇ ਨਾਲ ਕੀਤਾ, ਔਰ ਕਾਫੀ ਸਾਰਾ ਵੇਲਾ ਸਾਨੂੰ ਦਿੱਤਾ, ਬਲਕਿ ਉਹ ਵੀ ਦਿੱਤਾ ਜਿਹੜਾ ਉਹ ਨਹੀਂ ਸਾਨੂੰ ਦੇ ਸਕਦੇ, ਕਿਉਂਕਿ ਸ਼ੁਰੂ 'ਚ ਮੈਨੂੰ ਕੁਝ ਦੋਸਤਾਂ ਦੱਸਿਆ ਵੀ ਉਹਨਾਂ ਦੇ ਕੰਮ ਵੀ ਹੈਗੇ ਨੇ। ਪਰ ਜਿਉਂਦੇ ਰਹੋ, ਸਦਾ ਖੁਸ਼ ਰਹੋ, ਔਰ ਇੰਜ ਦੇ ਦਰਬਾਰ ਜਿਹੜੇ ਨੇ ਸੱਜਦੇ ਰਹਿਣ, ਫੱਬਦੇ ਰਹਿਣ, ਔਰ ਯਾਰਾਂ ਦੀਆਂ ਜਿਹੜੀਆਂ ਮਹਿਫਲਾਂ ਨੇ, ਯਾਰਾਂ ਦੀਆਂ ਜਿਹੜੀਆਂ ਬੈਠਕਾਂ ਨੇ, ਉਹ ਇੰਝ ਰਹਿਣ, ਕਿਉਂ ਜੋ ਜੀਵਨ ਨਾਲ ਹੀ ਸਾਰੀਆਂ ਗੱਲਾਂ ਨੇ, ਔਰ ਜੱਗ ਜਿਉਂਦਿਆਂ ਦੇ ਮਿਲੇ ਨੇ। ਸੋ ਬੇਲੀਓ, ਮੇਰੇ ਵੱਲੋਂ ਔਰ ਪੰਜਾਬੀ ਦਰਬਾਰ ਵੱਲੋਂ ਔਰ ਐਨਸੀਐਨ ਟੀਵੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਬਹੁਤ ਸਾਰੀਆਂ ਦੁਆਵਾਂ ਢੇਰ। ਅੱਲਾ ਬੇਲੀ। ਅੱਲਾ ਬੇਲੀ। ਓਕੇ ਔਰ ਮੈਂ ਓਕੇ ਥੋੜੀ ਜਿਹੀ ਗੱਲ ਤੁਹਾਡੀ ਅੱਗੇ ਤੋਰਦਿਆਂ ਹੋਇਆ ਗੱਲ ਕਰਾਂਗਾ ਕਿ ਸ਼ਾਇਰ ਹੋਵੇ ਜਾਂ ਤਖਲੀਕਾਰ ਕੋਈ ਵੀ ਹੋਵੇ, ਨਸਰ ਨਗਾਰ ਹੋਵੇ, ਉਹ ਤਖਲੀਕੀ ਅਮਲ ਇੱਕ ਬੜਾ ਮੁਸ਼ਕਿਲ ਜਿਹਾ ਅਮਲ ਹੁੰਦਾ ਹੈ। ਤੇ ਸ਼ਾਇਰ ਜਿਹੜਾ ਬੜਾ ਅਹਿਸਾਸ ਕਿਸਮ ਦਾ, ਅਗਰ ਅਸੀਂ ਮੀਰ ਤਕੀ ਮੀਰ ਨੂੰ ਵੀ ਵੇਖਦੇ ਹਾਂ ਤੇ ਉਹਦੇ ਬੈਕ 'ਚ ਇੱਕ ਖਿੜਕੀ ਸੀ, ਉਹਨੂੰ ਸਾਰੀ ਉਮਰ ਪਤਾ ਹੀ ਨਹੀਂ ਲੱਗਾ ਕਿ ਉਹ ਖਿੜਕੀ ਵੀ ਹੈ ਸੀ, ਕਿਉਂਕਿ ਉਹ ਉਸ ਦਰਿਆ ਵੱਲ ਸੀ ਖਿੜਕੀ ਉਹਦੀ, ਉਹਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਕੀ ਇੰਨਾ ਅਹਿਸਾਸ ਹੁੰਦਾ। ਲੇਕਿਨ ਉਹਦਾ ਜਿਹੜੀ ਤਖਲੀਕੀ ਅਮਲ ਹੈ ਉਹ ਆਪਣੇ ਮਾਹੌਲ ਇਰਦ ਗਿਰਦ ਵੱਲੋਂ ਜਿਹੜਾ ਵੇ ਉਹ ਅਡਾਪਟ ਕਰਦਾ ਵੇ,
ਤੇ ਜਦੋਂ ਉਹ ਕਈ ਲੋਕ ਐਸੇ ਮੇਰੀ ਜ਼ਿੰਦਗੀ 'ਚ ਬੜੇ ਇਹੋ ਜਿਹੇ ਤਜਰਬੇ ਆਏ ਨੇ ਤੇ ਮੈਂ ਕੁਝ ਲਿਖ ਦਿੱਤਾ ਹੈ ਤੇ ਜਿਹੜਾ ਵੇ ਅੰਦਰੋਂ ਕੱਢਿਆ ਵੇ ਤੇ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਇਹ ਤੇ ਤੂੰ ਮੈਨੂੰ ਲਾ ਦਿੱਤਾ ਵੇ, ਤੂੰ ਤੇ ਇਹ ਮੇਰੇ ਵਾਸਤੇ ਲਿਖਿਆ ਸੀ। ਤੇ ਇਸ ਲਈ ਨਾਜ਼ਰੀਨ ਕੋਈ ਵੀ ਹੁੰਦਾ ਹੈ, ਇਹ ਗੱਲਾਂ ਹੁੰਦੀਆਂ ਨੇ ਕਈ, ਉਹ ਸਮਝਣਾ ਚਾਹੀਦਾ ਹੈ ਕਿ ਸ਼ਾਇਰ ਉਹ ਕਿਸੇ ਨੂੰ ਲਾਂਦਾ ਨਹੀਂ ਬਲਕਿ ਉਹਦੇ ਅੰਦਰ ਜਿਹੜਾ ਕੋਈ ਅਹਿਸਾਸ ਹੁੰਦਾ ਉਹਨੂੰ ਸਾਹਮਣੇ ਲਿਆਂਦਾ। ਤੇ ਮੈਂ ਫਿਰ ਰਿੰਦ ਸਾਹਿਬ ਤੁਹਾਡਾ ਬੜਾ ਸ਼ੁਕਰੀਆ ਅਦਾ ਕਰਨਾ, ਨਵੀਦ ਅੰਜਮ ਸਾਹਿਬ ਦਾ, ਨਾਸਰ ਜਮੀਲ ਸਾਹਿਬ ਦਾ, ਔਰ ਇਸੇ ਤਰ੍ਹਾਂ ਦੂਸਰੇ ਜਿਹੜੇ ਸਾਡੇ ਨਾਲ ਸਾਥੀ ਆਏ ਦੇ ਸਨ। ਤੇ ਤੁਹਾਡੇ ਸਾਰਿਆਂ ਕੋ ਇਜਾਜ਼ਤ ਲਵਾਂਗਾ। ਇੱਕ ਫਿਰ ਅਸੀਂ ਕਿਸੇ ਵਕਤ ਥੋੜਾ ਜਿਹਾ ਹਟ ਕੇ ਔਰ ਸ਼ਿਕਵੇ ਗਿਲੇ ਜਿਹੜੇ ਆਮ ਜ਼ਿੰਦਗੀ 'ਚ ਨੇ ਉਹਦੇ 'ਚ ਵੀ ਗੱਲ ਕਰ ਸਕਨੇ ਆ ਕਿ ਕਿਉਂ ਕਈ ਲੋਕ ਉਹਨਾਂ ਦੀ ਚॉइस ਕੀ ਹੁੰਦੀ, ਉਹ ਪਸੰਦ ਕਰਦੇ ਆ ਸਾਹਮਣੇ ਲਿਆਉਂਦੇ ਨੇ ਤੇ ਉਹ ਕਰਦੇ ਨੇ। ਤੇ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਰਿੰਦ ਸਾਹਿਬ ਤੁਸੀਂ ਕੁਝ ਗੱਲ ਕਰਨਾ ਚਾਹੁੰਦੇ ਹੋ ਤੇ ਕਰੋ ਤੇ ਇਜਾਜ਼ਤ ਲਈਏ ਅਸੀਂ ਆਪਣੇ ਨਾਜ਼ਰੀਨਾਂ। ਬੜੀ ਸੋਹਣੀ ਗੱਲ ਮੈਂ ਇਸ ਲਈ ਕਹਿਣਾ ਕਿ ਇਹ ਗੱਲ ਪੱਲੇ ਬਣਨ ਵਾਲੀ ਹੈ ਕਿ ਬੋੜਾਂ ਥੱਲੇ ਬੋੜ ਉਗਦੇ ਨੇ। ਅੱਛਾ, ਬੋੜਾਂ ਥੱਲੇ ਬੋੜ ਉਗਦਾ ਮੇਰਾ ਕਿੱਕਰਾਂ ਦੇ ਚੜਾਉਣ ਦੀ ਲੋੜ ਹੀ ਕੋਈ ਨਹੀਂ, ਬੋੜਾਂ ਥੱਲੇ ਬਵਾਂਗੇ ਤੇ ਬੋੜ ਹੀ ਉਗਣਗੇ। ਇਸ ਕਰਕੇ ਕਿੱਕਰ ਤੇ ਅੰਗੂਰ ਚੜਾਉਣ ਦੀ ਲੋੜ ਕੋਈ ਨਹੀਂ ਹੈਗੀ, ਬੋੜਾਂ ਦੀ ਛਾਵੇਂ ਬਹਿਣ ਦੀ ਲੋੜ ਹੈ ਸਾਨੂੰ, ਤੇ ਮੇਰਾ ਖਿਆਲ ਹੈ ਕਿ ਬੋੜ ਹੀ ਉਗਣਗੇ। ਇਸ ਲਈ ਸੈਮਸਨ ਸਾਹਿਬ ਦੀ ਸੋਬਤ 'ਚ ਤੇ ਜਿਹੜੇ ਮਿੱਤਰ ਆਏ ਨੇ, ਦੋਸਤ ਬੇਲੀ ਆਏ, ਉਹਨਾਂ ਦੀ ਸੋਬਤ 'ਚ ਰਵਾਂਗੇ ਤੇ ਲਾਜ਼ਮੀ ਗੱਲ ਹੈ ਕਿ ਸਾਡੇ ਅਦਬੀ ਜਿਹੜਾ ਸਫ਼ਰ ਹੈ ਉਹ ਹੋਰ ਜ਼ਿਆਦਾ ਖੁੱਲ ਕੇ ਸਾਹਮਣੇ ਆਏਗਾ, ਉਹ 'ਚ ਹੋਰ ਵਸਤ ਪੈਦਾ ਹੋਏਗੀ, ਔਰ ਉਹ ਮਤਲਬ ਜਿਹੜਾ ਸਾਡਾ ਸ਼ੇਰ ਜਾਂ ਅਦਬੀ ਸਫ਼ਰ ਹੈ ਉਹ ਮਤਲਬ ਕਿ ਟਰੈਵਲ ਕਰੇਗਾ, ਕਿਉਂਕਿ ਇੱਕ ਦੂਜੇ ਦਾ ਹੱਥ ਫੜ ਕੇ ਅਸੀਂ ਟਰੈਵਲ ਕਰਾਂਗੇ ਤੇ ਜ਼ਿਆਦਾ ਮਜ਼ਾ ਆਏਗਾ। ਕੱਲਾ ਬੰਦਾ ਰਹਿ ਜਾਏ ਤੇ ਕੱਲਾ ਤਰੁੱਖ ਵੀ ਚੰਗਾ ਨਹੀਂ, ਸਿਆਣਿਆਂ ਨੇ ਕਿਹਾ। ਠੀਕ ਹੈ, ਬਾਕੀ ਬੜਾ ਸੋਹਣਾ ਪ੍ਰੋਗਰਾਮ ਕੀਤਾ ਜਮੀਲ ਸਾਹਿਬ ਨੇ, ਉਹਨਾਂ ਨੂੰ ਦਾਦ ਵੀ ਦੇਣੀ ਚਾਹੀਦੀ ਹੈ। ਉਹ ਜ਼ਰੂਰ ਹਮੇਸ਼ਾ ਤੁਹਾਡੇ ਕਹਿਣ ਤੇ ਹਾਜ਼ਰ ਹੁੰਦੇ ਨੇ ਔਰ ਆ ਵੀ ਜਾਂਦੇ ਨੇ ਜੀ, ਤੇ ਬੜੀ ਸੋਹਣੀ ਗੱਲ ਹੈਗੀ। ਅੱਜ ਦੀ ਮਹਿਫਲ ਲਈ, ਅੱਜ ਦੇ ਦਰਬਾਰ ਲਈ ਮੇਰੇ ਵੱਲੋਂ ਸਾਰਿਆਂ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕ, ਤੇ ਤੁਹਾਨੂੰ ਬਹੁਤ ਜ਼ਿਆਦਾ ਮੁਬਾਰਕ ਕਿ ਤੁਸੀਂ ਐਡੀ ਵੱਡੀ ਖੇਚਲ ਕੀਤੀ, ਦੋਸਤਾਂ ਨੂੰ ਇਕੱਠਿਆਂ ਕੀਤਾ ਤੇ ਬਿਠਾਇਆ ਤੇ ਸਾਨੂੰ ਮਤਲਬ ਇੱਕ ਦੂਜੇ ਦਾ ਪਤਾ ਲੱਗਿਆ। ਇਨਸ਼ਾਅੱਲਾ ਅੱਗੇ ਵੀ ਕੋਈ ਪ੍ਰੋਗਰਾਮ ਹੋਏਗਾ, ਔਰ ਮੇਰਾ ਸੁਜੈਸ਼ਨ ਇਹ ਕਦੀ ਕਦਾਰ ਜਦੋਂ ਤੁਹਾਡਾ ਜੀ ਕਰਦਾ ਉਦੋਂ ਪੰਜਾਬੀ 2-4 ਬੰਦਿਆਂ ਨੂੰ ਬਿਠਾ ਕੇ ਜਿਹੜੇ ਅਸੀਂ ਕਦੀ ਵੇਖੇ ਨਹੀਂ ਹੈਗੇ ਤੇ ਉਹ ਪੰਜਾਬੀ ਦੀ ਸੇਵਾ ਕਰਦੇ ਪਏ ਨੇ ਤੇ ਉਹਨਾਂ ਨੂੰ ਮਤਲਬ ਉਹਨਾਂ ਦੀ ਮੁਲਾਕਾਤ ਕਰਾਈ ਜਾਏ। ਇਸ ਮੁਲਾਕਾਤ ਲਈ ਇੰਤਹਾਈ ਮਿਹਰਬਾਨੀ, ਤੇ ਅੱਲਾਹ ਤੁਹਾਨੂੰ ਹੋਰ, ਖੁਦਾਵੰਦ ਤੁਹਾਨੂੰ ਹੋਰ ਮੌਕਾ ਦੇਵੇ, ਹੋਰ ਹਿੰਮਤ ਤਾਕਤ ਦੇਵੇ, ਤੇ ਸਾਰਿਆਂ ਦੋਸਤਾਂ ਨੂੰ ਮੇਰੇ ਵੱਲੋਂ ਸਲਾਮ ਦੁਆ, ਤੇ ਇਨਸ਼ਾਅੱਲਾ ਮੁਲਾਕਾਤ ਵੀ ਹੋਏਗੀ। ਜੀ ਜੀ, ਬਹੁਤ ਸ਼ੁਕਰੀਆ। ਤੇ ਮੈਂ ਇੱਕ ਸ਼ੇਰ ਦੇ ਨਾਲ ਇਹਦਾ ਨਾ ਇਖਤਤਾਮ ਕਰਨਾ ਤੇ ਜੀ ਸਰ ਇਜਾਜ਼ਤ ਵੀ ਲੈਣੇ ਆ ਸੀ ਕਿ ਉਹ ਇੱਕ ਹੈ ਤੇ ਪੁਰਾਣੀ ਬਹਿਰ ਜਿਹੀ ਹੈ, ਪੁਰਾਣਾ ਹੀ ਹੈ ਕਿ ਜਦੋਂ ਅਸੀਂ ਹਲੇ ਛੋਟੇ ਹੀ ਸਾਂ ਉਦੋਂ ਕਿਤੇ ਮੈਂ ਕਿਹਾ ਦਾ ਸੀ ਕਿ ਦੁੱਖਾਂ ਦੇ ਜੰਗਲ ਦੇ ਪੈਂਡੇ ਰੱਬਾ ਕਿਸ ਦਿਨ ਮੁੱਕਣਗੇ। ਵਾਹ ਵਾਹ, ਦੁੱਖਾਂ ਦੇ ਜੰਗਲ ਦੇ ਪੈਂਡੇ ਰੱਬਾ ਕਿਸ ਦਿਨ ਮੁੱਕਣਗੇ, ਮੇਰੇ ਸ਼ਹਿਰ ਦੇ ਨੈਣਾ ਵਿੱਚੋਂ ਕਿਸ ਦਿਨ ਹੰਝੂ ਸੁੱਕਣਗੇ। ਤੇ ਨਾਜ਼ਰੀਨ ਇਜਾਜ਼ਤ, ਸ਼ੁਕਰੀਆ ਦੇ ਨਾਲ ਇਜਾਜ਼ਤ ਚਾਹੁੰਦੇ ਹਾਂ। ਤੇ ਬਹੁਤ ਸ਼ੁਕਰੀਆ, ਥੈਂਕ ਯੂ। ਇੱਕ ਦੂਜੇ ਦਾ ਖਿਆਲ ਰੱਖਿਆ ਕਰੋ। ਓਕੇ ਸਰ, ਥੈਂਕ ਯੂ ਜੀ।